वाहिगुरू जी का खालसा वाहिगुरू जी की फतेह। अस्सलाम वालेकुम आदाब वर्ष महा थोड़ी होस्ट नीलम कौर ते मैं टीवी 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾਨਾ ਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਐਮਿਸ਼ੂ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। हाँ जी नीलम कौर जी तुहानू भी तो दुनिया भर च बैठे साडे बहुत ही प्यारे सोहने सियाणे टीवी 84 दे दर्शकों नू भी वाहिगुरू जी का खालसा वाहिगुरू जी की फतेह ते साडे बहुत ही प्यारे मुसलमान भैणां भरावां नू अस्सलाम वालेकुम। जी डॉक्टर साहब जी आनू प्रोग्राम सच्चो सच विच बहुत शुक्रिया जी। डॉक्टर साहब अज 26 जनवरी 2022 14 माघ नालिक संमत 553 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸ ਵੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਸੀਐਨ ਕੇਬਲ ਬੈਲਫਲ ਕੇਬਲ ਕੈਨੇਡਾ ਰੂਕੂ ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ऑनलाइन स्ट्रीमिंग एंड आईपी बॉक्स से तुसी टीवी 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਤੋਂ। ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਐਲ ਸੋਬਰਾਂਟੇ ਕੈਲੀਫੋਰਨੀਆ ਤੋਂ ਵੀਰ ਜੇ ਸਿੰਘ ਮੰਗਟ ਵੱਲੋਂ। ਸੋ ਇਹਨਾਂ ਸੁਨੇਹਾ ਦਿੱਤਾ ਹੈ ਕਿ ਖਾਲਿਸਤਾਨ ਦੀ ਪ੍ਰਾਪਤੀ ਤੋਂ ਬਿਨਾਂ ਪੰਜਾਬ ਦੇ ਜਿਹੜਾ ਕੋਈ ਵੀ ਮਸਲਾ ਉਹ ਹੱਲ ਨਹੀਂ ਹੋਣਾ। ਜੋ ਅੱਜ ਅਸੀਂ ਚੋਣਾਂ ਨੂੰ ਲੈ ਕੇ ਪੂਰੇ ਜੋਸ਼ ਵਿੱਚ ਹਾਂ ਪਰ ਇਹ ਗੱਲ ਨਹੀਂ ਭੁੱਲਣੀ ਚਾਹੀਦੀ ਕਿ ਪੰਜਾਬ ਨੂੰ ਏਜੰਸੀਆਂ ਚਲਾ ਰਹੀਆਂ ਨੇ ਔਰ 26 ਜਨਵਰੀ ਮੌਕੇ ਸਾਨੂੰ ਇਹ ਗੱਲ ਸਪਸ਼ਟ ਹੋਣੀ ਚਾਹੀਦੀ ਹੈ ਕਿ ਆਜ਼ਾਦੀ ਤੋਂ ਬਿਨਾਂ ਸਾਡਾ ਗੁਜ਼ਾਰਾ ਨਹੀਂ ਹੈ। ਇਸ ਸਿਸਟਮ ਵਿੱਚ ਅਸੀਂ ਏਦਾਂ ਹੀ ਖੁਆਰ ਹੁੰਦੇ ਰਹਿਣਾ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਜੇ ਸਿੰਘ ਮੰਗਟ ਰਾਂਝੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ अपील ते बेनती करते हैं कि तुसी भी प्रोग्राम सच्चो सच नूं वध तों वध स्पॉन्सर करो। स्पॉन्सरशिप लई तुसीं सानूं साडे फोन नंबर ते कॉल कर सकदे हो 5166191984। तुसीं सेम नंबर ते WhatsApp भी कर सकदे हो। तुसीं सानूं ईमेल भी कर सकदे हो info@tv84.tv ते। सो व्यूअर्स पहले सैगमेंट दे विच आपां गलबात करांगे भारत दे जिहड़ा रिपब्लिक डे दे हवाले नाल कि अज भारत दा 73वां रिपब्लिक डे है। दुनिया भर दे विच ਸਿੱਖਾਂ ਨੇ ਥਾਂ ਥਾਂ ਰੋਸ ਵਿਖਾਵੇ ਕਰਕੇ ਇਸ ਨੂੰ ਕਾਲੇ ਦਿਨ ਵਜੋਂ ਮਨਾਇਆ ਅਤੇ ਖਾਲਿਸਤਾਨ ਦੇ ਜਿਹੜੇ ਝੰਡੇ ਆ ਉਹ ਲਹਿਰਾਏ ਨੇ। ਸੋ ਬ੍ਰਿਟੇਨ ਦੇ ਮਹਾਨ ਲੀਡਰ ਵਿੰਸਟਨ ਚਰਚਲ ਨੇ ਭਾਰਤ ਦੀ ਆਜ਼ਾਦੀ ਦਾ ਵਿਰੋਧ ਕਰਦਿਆਂ ਜੋ ਭਾਰਤੀ ਲੀਡਰਾਂ ਬਾਰੇ ਭਵਿੱਖਬਾਣੀ ਕੀਤੀ ਸੀ ਉਹ ਪੂਰੀ ਤਰ੍ਹਾਂ ਅੱਜ ਸੱਚ ਸਾਬਤ ਹੋ ਰਹੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? देखो सब तो पहला तो अज के प्रोग्राम नूं स्पॉन्सर करने लई असीं एल सबरांटे तो साडे गुरसिख वीर जिहड़े अक्सर सानूं यूबा सिटी के नगर कीर्तन दौरान मिलते हैं साडे प्रोग्राम नाल लगातारता नाल जुड़े हुए ने और ये वो निष्काम वीर ने जिहड़े अपना नां नहीं चाहुंदे कि असीं ईवन मैंशन भी करिए पर असीं ये भी क्योंकि जदों असीं किसी नूं ड्यू क्रैडिट दिंदे हैं ਉਹਦੇ ਨਾਲ ਜਿੱਥੇ ਅਸੀਂ ਆਪਣੇ ਆਪ ਨੂੰ ਮਹਿਸੂਸ ਕਰਦੇ ਹਾਂ ਕਿ ਭਾਈ ਅਸੀਂ ਆਪਣੀ ਥੈਂਕਫੁਲਨੈਸ ਦਿਖਾਈ ਹੈ ਉੱਥੇ ਬਾਕੀਆਂ ਦੇ ਲਈ ਇਹ ਇੱਕ ਮੋਟੀਵੇਸ਼ਨ ਵੀ ਹੁੰਦੀ ਹੈ ਕਿ ਟੀਵੀ 84 ਨੂੰ ਸਪਾਂਸਰ ਕਰਨ ਲਈ ਉਹ ਅੱਗੇ ਆਣ ਔਰ ਅਸੀਂ ਉਹ ਸਾਰੇ ਹੀ ਵੀਰਾਂ ਭੈਣਾਂ ਦਾ ਜਿਹੜੇ ਸਾਨੂੰ ਭਰਵਾਂ ਹੁੰਗਾਰਾ ਦੇ ਰਹੇ ਨੇ ਆਪਣੇ ਆਪ ਜਿਹੜੇ ਪੰਥ ਪਿਆਰ ਦੇ ਵਿੱਚ ਗੁੜੁੰਦ ਨੇ ਉਹਨਾਂ ਨੂੰ ਲੱਗਦਾ ਹੈ ਕਿ ਟੀਵੀ 84 ਇੱਕ ਆਵਾਜ਼ ਹੈ ਔਰ ਜਿਵੇਂ ਸਰਦਾਰ ਸਾਹਿਬ ਨੇ ਕਿਹਾ ਹੈ ਐਲ ਸਬਰਾਂਟੇ ਤੋਂ ਕਿ ਅਲਟੀਮੇਟਲੀ ਖਾਲਿਸਤਾਨ ਤੋਂ ਬਿਨਾਂ ਸਾਡਾ ਕੋਈ ਮਸਲਾ ਹੱਲ ਨਹੀਂ ਹੋਣਾ ਹੈ। ਏਜੰਸੀਆਂ ਨੇ ਚਾਰ ਚਫੇਰੇ ਸਾਨੂੰ ਘੇਰਿਆ ਹੋਇਆ ਹੈ। ਬਹੁਤ ਵਾਰ ਪੰਜਾਬ ਦੀਆਂ ਸਾਡੀਆਂ ਧਿਰਾਂ ਉਹਨਾਂ ਦੀ ਖੇਡ ਹੀ ਖੇਡ ਰਹੀਆਂ ਨੇ। ਇਹ ਹੋਰ ਜਿਵੇਂ ਚੱਕੜ ਦੇ ਵਿੱਚ ਜਦੋਂ ਤੁਹਾਡਾ ਇੱਕ ਵਾਰ ਪੈਰ ਧੱਸ ਜਾਏ ਤਾਂ ਤੁਸੀਂ ਈਵਨ ਕੱਢਣਾ ਵੀ ਚਾਹੋ ਤਾਂ ਉਹਦੇ 'ਚ ਤੁਸੀਂ ਹੋਰ ਜਿਹੜਾ ਉਹ ਧੱਸਦੇ ਜਾਂਦੇ ਹੋ। ਇੱਕ ਕੁਐਗਮਾਇਰ ਵਾਂਗ ਬਣ ਗਿਆ ਜਿਵੇਂ ਡੈਜ਼ਰਟ ਦੇ ਵਿੱਚ ਇੱਕ ਫਿਨੋਮੀਨਾ ਹੁੰਦਾ ਹੈ ਕਿ ਉਹ ਤੁਹਾਨੂੰ ਜਿਹੜਾ ਉਹਨੂੰ ਕੱਢਣਾ ਵੀ ਕਿਸੇ ਨੂੰ ਚਾਹੁੰਦਾ ਉਹ ਵੀ ਨਾਲ ਉਹਦੇ ਘੜੀਸਿਆ ਜਾਂਦਾ ਹੈ ਔਰ ਉੱਥੇ ਇੱਕ ਤਬਕਾ ਜਿਹੜਾ ਬਿਲਕੁਲ ਐਡਹਾਕਿਜ਼ਮ ਜਿਨ੍ਹਾਂ ਦੀ ਜ਼ਿੰਦਗੀ ਦਾ ਆਧਾਰ ਹੈ ਉਹਨਾਂ ਨੂੰ ਕੋਈ ਸਮਝ ਨਹੀਂ ਹੈ ਕਿ ਉਹ ਕੀ ਕਰ ਰਹੇ ਨੇ। ਉਹ ਕੌਮ ਘਾਤਕ ਰੋਲ ਅਦਾ ਕਰ ਰਹੇ ਨੇ ਔਰ ਮੰਦੇ ਭਾਗਾਂ ਨੂੰ ਜਿਹੜੀਆਂ ਕੌਮੀ ਧਿਰਾਂ खास तौर पर श्रोमणी अकाली दल जिहड़ा 1920 च होण चाहुंदा है कुर्बानियां दे नाल उस पीरीयड की साडी जनरेशन ने
ਸਿੱਖੀ ਵੈਲਿਊਜ਼ ਨੂੰ ਰੀਡਿਫਾਈਨ ਕੀਤਾ 20th ਸੈਂਚਰੀ 'ਚ। ਬੇਸ਼ੱਕ ਉਸ ਤੋਂ ਪਹਿਲਾਂ ਗਦਰ ਮੂਵਮੈਂਟ ਵੀ 20ਵੀਂ ਸਦੀ 'ਚ ਆਈ, ਪਗੜੀ ਸੰਭਾਲੋ ਜੱਟਾ ਮੂਵਮੈਂਟ ਵੀ ਸੀ, ਪਰ ਅਕਾਲੀ ਲਹਿਰ ਪੂਰੀ ਤਰ੍ਹਾਂ ਸਿੱਖੀ ਵੈਲਿਊਜ਼ ਤੇ ਫੋਕਸਡ। ਔਰ ਬੇਸ਼ੱਕ ਵਕਤੀ ਤੌਰ ਤੇ ਗੁਰਦੁਆਰਿਆਂ ਨੂੰ ਆਜ਼ਾਦ ਕਰਵਾਉਣਾ ਮਹੰਤਾਂ ਤੋਂ ਉਹਨਾਂ ਦਾ ਰੋਲ ਸੀ, ਪਰ ਉਸ ਦੌਰ ਦੇ ਵਿੱਚ ਜਿਵੇਂ ਹੁਣ ਦੇ ਦੌਰ 'ਚ ਕਿਸਾਨ ਮੂਵਮੈਂਟ, ਭਾਵੇਂ ਉਸ ਦਾ ਆਧਾਰ 3 ਖੇਤੀ ਕਾਨੂੰਨਾਂ ਨੂੰ ਵਾਪਸ ਕਰਾਉਣਾ ਸੀ, ਪਰ ਜਿਹੜੀ ਮੋਟੀਵੇਸ਼ਨ ਸੀ, ਸਪਿਰਿਟ ਸੀ ਸਿੱਖੀ ਦੀ ਔਰ ਸਿੱਖੀ ਵੈਲਿਊਜ਼ ਇਹਨਾਂ 13 ਮਹੀਨਿਆਂ ਦੇ ਪੀਰੀਅਡ 'ਚ ਕੁੱਲ ਦੁਨੀਆ ਨੇ ਦੇਖੀਆਂ। ਸਿੱਖੀ ਰੈਜ਼ਿਸਟੈਂਸ ਵੀ ਦੇਖੀ, ਸਿੱਖੀ ਜੈਨਰੋਸਿਟੀ ਵੀ ਦੇਖੀ। ਔਰ ਮੈਂ ਜਦੋਂ ਬਹੁਤ ਸਾਰੇ ਪਾਕਿਸਤਾਨ ਦੇ ਜਾਂ ਈਵਨ ਭਾਰਤ ਵਿਚਲੇ ਕੁਝ ਮੁਸਲਮਾਨ ਸਕਾਲਰਸ ਨੂੰ ਵੀ ਸੁਣਦਾ ਪਿਛਲੇ ਦਿਨਾਂ 'ਚ, ਤੁਹਾਨੂੰ ਬਹੁਤ ਸਾਰੀਆਂ ਥਾਵਾਂ ਤੇ ਉਹ ਆਪਣੀ ਕੌਮ ਨੂੰ ਜਿਹੜਾ ਉਹ ਵੰਗਾਰ ਰਹੇ ਹੁੰਦੇ ਨੇ ਕਿ ਭਾਈ ਦੇਖੋ ਤੁਸੀਂ 20 ਕਰੋੜ ਹੋ ਭਾਰਤ ਦੇ ਵਿੱਚ, ਪਰ ਇੱਥੇ 2 ਕਰੋੜ ਤੋਂ ਵੀ ਘੱਟ ਸਿੱਖਾਂ ਨੇ ਕਿਵੇਂ 3 ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਤੇ ਮਜਬੂਰ ਕੀਤਾ ਸਰਕਾਰ ਨੂੰ। ਔਰ ਇੱਕ ਉਹਨਾਂ ਦੇ ਸਕਾਲਰ ਕਹਿ ਰਹੇ ਸੀ ਕਿ ਦੇਖੋ ਪੰਜਾਬ ਦੇ ਵਿੱਚ ਮੋਦੀ ਨੂੰ ਵੜਨ ਨਹੀਂ ਦਿੱਤਾ ਹੈ, ਉੱਥੋਂ ਉਹਨੂੰ ਜਿਹੜਾ ਫਿਰੋਜ਼ਪੁਰ ਤੋਂ ਵਾਪਸ ਤੋਰਿਆ, ਔਰ ਉਹ ਆਪ ਹੀ ਕਹੀ ਜਾਂਦਾ ਕਿ ਜੀ ਮੈਂ ਜ਼ਿੰਦਾ ਵਾਪਸ ਆ ਗਿਆ। ਸੋ ਉਹਨਾਂ ਨੂੰ ਕਹਿ ਰਿਹਾ ਕਿ ਭਾਈ ਤੁਸੀਂ 20 ਕਰੋੜ ਹੋ, ਤੁਹਾਨੂੰ ਕੀ ਹੋਇਆ। ਸੋ ਅਸੀਂ ਸਮਝਦੇ ਹਾਂ ਵੀ ਇਹ ਜਦੋਂ ਇੱਕ ਯੂਨੀਕ ਵਿਕਟਰੀ ਕੌਮ ਨੇ ਹਾਸਲ ਕੀਤੀ ਔਰ ਦੁਨੀਆ ਨੇ ਸਿੱਖੀ ਦਾ ਜਲਵਾ ਦੇਖਿਆ, ਉਸ ਤੋਂ ਇੱਕਦਮ ਬਾਅਦ ਅਸੀਂ ਇਹ ਕਹਿਣਾ ਸ਼ੁਰੂ ਕਰ ਦਿੱਤਾ ਸੀ ਜਦੋਂ ਇਸੇ ਹੀ ਪਲੇਟਫਾਰਮ ਤੋਂ ਕਿ ਦੁਸ਼ਮਣ ਨੂੰ ਅੰਡਰ ਐਸਟੀਮੇਟ ਨਾ ਕਰੀਏ ਕਿ ਭਾਈ ਉਹ ਸਾਨੂੰ ਕਿਹੜੇ ਪਾਸਿਓਂ ਘੇਰਨਗੇ, ਕੀ ਕਰਨਗੇ। ਔਰ ਹੁਣ ਉਹ ਸਾਰੀ ਖੇਡ ਸਾਹਮਣੇ ਆ ਰਹੀ ਹੈ ਕਿ ਕਿਵੇਂ ਇੱਕ ਤੋਂ ਬਾਅਦ ਇੱਕ ਪੰਜਾਬ ਦੇ ਵਿੱਚ ਪਗੜੀਧਾਰੀ ਬੀਜੇਪੀ ਦਾ ਦਲਾਲ ਵੀ ਸਾਹਮਣੇ ਆ ਰਿਹਾ ਹੈ। ਈਡੀ ਔਰ ਦੂਸਰਿਆਂ ਨੇ ਆਪਣੇ ਛਾਪਿਆਂ ਰਾਹੀਂ ਜੋ ਹਾਸਲ ਕਰਨਾ ਚਾਹੁੰਦੇ ਸੀ ਉਸ ਭੰਬਲ ਭੂਸੇ ਨੂੰ ਅੱਗੇ ਹੋਰ ਪਾਉਣ ਦਾ, ਉਹ ਵੀ ਕਰ ਰਹੇ ਨੇ। ਔਰ ਇਸ ਸਾਰੇ ਦੌਰ ਦੇ ਵਿੱਚ ਜੇ ਅਸੀਂ ਇਹ ਦੇਖੀਏ ਕਿ ਪੰਜਾਬ ਦੇ ਵਿੱਚ ਜਿਹੜੀ ਪੰਥਕ ਧਿਰ ਹੈ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਆਲਮੋਸਟ ਬਹੁਤ ਸਾਰੇ ਹਲਕਿਆਂ 'ਚ ਆਪਣੇ ਉਮੀਦਵਾਰ ਉਤਾਰੇ ਗਏ ਨੇ ਔਰ ਅਸੀਂ ਸਮਝਦੇ ਹਾਂ ਕਿ ਉਹ ਚੰਗੀ ਦਿੱਖ ਵਾਲੇ ਗੁਰਸਿੱਖੀ ਵੈਲਿਊਜ਼ ਨੂੰ ਅੱਗੇ ਲਿਜਾਣ ਵਾਲੇ ਨੇ। ਪਰ ਉੱਥੇ ਸੀਨ ਇੰਨਾ ਕੁ ਗੰਧਲਾ ਬਣਾ ਦਿੱਤਾ ਗਿਆ ਕਿ ਉੱਥੇ ਉਹੀ ਕੁਝ ਹੋਏਗਾ ਜੋ ਭਾਰਤੀ ਏਜੰਸੀਆਂ ਚਾਹੁੰਦੀਆਂ ਨੇ, ਜਿਸ ਕਿਸਮ ਦਾ ਮੈਂਡੇਟ ਉਸ 'ਚੋਂ ਕੱਢਣਾ ਚਾਹੁੰਦੀਆਂ। ਸੋ ਸਾਨੂੰ ਇਸ ਡੇ ਟੂ ਡੇ ਚਿੱਕੜ ਦੇ ਵਿੱਚ ਧੱਸਣ ਦੀ ਲੋੜ ਨਹੀਂ ਹੈ। ਅਸੀਂ ਇਸ ਗੱਲ ਦੇ ਉੱਤੇ ਅਮਨਾ ਕਰੀਏ ਔਰ ਇਸ ਗੱਲ ਦੇ ਉੱਤੇ ਹੀ ਸਾਡਾ ਫੋਕਸ ਹੋਏ ਕਿ ਕਿਸ ਉਦਮ ਤੇ ਰਾਜ ਮਿਲੇ, ਸ਼ਤਰੂ ਤੇ ਸਭ ਹੋਵੇ ਮੀਤਾ। ਖਾਲਿਸਤਾਨ ਦੀ ਕਾਇਮੀ ਦੇ ਨਾਲ ਹੀ ਸਭ ਕੁਝ ਜੁੜਿਆ ਹੋਇਆ। ਸੋ ਅਸੀਂ ਵੀਰ ਜੀ ਦਾ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਹੁਣ ਅਸੀਂ ਜਿਵੇਂ ਕੱਲ ਰਿਪਬਲਿਕ ਡੇ ਈਵ ਦੇ ਉੱਤੇ ਸਿੱਖ ਪਰਸਪੈਕਟਿਵ ਤੋਂ ਡੀਟੇਲ 'ਚ ਗੱਲ ਕੀਤੀ, ਪੈਨਲ ਡਿਸਕਸ਼ਨ ਭਾਈ ਹਿੰਮਤ ਸਿੰਘ ਔਰ ਅਮਰਵੀਰ ਸਿੰਘ ਜਿਹਨਾਂ ਨੇ ਕੰਡਕਟ ਕੀਤੀ, ਉਹਦੇ ਰਾਹੀਂ ਵੀ ਜਿਹੜਾ ਆਲਮੋਸਟ 73 ਸਾਲ ਦਾ ਇਤਿਹਾਸ ਹੈ ਰਿਪਬਲਿਕ ਡੇ ਤੋਂ ਲੈ ਕੇ ਹੁਣ ਤੱਕ ਦਾ ਇਤਿਹਾਸ ਕੀ ਹੈ, ਸਿੱਖਾਂ ਦੀ ਮੰਦਹਾਲੀ ਦੀ ਕਹਾਣੀ ਹੈ, ਮੰਦਹਾਲੀ ਦੀ ਦਾਸਤਾਨ ਹੈ, ਉਸ ਨੂੰ ਅਸੀਂ ਬਿਆਨ ਕੀਤਾ। ਔਰ ਜਿਵੇਂ ਅਸੀਂ ਦੱਸਿਆ ਸੀ ਕਿ ਦੁਨੀਆ ਭਰ ਦੇ ਵਿੱਚ ਸਿੱਖ ਕੌਮ ਵੱਲੋਂ ਇਸ ਦਿਨ ਨੂੰ ਧੋਖਾ ਦਿਵਸ, ਵਿਸਾਖਾ ਦਿਵਸ, ਕਾਲੇ ਦਿਵਸ ਵਜੋਂ ਜਿਹੜਾ ਉਹ ਯਾਦ ਕੀਤਾ ਜਾਏਗਾ, ਖਾਲਿਸਤਾਨ ਦੇ ਝੰਡੇ ਲਹਿਰਾਏ ਜਾਣਗੇ। ਸੋ ਬਹੁਤ ਸਾਰੀਆਂ ਥਾਵਾਂ ਤੇ ਜਿਹੜਾ ਇਹ ਡਾਇਸਪੋਰਾ ਦੇ ਵਿੱਚ ਵੀ, ਔਰ ਜੇ ਅਸੀਂ ਪਹਿਲਾਂ ਪੰਜਾਬ ਤੋਂ ਸ਼ੁਰੂ ਕਰੀਏ, ਜਿਵੇਂ ਅਸੀਂ ਦੱਸਿਆ ਸੀ ਕਿ ਅੰਮ੍ਰਿਤਸਰ ਦੇ ਭੰਡਾਰੀ ਬ੍ਰਿਜ ਤੋਂ ਜਿਹੜਾ ਇੱਕ ਵੱਡਾ ਕਾਫਲਾ ਨੌਜਵਾਨਾਂ ਦਾ ਔਰ ਅੱਡ-ਅੱਡ ਜਥੇਬੰਦੀਆਂ ਜਿਹਨੂੰ ਸਪੋਰਟ ਕਰ ਰਹੀਆਂ ਨੇ, ਉਹ ਮਾਰਚ ਕਰੇਗਾ ਦਰਬਾਰ ਸਾਹਿਬ ਵੱਲ ਔਰ ਵਿਰਾਸਤੀ ਮਾਰਗ ਦੇ ਉੱਤੇ ਜਿੱਥੇ ਕਿ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਹੈ, ਉੱਥੇ ਆ ਕੇ ਉਸ ਦੀ ਸਮਾਪਤੀ ਹੋਏਗੀ। ਔਰ ਦਰਸ਼ਕ ਦੇਖ ਸਕਦੇ ਨੇ ਕਿ ਬੜੀ ਵੱਡੀ ਗਿਣਤੀ 'ਚ ਸਿੱਖ ਨੌਜਵਾਨਾਂ ਦੀ ਸ਼ਮੂਲੀਅਤ ਸੀ। ਉਹਨਾਂ ਦੇ ਹੱਥ ਜਿਹੜੇ ਬੈਨਰ ਫੜੇ ਹੋਏ ਨੇ, ਕਿਉਂਕਿ ਇਸ ਵਾਰ ਬਹੁਤ ਸਾਰੀਆਂ ਥਾਵਾਂ ਤੇ ਜਿਹੜਾ ਪ੍ਰੋਟੈਸਟ ਸੀ ਉਸ ਦਾ ਥੀਮ ਬੰਦੀ ਸਿੰਘਾਂ ਦੀ ਰਿਹਾਈ ਸੀ ਔਰ ਇਸ ਵੇਲੇ ਇਸ ਦੇ ਉੱਤੇ ਕਾਫੀ ਫੋਕਸ ਹੈ। ਥਾਂ ਥਾਈਂ ਜਿਹੜਾ ਹੈ ਉਹਨਾਂ ਦੇ ਖਾਸ ਤੌਰ ਤੇ, ਕਿਉਂਕਿ ਉਹਨਾਂ ਦੀ ਫਾਈਲ 4 ਵਾਰ ਰਿਜੈਕਟ ਕੀਤੀ ਹੈ ਕੇਜਰੀਵਾਲ ਦੀ ਸਰਕਾਰ ਨੇ। ਸੋ ਜਿੱਥੇ ਜਿੱਥੇ ਵੀ ਇਹਨਾਂ ਦੇ ਭਗਵੰਤ ਮਾਨ ਤੋਂ ਲੈ ਕੇ ਜਿਹੜੇ ਵੀ ਇਹਨਾਂ ਨੇ ਜਿਹਨਾਂ ਨੂੰ ਟਿਕਟਾਂ ਦਿੱਤੀਆਂ, ਖੜੇ ਕੀਤੇ ਨੇ ਉਮੀਦਵਾਰ, ਉਹਨਾਂ ਨੂੰ ਘੇਰਿਆ ਜਾ ਰਿਹਾ। ਔਰ ਸਾਡੇ ਇੱਕ ਹੋਰ TV 84 ਦੇ ਪੱਤਰਕਾਰ ਨੇ ਗਗਨ ਅਨਮੋਲ, ਉਸ ਨੂੰ ਘੇਰਿਆ। ਉਸ ਦੇ ਆਲੇ ਦੁਆਲੇ ਜਿਹੜੀ ਖਰੂਦੀ ਜਿਹੀ ਭੀੜ ਇਕੱਠੀ ਸੀ, ਉਹਨਾਂ ਨੇ ਸਗੋਂ ਪੱਤਰਕਾਰ ਨੂੰ ਹਰਾਸ ਕਰਨ ਦੀ ਕੋਸ਼ਿਸ਼ ਵੀ ਕੀਤੀ, ਪਰ ਇਹੀ ਪੱਤਰਕਾਰੀ ਹੁੰਦੀ ਆ। ਉਹਨਾਂ ਨੇ ਸਿੱਧਾ ਕਿਹਾ ਕਿ ਭਾਈ
ਜਵਾਬ ਦਿਓ ਜੋ ਅਸੀਂ ਪੁੱਛ ਰਹੇ ਹਾਂ। ਜੀ ਉਹ ਅੱਗੋਂ ਕਰ ਰਹੇ ਨੇ, ਉਹਨਾਂ ਦੇ ਜਿਹੜੇ ਸਪੋਰਟਰ ਨੇ ਉਹ ਹੀ ਕਹਿ ਰਿਹਾ ਕਿ ਜੀ ਤੁਸੀਂ ਕਾਂਗਰਸ ਨੂੰ ਕਿਉਂ ਨਹੀਂ ਪੁੱਛਦੇ, ਅਕਾਲੀਆਂ ਨੂੰ। ਉਹਨਾਂ ਨਾਲ ਕਦੋਂ ਘੱਟ ਕਰਦੇ ਨੇ ਜਿਨ੍ਹਾਂ ਨੇ ਉੱਥੇ ਉਹਨਾਂ ਨੂੰ ਜਿਹੜਾ ਉਹ ਖੜਾ ਕੀਤਾ ਹੁੰਦਾ ਕਟਹਿਰੇ 'ਚ। ਪਰ ਇਹ ਜਦੋਂ ਭੁੱਲਰ ਦੇ ਕੇਸ ਦਾ ਜ਼ਿਕਰ ਹੁੰਦਾ, ਇਹਦਾ ਸੰਬੰਧ ਹੀ ਕੇਜਰੀਵਾਲ ਸਰਕਾਰ ਨਾਲ ਹੈ, ਦਿੱਲੀ ਨਾਲ ਹੈ। ਵੀ ਜੀ। ਤੁਸੀਂ ਪੰਜਾਬ 'ਚ ਆ ਕੇ ਰੋਜ਼ੀ ਪਿਕਚਰ ਦਿਖਾ ਰਹੇ ਹੋ, ਜਿਹੜੀ ਚੀਜ਼ ਤੁਹਾਡੇ ਕੋਲ ਹੈ ਪਹਿਲਾਂ ਤੁਸੀਂ ਦੱਸੋ। ਸੋ ਇਹ ਬੇਗੈਰਤ ਲੋਕ ਜਿਹੜੇ ਨੇ, ਇਹ ਬਿਲਕੁਲ ਇਹਨਾਂ ਨੂੰ ਭੁੱਲ ਗਿਆ ਕਿ ਭਾਈ ਇਹ ਇਸ ਧਰਤੀ ਦੀ ਮਿੱਟੀ ਚੋਂ ਹੀ ਨੇ, ਔਰ ਅਲਟੀਮੇਟਲੀ ਲੋਕਾਂ ਨੇ ਇਹਨਾਂ ਨੂੰ ਘੜੀਸਣਾ, ਇਹਨਾਂ ਦੇ ਗਲ ਦੇ ਵਿੱਚ ਰੱਸੇ ਪਾ ਕੇ। ਇਹ ਵਕਤ ਆ ਜਾਂਦਾ ਹੁੰਦਾ ਹੈ ਜਿਹੜੇ ਵਿਕੇ ਹੋਏ ਬੇਜ਼ਮੀਰੇ ਲੋਕ ਹੁੰਦੇ ਨੇ। ਜੀ ਪਰ ਅਸੀਂ ਸ਼ਲਾਘਾ ਕਰਦੇ ਹਾਂ ਆਪਣੇ ਇਹਨਾਂ ਬਹਾਦਰ ਜਰਨਲਿਸਟ ਦੀ, ਜਿਹੜੇ ਹੈਵੀ ਆਡਸ ਦੇ ਬਾਵਜੂਦ ਉੱਥੇ ਇਹਨਾਂ ਨੂੰ ਇੱਕ ਤੋਂ ਬਾਅਦ ਇੱਕ ਨੂੰ ਐਕਸਪੋਜ਼ ਕਰ ਰਹੇ ਨੇ। ਬਿਲਕੁਲ। ਔਰ ਇਹ ਜਿਹੜਾ ਮਾਰਚ ਨਿਕਲਦਾ ਹੈ, ਇਸ ਦੇ ਵਿੱਚ ਜਿਹੜੇ ਹੱਥ ਦੇ ਵਿੱਚ ਫੜੇ ਹੋਏ ਪਲੈਕੇਟਸ ਵੀ ਨੇ, ਔਰ ਇਹ ਅਜੀਤ ਜਲੰਧਰ ਸਮੇਤ ਮੀਡੀਆ ਨੇ ਕਵਰ ਕੀਤਾ ਹੈ ਕਿ ਭਾਈ ਅਸੀਂ ਜਿਹੜਾ ਉਹ ਇੰਡੀਅਨ ਪੋਲੀਟੀਕਲ ਐਂਡ ਜਸਟਿਸ ਸਿਸਟਮ ਇਜ਼ ਡੂਇੰਗ ਇਨਜਸਟਿਸ ਟੂ ਸਿੱਖਸ, ਇਹ ਸਿੱਖ ਯੂਥ ਆਫ ਪੰਜਾਬ ਦਾ। ਔਰ ਬੰਦੀ ਸਿੰਘਾਂ ਦੀ ਪਿਕਚਰ ਦੇ ਨਾਲ ਖਾਸ ਕਰਕੇ ਪ੍ਰੋਫੈਸਰ ਭੁੱਲਰ ਵੀ ਔਰ ਹਵਾਰਾ ਸਾਹਿਬ ਦੀ ਔਰ ਦੂਜਿਆਂ ਵੀ, ਉਹਨਾਂ ਨੇ ਕਿਹਾ ਕਿ ਬਗਾਵਤ ਅੱਤਵਾਦ ਨਹੀਂ ਹੈ, ਕਿ ਜਦੋਂ ਅਸੀਂ ਰਿਬੈਲ ਕਰਦੇ ਹਾਂ ਆਪਣੇ ਹੱਕਾਂ ਲਈ, ਰਿਹਾ ਕਰੋ ਦਾ। ਔਰ ਉਹਨਾਂ ਨੇ ਕਿਹਾ ਵੀ ਭਾਰਤੀ ਹਕੂਮਤ ਪੱਖਪਾਤੀ ਹੈ, ਫਿਰਕਾ ਪ੍ਰਸਤ ਹੈ। ਸੋ ਇਹ ਇੱਕ ਵੱਡਾ, ਕਿਉਂਕਿ ਸਾਡੀ ਸਪਿਰਿਚੁਅਲ ਕੈਪੀਟਲ ਸ੍ਰੀ ਅੰਮ੍ਰਿਤਸਰ ਹੈ, ਔਰ ਜਦੋਂ ਵੀ ਕਿਸੇ ਮੋਰਚੇ ਦਾ ਆਗਾਜ਼ ਹੋਇਆ ਹੈ ਜਾਂ ਅੰਗਰੇਜ਼ੀ ਸਾਮਰਾਜ ਨੂੰ ਵੀ ਚੈਲੰਜ ਹੋਇਆ, ਉੱਥੋਂ ਅਕਾਲ ਤਖਤ ਤੋਂ ਹੋਇਆ, ਅੰਮ੍ਰਿਤਸਰ ਦੀ ਧਰਤੀ ਤੋਂ ਹੋਇਆ। ਔਰ ਹੁਣ ਵੀ ਜਦੋਂ ਐਮਰਜੈਂਸੀ ਦੇ ਖਿਲਾਫ ਮੋਰਚਾ ਲੱਗਾ, ਧਰਮਯੁੱਧ ਮੋਰਚਾ, ਜਿਹਦੇ 'ਚ 2 ਲੱਖ ਤੋਂ ਜ਼ਿਆਦਾ ਗ੍ਰਿਫਤਾਰੀਆਂ ਹੋਈਆਂ, ਔਰ ਜਦੋਂ ਦੁਸ਼ਮਣ ਨੇ ਵੀ ਟਾਰਗੇਟ ਕੀਤਾ ਤੇ ਦਰਬਾਰ ਸਾਹਿਬ ਅਕਾਲ ਤਖਤ ਨੂੰ। ਸੋ ਜਿਹੜੇ ਲੋਕ ਇਹ ਸਮਝਦੇ ਨੇ ਕਿ ਸਿਰਫ ਇੱਥੇ ਚੰਦ ਲੋਕ ਰੌਲਾ ਪਾਉਣ ਵਾਲੇ ਨੇ, ਉਹ ਦੇਖ ਲੈਣ ਕਿ ਅੱਜ ਵੀ ਇਹਦੇ ਬਾਵਜੂਦ ਕਿ ਇੱਕ ਪੂਰੀ ਨਸਲ ਮਾਰ ਮੁਕਾਈ ਹੈ, ਇਹਦੇ ਬਾਵਜੂਦ ਕਿ ਹਰ ਝੂਠਾ ਕੇਸ UAPA ਦਾ ਜਿਹੜਾ ਉਹ ਪਾ ਦਿੱਤਾ ਜਾਂਦਾ, ਜਿਹਦੇ ਘਰੋਂ ਈਵਨ 2 ਕਿਤਾਬਾਂ ਵੀ ਨਿਕਲਦੀਆਂ ਨੇ। ਲੇਕਿਨ ਇਸ ਦੇ ਬਾਵਜੂਦ ਜੇ ਹਜ਼ਾਰਾਂ ਦੀ ਗਿਣਤੀ 'ਚ ਨੌਜਵਾਨ ਉੱਥੇ ਪਹੁੰਚਦੇ ਨੇ, ਸੋ ਪੰਜਾਬ ਦੀ ਧਰਤੀ ਤੇ ਜਿੱਥੇ ਗਦਾਰਾਂ ਦੀ, ਵਿਕੇ ਹੋਇਆਂ ਦੀ ਇੱਕ ਲੰਬੀ ਲਾਈਨ ਹੈ, ਉੱਥੇ ਪੰਜਾਬ ਦੇ ਅਣਖੀ ਪੁੱਤਰ ਪੁੱਤਰੀਆਂ ਦੇ ਵੀ ਇੱਕ ਲੰਬੀ ਲਾਈਨ ਹੈ। ਸੋ ਅਸੀਂ ਇਸ ਗੱਲ ਤੇ ਫਖਰ ਮਹਿਸੂਸ ਕਰਦੇ ਹਾਂ। ਬਾਹਰ ਫਰੈਂਕਫਰਟ ਦੇ ਵਿੱਚ, ਲੰਡਨ ਦੇ ਵਿੱਚ ਬਹੁਤ ਜ਼ੋਰਦਾਰ, ਔਰ ਵਾਸ਼ਿੰਗਟਨ DC ਇੰਡੀਅਨ ਐਮਬੈਸੀ ਦੇ ਬਾਹਰ ਸਿੱਖਸ ਫਾਰ ਜਸਟਿਸ ਵੱਲੋਂ ਇਹਨੂੰ ਆਰਗੇਨਾਈਜ਼ ਕੀਤਾ ਗਿਆ। ਔਰ ਉੱਥੇ ਜਿਹੜਾ ਗਾਂਧੀ ਦਾ ਬੁੱਤ ਹੈ, ਉਸ ਦੇ ਹੱਥ 'ਚ ਵੀ ਖਾਲਿਸਤਾਨੀ ਝੰਡਾ ਫੜਾ ਦਿੱਤਾ ਗਿਆ। ਦਰਸ਼ਕ ਦੇਖ ਸਕਦੇ ਨੇ ਸਕਰੀਨ ਦੇ ਉੱਤੇ। ਹੁਣ ਅਸੀਂ ਸਮਝਦੇ ਹਾਂ ਕਿ ਵੀ ਇਹ ਇੰਡੀਅਨ ਗਵਰਨਮੈਂਟ ਜਿਹੜੀ ਹੈ ਇਸ ਗਾਂਧੀ ਦੇ ਬੁੱਤ ਦੀ ਐਕਸਟ੍ਰੈਡੀਸ਼ਨ ਮੰਗੇ ਉਹਨਾਂ ਨੂੰ, ਕਿਉਂਕਿ ਦੇਸ਼ ਧਰੋਹ ਦਾ ਕੇਸ ਤਾਂ ਬਣ ਗਿਆ, ਝੰਡਾ ਉਹਨੇ ਚੁੱਕਿਆ ਹੋਇਆ। ਸੋ ਅਸੀਂ ਸਮਝ, ਔਰ ਝੰਡੇ ਨੂੰ ਬਾਅਦ ਦੇ ਵਿੱਚ ਜਿਹੜਾ ਉਹ ਸਾੜਿਆ ਵੀ ਗਿਆ, ਔਰ ਪੂਰਾ ਜੋਸ਼ੋ ਗਰੋਸ਼ ਵਾਲਾ ਮਾਹੌਲ ਸੀ। ਇਸੇ ਤਰ੍ਹਾਂ ਆਟਵਾ ਦੇ ਵਿੱਚ ਜਿਵੇਂ ਅਸੀਂ ਦੱਸਿਆ ਸੀ ਕਿ ਇੱਕ ਵੱਡਾ ਪ੍ਰੋਟੈਸਟ, ਉੱਥੇ ਵੀ ਬੰਦੀ ਸਿੰਘਾਂ ਦੀ ਰਿਹਾਈ, ਇਹੀ ਇਸ਼ੂ ਸੈਂਟਰਲ ਸੀ। ਔਰ ਵੀਰ ਮਨਵੀਰ ਸਿੰਘ ਉਹਨਾਂ ਵੱਲੋਂ ਜਿਹੜਾ ਉਹਦੀ ਲਾਈਵ ਕਵਰੇਜ ਵੀ ਆਪਣੀ ਫੇਸਬੁੱਕ ਔਰ ਦੂਸਰੇ ਤੇ ਉਹਨਾਂ ਨੇ ਕੀਤੀ। ਪਿਕਚਰਸ ਦਰਸ਼ਕ ਦੇਖ ਸਕਦੇ ਨੇ। ਇਸੇ ਤਰ੍ਹਾਂ ਲੰਡਨ ਦੇ ਪ੍ਰੋਟੈਸਟ ਦੀਆਂ ਵੀ ਦਿਖਾ ਦਿੱਤੀਆਂ ਹੋਣਗੀਆਂ ਪਿਕਚਰਸ। ਵੈਨਕੂਵਰ ਦੇ ਵਿੱਚ ਵੀ ਬਹੁਤ ਵੱਡੀ ਗਿਣਤੀ 'ਚ ਸਿੱਖਸ ਫਾਰ ਜਸਟਿਸ ਦੀ ਕਾਲ ਦੇ ਉੱਤੇ ਜਿਹੜਾ ਪ੍ਰੋਟੈਸਟ ਹੋਇਆ, ਔਰ ਖਾਲਿਸਤਾਨੀ ਝੰਡਾ ਲਹਿਰਾਇਆ ਗਿਆ। ਸ਼ਹੀਦ ਹਰਦੀਪ ਸਿੰਘ ਨਿੱਜਰ, ਜਿਨ੍ਹਾਂ ਨੂੰ ਸਰਕਾਰ ਨੇ ਖਤਰਨਾਕ ਦਹਿਸ਼ਤਗਰਦ ਬਣਾਇਆ ਹੋਇਆ, ਉਹਨਾਂ ਨੇ ਉਹ ਝੰਡਾ ਲਹਿਰਾਇਆ। ਇਸੇ ਤਰ੍ਹਾਂ ਅੱਜ ਵੀਰ ਸੁਖਦੇਵ ਸਿੰਘ ਗਿੱਲ, ਜਿਨ੍ਹਾਂ ਨੇ ਜਿਹੜੇ ਐਂਕਰ ਹੁੰਦੇ ਨੇ ਅੱਜ ਦੀ ਆਵਾਜ਼ ਪ੍ਰੋਗਰਾਮ ਦੇ, ਮੇਰਾ 1 ਘੰਟੇ ਦਾ ਆਲਮੋਸਟ ਸ਼ੋਅ ਹੁੰਦਾ ਹੈ ਹਰ ਬੁੱਧਵਾਰ, ਸੋ ਉਹਨਾਂ ਨੇ ਦੱਸਿਆ ਕਿ ਟੋਰਾਂਟੋ ਦੇ ਵਿੱਚ ਵੀ ਬੜੀ ਜ਼ੋਰਦਾਰ ਕਾਰ ਰੈਲੀ, ਜਿਹਦੇ 'ਚ ਕਾਫੀ ਵੱਡੀ ਗਿਣਤੀ 'ਚ ਕਾਰਾਂ ਨੇ ਦੀ ਸ਼ਮੂਲੀਅਤ ਸੀ, ਉਹਨਾਂ ਨੇ ਗੇੜਾ ਦਿੱਤਾ ਇੰਡੀਅਨ ਕੌਂਸੂਲੇਟ ਦੇ ਦੁਆਲੇ। ਔਰ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਜਿਹੜਾ ਹੈ ਇਸ ਕਾਰ ਰੈਲੀ ਦਾ ਵੀ ਫੋਕਸ ਸੀ। ਹੁਣ ਅਸੀਂ ਇਹ ਗੱਲ ਕਰਦੇ ਹਾਂ ਕਿ ਅੱਜ ਜਦੋਂ ਅਸੀਂ 26 ਜਨਵਰੀ ਦੀ ਗੱਲ ਕਰ ਰਹੇ ਹਾਂ, ਫਿਰ ਸਾਨੂੰ ਸ਼ਹੀਦ ਨਵਰੀਤ ਸਿੰਘ, ਅੱਜ ਤੋਂ ਠੀਕ 1 ਸਾਲ ਪਹਿਲਾਂ ਜਦੋਂ ਦਿੱਲੀ ਦੇ ਵਿੱਚ ਜਿਹੜਾ ਟਰੈਕਟਰ ਮਾਰਚ ਸੱਦਾ ਤਾਂ ਕਿਸਾਨਾਂ ਨੇ ਦੇ ਕੇ ਹਜ਼ਾਰਾਂ ਸਿੱਖ ਨੌਜਵਾਨ ਪੰਜਾਬ ਤੋਂ ਜਿਹੜੇ ਨੇ ਉਹ ਪਹੁੰਚ ਗਏ, ਲੇਕਿਨ ਇਹਨਾਂ ਦੀਆਂ ਲੱਤਾਂ ਕੰਬਣ ਲੱਗ ਗਈਆਂ, ਹੱਥ ਕੰਬਣ ਲੱਗ ਗਏ। ਇਹਨਾਂ ਨੂੰ ਤਾਂ ਅੰਦਾਜ਼ਾ ਵੀ ਨਹੀਂ ਸੀ ਕਿ ਭਾਈ ਇੰਨਾ ਜ਼ਬਰਦਸਤ ਪੰਜਾਬ ਦੀ ਧਰਤੀ ਦਾ ਜਾਂ ਨੌਜਵਾਨੀ ਦਾ ਰਿਸਪੌਂਸ ਹੈ। ਔਰ ਉਹ 25 ਦੀ ਰਾਤ ਤੱਕ ਪਹੁੰਚਦਿਆਂ ਉਹਨਾਂ ਦੇ ਕੋਲ ਨਾ ਕੋਈ ਪ੍ਰੋਗਰਾਮ ਸੀ, ਔਰ ਉਹ ਤਾਂ ਸਟੇਜ ਛੱਡ ਕੇ ਵੀ ਦੌੜ ਗਏ
ਕਿਉਂਕਿ ਨੌਜਵਾਨ ਕਹਿ ਰਹੇ ਸੀ ਕਿ ਤੁਸੀਂ ਦੱਸੋ ਸਰਕਾਰ ਨੇ ਪਾਬੰਦੀਆਂ ਲਾਈਆਂ ਸੀ ਕਿ ਜੀ ਇੱਧਰ ਨਹੀਂ ਜਾ ਸਕਦੇ ਉੱਧਰ ਨਹੀਂ ਜਾ ਸਕਦੇ, ਜਿੰਨਾ ਰਾਊਟ ਇਹਨਾਂ ਨੂੰ ਉਹ ਦੇ ਰਹੇ ਸੀ ਉਹਨੇ ਤਾਂ 100 ਟਰੈਕਟਰ ਵੀ ਨਹੀਂ ਸੀ ਜਾ ਸਕਦਾ। ਸੋ ਬਜਾਏ ਕਿ ਉਹ ਫੇਸ ਕਰਦੇ ਸਿਚੁਏਸ਼ਨ ਆਪਣੇ ਜਿਹੜੇ ਇਹਨਾਂ ਦੇ ਸੱਦੇ ਦੇ ਉੱਤੇ ਆਏ ਸੀ, ਕਿਉਂਕਿ ਮੋਰਚਾ ਤਾਂ ਇਹਨਾਂ ਨੇ ਲਾਇਆ ਸੀ, ਉਹਨਾਂ ਨੂੰ ਕਰਦੇ, ਉਹ ਬਿਲਕੁਲ ਸਰਕਾਰ ਦੇ ਪਿਛਲਾਗ ਔਰ ਸਰਕਾਰ ਦੇ ਬਾਅਦ ਦੇ ਵਿੱਚ ਰਾਦਰ ਦਲਾਲ ਬਣੇ, ਏਜੰਟ ਬਣੇ। ਔਰ ਇਹ ਗੱਲ ਹੁਣ ਸਾਹਮਣੇ ਹੈ, ਜਿਵੇਂ ਉਹਨੇ ਮਨਦੀਪ ਪੂਨੀਆ ਜਰਨਲਿਸਟ ਨੇ ਵੀ ਕਿਹਾ ਵੀ ਕਿਵੇਂ ਲੇਟਰ ਔਨ ਇਹਨਾਂ ਨੇ ਕਿੰਨੇ ਨੌਜਵਾਨਾਂ ਦੀ ਲਿਸਟ ਦਿੱਤੀ ਕਿ ਇਹਨਾਂ ਨੂੰ ਵੀ ਗ੍ਰਿਫਤਾਰ ਕਰੋ। ਔਰ ਮੈਂ ਅੱਜ ਹੀ ਖਬਰ ਦੇਖ ਰਿਹਾ ਸੀ ਕਿ ਬੇਸ਼ੱਕ ਇਹਨਾਂ ਦੇ ਕਹਿਣ ਮੁਤਾਬਕ ਜੀ ਸਮਝੌਤਾ ਹੋ ਗਿਆ ਹੈ, ਕੇਸ ਵਾਪਸ ਹੋ ਗਏ ਨੇ। ਔਰ ਇਹ ਜਿੱਥੇ 26 ਜਨਵਰੀ ਦਾ ਦਿਨ ਅਸੀਂ ਕੱਲ ਸੈਲੀਬ੍ਰੇਟ ਕੀਤਾ ਵੀਰ ਜਗਰਾਜ ਸਿੰਘ ਔਰ ਲਾਲ ਕਿਲੇ ਦੇ ਉੱਤੇ ਲੱਗੇ ਖਾਲਸਾਈ ਝੰਡੇ ਨੂੰ, ਪਰ ਇਸ ਟਰੈਕਟਰ ਰੈਲੀ ਦੌਰਾਨ ਸ਼ਹੀਦ ਨਵਰੀਤ ਸਿੰਘ ਜਿਹੜੇ ਸਰ ਹਰਦੀਪ ਸਿੰਘ ਡਿਬਡਿਬਾ ਉਹਨਾਂ ਦੇ ਗ੍ਰੈਂਡਸਨ ਸਨ, ਹਰਦੀਪ ਸਿੰਘ ਡਿਬਡਿਬਾ ਦੇ ਬਜ਼ੁਰਗ ਪਹਿਲਾਂ ਹੀ ਸਾਕਾ ਨਨਕਾਣਾ ਸਾਹਿਬ ਦੇ ਵਿੱਚ ਸ਼ਹੀਦ ਹੋਏ ਸੀ। ਔਰ ਮੂਵਮੈਂਟ ਦੇ ਨਾਲ ਵੀ ਹਰਦੀਪ ਸਿੰਘ ਡਿਬਡਿਬਾ ਬੜੇ ਕਲੋਜ਼ਲੀ ਜੁੜੇ ਰਹੇ ਨੇ। ਔਰ ਉਹ ਨੌਜਵਾਨ ਲੜਕਾ ਜਿਹਦਾ ਜੇ ਕੁਛ ਅਰਸਾ ਪਹਿਲਾਂ ਹੀ ਵਿਆਹ ਹੋਇਆ ਸੀ, ਉਸ ਦੀ ਸ਼ਹਾਦਤ ਹੁੰਦੀ ਹੈ ਔਰ ਉਹਨੂੰ ਗੋਲੀ ਮਾਰੀ ਗਈ। ਲੇਕਿਨ ਕਿਵੇਂ ਪੋਸਟਮਾਰਟਮ ਰਿਪੋਰਟਾਂ ਬਦਲੀਆਂ ਗਈਆਂ, ਕਿਵੇਂ ਇਹ ਦੱਸਿਆ ਗਿਆ ਕਿ ਜੀ ਓਵਰ ਸਪੀਡਿੰਗ ਔਰ ਜਿਹੜੇ ਸਟੰਟ ਕਰਦੇ ਨੇ ਉਹਨਾਂ ਨਾਲ ਉਹਨਾਂ ਦੀ ਮੌਤ ਹੋਈ, ਲੇਕਿਨ ਉਸ ਨੂੰ ਜਿਹੜਾ ਗੋਲੀ ਦੇ ਨਾਲ ਮਾਰਿਆ ਗਿਆ। ਔਰ ਕਿਵੇਂ ਡਾਕਟਰ ਖਰੀਦੇ ਜਾਂਦੇ ਨੇ, ਕਿਵੇਂ ਪੋਸਟਮਾਰਟਮ ਰਿਪੋਰਟਾਂ ਬਦਲੀਆਂ ਜਾਂਦੀਆਂ। ਔਰ ਇਹ ਅੱਜ ਦੀ ਪੀਟੀਆਈ ਦੀ ਖਬਰ ਸੀ ਕਿ ਪਿਛਲੇ ਸਾਲ ਰਿਪਬਲਿਕ ਡੇ ਮੌਕੇ ਜੋ ਟਰੈਕਟਰ ਮਾਰਚ ਦੇ ਉਸ ਪੀਰੀਅਡ ਦੇ ਵਿੱਚ ਹੋਇਆ, ਉਹਦੇ 'ਚ ਹੁਣ ਤੱਕ ਪੁਲਿਸ ਵੱਲੋਂ 160 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ। 54 ਕੇਸ ਜਿਹੜੇ ਨੇ ਉਹ ਰਜਿਸਟਰ ਕੀਤੇ ਗਏ ਨੇ। ਔਰ ਇਹ ਜਿਹੜਾ ਅਜੇ ਤੱਕ ਵੀ ਜਿਹੜਾ ਉਹ ਨਾ ਹੀ ਕੇਸ ਵਾਪਸ ਲੈ ਗਏ ਨੇ, ਔਰ ਜਿਹੜੇ 16 ਕੇਸ ਨੇ ਉਹ ਉਹਨਾਂ ਦੀ ਕ੍ਰਿਮੀਨਲ ਬ੍ਰਾਂਚ ਨੇ ਰਜਿਸਟਰ ਕੀਤੇ ਨੇ। ਸੋ ਉਸ ਤੋਂ ਅੰਦਾਜ਼ਾ ਲਾਓ ਕਿ ਇੱਕ ਪਾਸੇ ਜਦੋਂ ਅਸੀਂ ਸਫਰਿੰਗ ਦੀ ਗੱਲ ਕਰਦੇ ਤੇ ਫਿਰ ਇੱਕ ਲੈਵਲ ਤੇ ਨਹੀਂ ਹੈ, ਕਿੰਨੇ ਨੇ ਜਿਹੜੇ ਤਾਂ ਕਈ ਦਿਨ ਪਤਾ ਹੀ ਨਹੀਂ ਸੀ ਕਿ ਕਿੱਥੇ ਨੇ, ਔਰ ਕਿਵੇਂ ਉਹਨਾਂ ਨੂੰ ਤਿਹਾੜ ਜੇਲ੍ਹ 'ਚ ਲਿਜਾ ਕੇ ਟਾਰਚਰ ਕੀਤਾ ਗਿਆ, ਕਿੰਨੀਆਂ ਕਹਾਣੀਆਂ ਬਾਹਰ ਆਈਆਂ ਔਰ ਉਹਦੀ ਕੋਈ ਗੱਲ ਕਰਨ ਨੂੰ ਤਿਆਰ ਨਹੀਂ ਹੈ। ਔਰ ਸਾਡੇ ਭੈਣ ਜੀ ਅਮਨਜੋਤ ਕੌਰ ਉਹਨਾਂ ਨੇ ਇੱਕ ਬਰੀਫ ਸਾਨੂੰ ਲਿਖਤ ਵੀ ਇਸ ਦੇ ਉੱਤੇ ਲਿਖੀ। ਉਹਨਾਂ ਨੇ ਕਿਹਾ ਵੀ ਇਹ ਜਦੋਂ ਅਸੀਂ 26 ਜਨਵਰੀ ਦੀ ਗੱਲ ਕਰ ਰਹੇ ਹਾਂ, ਇਹ 1 ਈਅਰ ਆਫ ਫਾਰਮਰ ਸਕਸੈਸ, ਇਸ ਮੋਰਚੇ ਦੀ ਕਾਮਯਾਬੀ ਦੀ ਕਹਾਣੀ ਵੀ ਹੈ। ਔਰ ਸਿੱਖ ਸ਼ੁੱਡ ਰਿਮੈਂਬਰ ਟਰੈਕਟਰ ਰੈਲੀ ਟੂ ਦਿੱਲੀ ਐਂਡ ਹਾਊ ਦੇ ਹੋਇਸਟਡ ਖਾਲਸਾ ਫਲੈਗ ਐਟ ਰੈੱਡ ਫੋਰਟ। ਉਹ ਅਸੀਂ ਕੱਲ ਵੀ ਜ਼ਿਕਰ ਕੀਤਾ ਸੀ ਕਿ ਸਾਡੀ ਇਹ ਪ੍ਰਾਊਡ ਮੂਮੈਂਟ ਹੈ ਕਿ ਸਰਦਾਰ ਬਘੇਲ ਸਿੰਘ ਤੋਂ ਬਾਅਦ ਇੰਨੇ ਵਰ੍ਹਿਆਂ ਬਾਅਦ 2-2.5 ਸਦੀਆਂ ਬਾਅਦ ਇਹ ਸਾਡੇ ਜੁਗਰਾਜ ਸਿੰਘ ਔਰ ਸੈਂਕੜਿਆਂ ਨੌਜਵਾਨ ਅੱਜ ਵੀ ਜਦੋਂ ਤੁਸੀਂ ਉਹ ਕੰਪਲੈਕਸ ਦੇਖਦੇ ਹੋ ਉਸ ਦੇ ਰੈੱਡ ਫੋਰਟ ਦੇ ਸਾਹਮਣੇ ਉਹ ਭਰਿਆ ਹੋਇਆ, ਔਰ ਇਵੇਂ ਲੱਗਦਾ ਕਿ ਸੱਚਮੁੱਚ ਹੀ ਕਦੇ 30,000 ਖਾਲਸਾ ਫੌਜ ਨੇ 1783 ਚ ਕੇਸਰੀ ਲਹਿਰਾਇਆ ਸੀ ਕਿ ਉਹ ਲਹਿਰਾ ਰਹੇ ਨੇ। ਔਰ ਉਹਨਾਂ ਨੇ ਕਿਹਾ ਕਿ देयर ਸੈਕਰੀਫਾਈਸ ਇਜ਼ ਪੇਡ ਆਫ। ਫਿਰ ਉਹਨਾਂ ਨੇ ਕਿਹਾ ਕਿ ਰਿਮੈਂਬਰ ਮਾਰਟੀਅਰਸ ਆਫ ਟਰੈਕਟਰ ਰੈਲੀ ਲਾਸਟ ਈਅਰ ਕਿਲਡ ਬਾਈ ਦਿੱਲੀ ਪੁਲਿਸ, ਨਵਰੀਤ ਸਿੰਘ ਦਾ ਅਸੀਂ ਜ਼ਿਕਰ ਕੀਤਾ ਹੈ। देयर ਸੈਕਰੀਫਾਈਸ ਇਜ਼ ਪੇਡ ਆਫ, they reclaimed republic and got farm laws repealed. 1 year later farmers are winners। ਕਿ ਅੱਜ ਅਸੀਂ 1 ਸਾਲ ਬਾਅਦ ਜਦੋਂ ਇਸ ਦੀ ਗੱਲ ਕਰ ਰਹੇ ਹਾਂ ਤੇ ਇਹ ਜੇਤੂ ਹੋਣ ਦੇ ਵਿੱਚ ਇਹਨਾਂ ਦਾ ਸਭ ਤੋਂ ਵੱਡਾ ਰੋਲ ਹੈ। ਔਰ ਇਸ ਸਾਰੇ ਦੇ ਚੱਲਦੇ ਹਾਂ ਅਸੀਂ ਇਹ ਵੀ ਦੇਖ ਰਹੇ ਹਾਂ ਵੀ ਦਿੱਲੀ 'ਚ ਵੀ ਜਿਹੜੇ ਫੋਕੇ ਟਸ਼ਨ ਹਰ ਸਾਲ ਇਹ ਕਰਦੇ ਨੇ, ਇਸ ਵਾਰ ਵੀ ਕੀਤੇ। ਔਰ 1-2 ਸਾਲ ਤਾਂ ਇਹਨਾਂ ਨੇ ਸਿੱਖ ਰੈਜੀਮੈਂਟ ਗਾਇਬ ਕਰ ਦਿੱਤੀ ਸੀ, ਪਰ ਹੁਣ ਉਹਨਾਂ ਨੂੰ ਲੱਗਿਆ ਕਿ ਭਾਈ ਇਹ ਦੱਸਣ ਦੇ ਲਈ ਕਿ ਨਹੀਂ ਅਸੀਂ ਜਿਹੜਾ, ਔਰ ਅਸੀਂ ਉਦੋਂ ਵੈਲਕਮ ਕੀਤਾ ਸੀ, ਚੰਗਾ ਅਸੀਂ ਜਿਹੜਾ ਬਿਲੋਂਗ ਹੀ ਨਹੀਂ ਕਰਦੇ ਤੁਹਾਨੂੰ। ਪਰ ਇਸ ਵਾਰ ਉਹਨਾਂ ਨੇ ਇਸ ਗੱਲ ਨੂੰ ਯਕੀਨੀ ਬਣਾਇਆ, ਜਿਵੇਂ ਅਸੀਂ ਕੱਲ ਵੀ ਜ਼ਿਕਰ ਕੀਤਾ ਸੀ ਕਿ ਜੇ ਪੰਜਾਬ ਦਾ ਫਲੋਟ ਵੀ ਰੱਖਿਆ ਔਰ ਭਗਤ ਸਿੰਘ ਔਰ ਰਾਜਗੁਰੂ ਸੁਖਦੇਵ ਉਦੋਂ ਜਿਹੜਾ ਉਹ ਨੈਸ਼ਨਲਿਸਟਿਕ ਟਿੰਜ ਦੇਣ ਦੀ ਕੋਸ਼ਿਸ਼ ਕੀਤੀ। ਉੱਤਰਾਖੰਡ ਉਸ ਦੇ ਫਲੋਟ ਦੇ ਵਿੱਚ ਹੇਮਕੁੰਟ ਸਾਹਿਬ ਦੀ ਜਿਹੜੀ ਹੈ ਉਹ ਵੱਡਾ ਉਹਦਾ ਮਾਡਲ ਬਣਾਇਆ, ਪਿੱਛੇ ਬਦਰੀਨਾਥ ਨਾਲ ਹਿੰਦੂਤਵ ਵੀ ਬਣਾ ਕੇ ਜੋੜਿਆ। ਪਰ ਸਾਡੇ ਵੀਰ ਨਵਰੂਪ ਸਿੰਘ ਜਿਹੜੇ ਸਾਨੂੰ ਇਨਫੋਰਮਡ ਰੱਖਦੇ ਨੇ, ਉਹਨਾਂ ਨੇ ਕਿਹਾ ਸੀ ਜੀ ਕੋਈ ਗੱਲ ਨਹੀਂ, ਚੰਗੀ ਗੱਲ ਹੈ, ਇਹਦੇ ਨਾਲ ਇਹ 18,000 ਫੀਟ ਦੇ ਉੱਤੇ ਮੌਜੂਦ ਹੈ ਉੱਤਰਾਖੰਡ 'ਚ ਕਿ ਸਾਡੀਆਂ ਬਾਉਂਡਰੀਜ਼ ਖਾਲਿਸਤਾਨ ਦੀਆਂ ਵੀ ਜਿਹੜੀਆਂ ਉੱਥੋਂ ਤੱਕ ਸਾਡਾ ਕਲੇਮ ਪਹੁੰਚ ਜਾਂਦਾ। ਉਹਨਾਂ ਨੇ ਕਿਹਾ ਜੀ ਹੋਰ ਬਣਾਓ ਉੱਥੇ ਜਾ ਕੇ ਗੁਰਦੁਆਰੇ ਤਾਂ ਕਿ ਚੀਨ ਦੇ ਨਾਲ ਵੀ ਸਾਡਾ ਸੰਬੰਧ ਜੁੜਦਾ ਤੇ ਸਾਡਾ ਕਲੇਮ ਵੀ। ਦਿਸ ਇਜ਼ ਪੋਜ਼ਿਟਿਵ ਸਾਈਡ ਆਫ ਦਾ ਸਟੋਰੀ।
ਔਰ ਇਹ ਦਰਸ਼ਕ ਜੇ ਸਾਡੀ ਟੀਮ ਨੇ ਉਹ ਪਿਕਚਰਸ ਕੱਢੀਆਂ ਹੋਣ ਦਿਖਾ ਰਹੇ ਨੇ ਕਿ ਇਹ ਜਿਹੜੀਆਂ ਨੇ ਵੱਡੀਆਂ ਮਾਰਚਿੰਗ ਔਰ ਉਹਦੇ 'ਚ ਵੱਡਾ ਜੁਮਲੇਬਾਜ਼ ਔਰ ਮਦਾਰੀ ਕੌਣ ਹੋ ਸਕਦਾ ਹੈ? ਨਰਿੰਦਰ ਮੋਦੀ। ਅੱਛਾ ਉਹਨੇ ਜਿਹੜਾ ਆਪਣਾ ਪੂਰਾ ਡਰਾਮਾ ਕੀਤਾ ਔਰ ਉਹਦਾ ਪਹਿਰਾਵਾ ਜਿੱਥੇ ਹੁਣ ਤੁਸੀਂ ਦੇਖੋ ਵੀ ਕਿਵੇਂ ਇੱਕ ਪਾਸੇ ਇਹ ਸਾਰੇ ਮੁਲਕ ਦੀ ਗੱਲ ਕਰਨ ਲਈ ਆਪਣੇ ਆਪ ਨੂੰ ਕਹਿੰਦੇ ਨੇ ਜੀ ਅਸੀਂ ਦਾਅਵੇਦਾਰ ਹਾਂ, ਅਸੀਂ ਰਿਪਰੈਜ਼ੈਂਟ ਕਰਦੇ ਹਾਂ, ਪਰ ਕਿਵੇਂ ਇਹਨਾਂ ਦੇ ਸਾਹਮਣੇ ਸਿਰਫ ਤੇ ਸਿਰਫ ਚੋਣਾਂ ਜਿੱਤਣਾ ਇਹਨਾਂ ਦਾ ਏਜੰਡਾ ਹੁੰਦਾ ਹੈ। ਅੱਛਾ ਹੁਣ ਉੱਤਰਾਖੰਡ 'ਚ ਵੀ ਚੋਣਾਂ ਨੇ ਔਰ ਮਨੀਪੁਰ 'ਚ ਵੀ ਨੇ। ਹੁਣ ਜਿਹੜੀ ਟੋਪੀ ਮੋਦੀ ਨੇ ਪਾਈ ਹੋਈ ਹੈ, ਇੱਕ ਤਾਂ ਜੇ ਤੁਸੀਂ ਸਾਈਡ ਤੋਂ ਦੇਖੋ ਮੈਨੂੰ ਤਾਂ ਲੱਗਾ ਪਹਿਲਾਂ ਕਿ ਵੀ ਇਹ ਸੁਭਾਸ਼ ਚੰਦਰ ਬੋਸ ਬਣਿਆ ਹੋਇਆ, ਵੀ ਜਿਵੇਂ ਬੰਗਾਲ ਦੀਆਂ ਚੋਣਾਂ ਜਿੱਤਣ ਲਈ ਤਾਂ ਟੈਗੋਰ ਬਣਿਆ ਹੋਇਆ ਸੀ, ਵਾਲ ਵਧਾ ਕੇ ਦਾੜੀ ਵਧਾ ਕੇ, ਪਰ ਉੱਥੇ ਤਾਂ ਉਹਨੇ ਮਮਤਾ ਬੈਨਰਜੀ ਨੇ ਕੈਂਚੀ ਦੀ ਚੱਪਲ ਦੇ ਨਾਲ ਹੀ ਦੌੜਾ ਦਿੱਤਾ। ਹੁਣ ਮੈਨੂੰ ਸੀ ਵੀ ਇਹ ਸ਼ਾਇਦ ਟੇਢੀ ਜਿਹੀ ਟੋਪੀ ਕਰਕੇ ਉਦੋਂ ਵਾਰ ਮੈਮੋਰੀਅਲ 'ਚ ਗਿਆ, ਪਰ ਬਾਅਦ ਜਦੋਂ ਮੈਂ ਡੀਟੇਲ ਦੇਖੀ ਤੇ ਇਹ ਕੇਦਾਰਨਾਥ ਮੰਦਿਰ ਜਿਹੜਾ ਉੱਤਰਾਖੰਡ ਜਾਂ ਦੂਜੇ 'ਚ ਹੈ ਉਹਦੇ 'ਚ ਭੇਟ ਕੀਤੀਆਂ ਜਾਂਦੀਆਂ ਨੇ ਜਾਂ ਜਿਹੜੇ ਲੋਕ ਵੀ ਨੇ, ਸੋ ਉਸ ਦੇ ਉੱਤੇ ਜਿਹੜੀ ਆ ਉਹਨੇ ਟੋਪੀ ਉੱਤਰਾਖੰਡੀ ਪਾਈ ਹੋਈ ਹੈ ਔਰ ਉਸ ਦੇ ਅੱਗੇ ਜਿਹੜਾ ਫੁੱਲ ਲੱਗਾ ਹੋਇਆ ਹੈ ਉਹ ਲੋਟਸ ਕਮਲ ਫੁੱਲ ਜਿਹੜਾ ਉਹਨਾਂ ਦਾ ਨੈਸ਼ਨਲ ਫਲਾਵਰ ਹੈ ਉੱਤਰਾਖੰਡ ਦਾ। ਸੋ ਹੁਣ ਉਹ ਉੱਤਰਾਖੰਡ ਵਾਲਿਆਂ ਨੂੰ ਦੱਸ ਰਿਹਾ ਕਿ ਜੀ ਦੇਖੋ ਮੈਂ ਤੁਹਾਨੂੰ, ਤੇ ਗਲ ਦੇ ਵਿੱਚ ਜਿਹੜਾ ਉਹਨੇ ਮਫਲਰ ਪਾਇਆ ਹੋਇਆ ਹੈ, ਮੈਂ ਕਿਹਾ ਕਿ ਵੀ ਇਹ ਇਹਨਾਂ ਦਾ ਉਹ ਨਹੀਂ ਲੱਗਦਾ ਜਿਹੜਾ ਪਟਾ ਜਿਹਾ ਹਰ ਇੱਕ ਦੇ ਗਲ 'ਚ ਪਾਉਂਦੇ ਨੇ। ਉਹ ਬਾਅਦ 'ਚ ਆਇਆ ਕਿ ਜੀ ਉਹ ਜਿਹੜੇ ਮਨੀਪੁਰ ਦੇ ਵਿੱਚ ਵੀ ਇਲੈਕਸ਼ਨਾਂ ਹੋ ਰਹੀਆਂ, ਇਹ ਮਨੀਪੁਰੀਆਂ ਦਾ ਡਰੈਸ ਹੈਗਾ, ਸੋ ਉਹ ਪਾ ਕੇ ਆ ਗਿਆ। ਬਿਲਕੁਲ ਮਤਲਬ ਇਹਨੂੰ ਵੈਰਾਈਟੀ ਸ਼ੋਅ ਵਾਲੇ ਕਿਉਂ ਨਹੀਂ ਹਾਇਰ ਕਰਦੇ ਇਹਨੂੰ, ਇਹ ਜਿਹੜਾ ਇਸ ਕਿਸਮ ਦਾ ਨੌਟੰਕੀ ਮਾਸਟਰ। ਔਰ ਇਹ ਸਾਰਿਆਂ ਨੂੰ ਇਹ ਕਹਿ ਰਿਹਾ ਕਿ ਵੀ ਉਹਨੂੰ ਜਿਹੜਾ ਬ੍ਰਹਮ ਕਮਲ ਇਹ ਉਹਨਾਂ ਦਾ ਫਲਾਵਰ ਹੈ ਨੈਸ਼ਨਲ ਉੱਤਰਾਖੰਡ ਦਾ, ਉਹਦੀ ਟੋਪੀ ਦੇ ਉੱਤੇ ਜਿਹੜਾ ਉਸ ਦਾ ਕਰੋਸ਼ੀਏ ਨਾਲ ਕੱਢਿਆ ਹੋਇਆ, ਤੇ ਮਨੀਪੁਰ ਦਾ ਜਿਹੜਾ ਉਹ ਸਟੋਲ ਉਹਨੂੰ ਕਹਿੰਦੇ ਨੇ ਜਿਹੜਾ ਗਲ ਦੇ ਵਿੱਚ ਉਹਨੇ ਪਟਾ ਜਿਹਾ ਪਾਇਆ ਹੋਇਆ ਕਿ ਜੀ ਇਹ ਮਨੀਪੁਰੀ ਹੈ। ਹੁਣ ਇਸ ਸਾਰੇ ਦੇ ਚੱਲਦੇ ਆ, ਹਾਲਾਂ ਇਹਨਾਂ ਦੇ ਜਲੂਸ ਵੀ ਨਿਕਲਣੇ ਨੇ। ਕੇਰਲਾ ਮਿਨਿਸਟਰ ਅਨਫਰਜ਼ ਨੈਸ਼ਨਲ ਫਲੈਗ ਅਪਸਾਈਡ ਡਾਊਨ, ਕੇਰਲਾ ਦਾ ਮੰਤਰੀ ਜਿਹੜਾ ਉਹ ਚਲਾ ਰਿਹਾ ਤੇ ਪੁੱਠਾ ਹੈ, ਇਹਨਾਂ ਦਾ ਹੋਣਾ ਹੀ ਕੰਮ ਪੁੱਠਾ ਹੈ ਵੈਸੇ, ਔਰ ਇਹ ਬੀਜੇਪੀ ਕਹਿ ਰਹੀ ਹੈ ਜੀ ਇਹਨੇ ਤੇ ਤੁਸੀਂ ਕਰੋ। ਲੇਕਿਨ ਮੈਂ ਜਿੱਥੇ ਪੰਜਾਬ ਦੇ ਬੇਗੈਰਤ ਇਹਨਾਂ ਪਗੜੀਧਾਰੀ ਵਿਖੇ ਹੋਇਆਂ ਦੀ ਗੱਲ ਕਰਦਾ, ਮੈਂ ਸਮਝਦਾ ਵੀ ਇਹ ਬੰਗਾਲ ਦੀ ਧਰਤੀ ਦੇ ਬਾਵਜੂਦ ਕਿ ਵਿੱਚ ਉਹਨਾਂ ਨੇ ਐਕਸਪੈਰੀਮੈਂਟ ਕਮਿਊਨਿਜ਼ਮ ਨਾਲ ਵੀ ਕੀਤਾ, ਦੂਜਾ ਵੀ ਕੀਤਾ। ਹੁਣ ਪੰਜਾਬ ਦੇ ਵਿੱਚ ਤਾਂ ਜਿਹਨਾਂ ਤੇ ਮੈਂ ਨਾਂ ਨਹੀਂ ਲਵਾਂਗਾ, ਜਿਹਨਾਂ 3-4 ਨੂੰ ਪਦਮ ਸ਼੍ਰੀ ਤੇ ਦੂਜਾ ਦਿੱਤਾ, ਉਹ ਤਾਂ ਇੱਕ ਦੂਜੇ ਨੂੰ ਵਧਾਈਆਂ ਦੇਣ ਤੇ ਲੱਗੇ ਹੋਏ ਨੇ। ਹਾਲਾਂ ਮੈਨੂੰ ਯਾਦ ਹੈ ਇੱਕ ਕਾਰ ਸੇਵਾ ਵਾਲੇ ਸੰਤ ਜਿਨ੍ਹਾਂ ਨੇ ਖਾਲਿਸਤਾਨ ਦੀ ਮੂਵਮੈਂਟ ਦੇ ਦੌਰਾਨ ਵੀ ਜਿਨ੍ਹਾਂ ਨੂੰ ਟਾਰਚਰ ਕੀਤਾ ਸੀ ਅਜੀਤ ਸੰਧੂ ਨੇ, ਸੋ ਕੈਲੀਫੋਰਨੀਆ ਇੱਕ ਘਰ ਦੇ ਵਿੱਚ ਉਹਨਾਂ ਦੇ ਨਾਲ ਮੁਲਾਕਾਤ ਹੋਈ, ਹੋਰ ਵੀ ਸੱਜਣ ਆਏ ਹੋਏ ਸੀ, ਔਰ ਉਹਨਾਂ ਨੂੰ ਕੁਝ ਵਕਤ ਪਹਿਲਾਂ ਹੀ ਪਦਮ ਸ਼੍ਰੀ ਦਾ ਜਿਹੜਾ ਅਵਾਰਡ ਦਿੱਤਾ ਗਿਆ ਸੀ। ਤੇ ਜਿਹੜੇ ਉਹਨਾਂ ਦੇ ਇੱਕ ਦੋ ਉੱਥੇ ਬੈਠੇ ਸੀ ਉਹਨਾਂ ਦੇ ਪ੍ਰਸ਼ੰਸਕ, ਉਹ ਬੜੇ ਫਖਰ ਦੇ ਨਾਲ ਉਹਨਾਂ ਨੂੰ ਇੰਟਰੋਡਿਊਸ ਕਰਵਾਉਣ ਕੇ ਜੀ ਇਹ ਪਦਮ ਸ਼੍ਰੀ ਸੰਤ ਫਲਾਣਾ ਸਿੰਘ ਜੀ ਨੇ, ਤੇ ਮੇਰੇ ਤੋਂ ਰਿਹਾ ਨਹੀਂ ਗਿਆ। ਮੈਂ ਕਿਹਾ ਜੀ ਇਹਨਾਂ ਦੀ ਇੰਨੀ ਕੁ ਸੇਵਾ ਹੈ, ਮੂਵਮੈਂਟ 'ਚ ਵੀ ਇਹਨਾਂ ਨੇ ਸਫ਼ਰ ਕੀਤਾ, ਔਰ ਹੁਣ ਵੀ ਜੋ ਕੁਝ ਉਹ ਕਰ ਰਹੇ ਨੇ ਕੁਦਰਤ ਦੇ ਨੇੜੇ ਲਿਜਾ ਰਹੇ ਨੇ। ਗਵਾਲੀਅਰ ਦਾ ਗੁਰਦੁਆਰਾ ਸਾਹਿਬ ਹੋਏ, ਪਾਕਿਸਤਾਨ 'ਚ ਕਰਤਾਰਪੁਰ ਸਾਹਿਬ ਨੂੰ ਲੈ ਕੇ ਵੀ ਉਹਨਾਂ ਦੀ ਬਹੁਤ ਵੱਡੀ ਸੇਵਾ ਹੈ। ਮੈਂ ਕਿਹਾ ਇਹਨਾਂ ਦਾ ਰੁਤਬਾ ਜਿਹੜਾ ਇਹ ਪਦਮ ਸ਼੍ਰੀ ਇਹ ਜਿਹੜਾ ਸਰਕਾਰੀ ਇਹਨੂੰ ਲੈ ਕੇ ਨੀਵਾਂ ਨਾ, ਉਹ ਬੜਾ ਸ਼ਰਮਿੰਦਾ ਜਿਹਾ ਹੋਇਆ। ਪਰ ਮੈਂ ਸਮਝਦਾ ਵੀ ਸਾਡੇ ਤਾਂ ਇੱਕ ਪਾਸੇ ਇਸ ਕਿਸਮ ਦੇ ਲੋਕ, ਈਵਨ ਨਿਰਮਲ ਸਿੰਘ ਕੀਰਤਨੀਆ ਦਰਬਾਰ ਸਾਹਿਬ ਦੇ, ਹਾਲਾਂਕਿ ਕੀਰਤਨ ਉਹਨਾਂ ਦਾ ਲਾਜਵਾਬ ਸੀ, ਹਾਲਾਂ ਵਿਚਾਰਿਆਂ ਨੂੰ ਰੋਲਿਆ ਹੀ ਉਹਨਾਂ ਦੀ, ਜਿਹਨੂੰ ਕਹਿੰਦਾ ਵੀ ਤੇਰਾ ਮੁਰਦਾ ਖਰਾਬ ਕਰਨ ਵਾਲੀ ਗੱਲ ਸੀ। ਲੇਕਿਨ ਮੈਨੂੰ ਦੁੱਖ ਹੁੰਦਾ ਸੀ ਜਦੋਂ ਉਹਨਾਂ ਨੂੰ ਇੰਟਰੋਡਿਊਸ ਕਰਾਉਣ ਕਹਿੰਦੇ ਸੀ ਪਦਮ ਸ਼੍ਰੀ ਭਾਈ ਨਿਰਮਲ ਸਿੰਘ ਹੁਣ ਕਰਨਗੇ। ਗੁਰੂ ਦਰਬਾਰ ਸਾਹਿਬ, ਗੁਰੂ ਰਾਮਦਾਸ ਦੇ ਦਰਬਾਰ 'ਚ ਕੀਰਤਨ ਤੋਂ ਵੱਡਾ ਕਿਹੜਾ ਰੁਤਬਾ ਹੈ, ਔਰ ਇਹ ਕਿਸ ਲੈਵਲ ਦੇ ਇਹ ਲੈ ਕੇ ਤੇ ਕੀ ਕਰਦੇ ਨੇ। ਔਰ ਮੈਂ ਜਦੋਂ ਬੰਗਾਲੀਆਂ ਦੀ ਅਣਖ ਦੀ ਗੱਲ ਕਰਦਾ, ਕੱਲ ਅਸੀਂ ਗੱਲ ਕੀਤੀ ਸੀ ਕਿ ਜਿਹੜਾ ਸਾਬਕਾ ਚੀਫ ਮਿਨਿਸਟਰ, ਲਾਸਟ ਚੀਫ ਮਿਨਿਸਟਰ ਸੀ CPIM ਦਾ, ਮਿਸਟਰ ਬੁੱਧਦੇਵ ਭੱਟਾਚਾਰੀਆ, ਬਜ਼ੁਰਗ ਹੈ, ਬਿਮਾਰ ਹੈ, ਉਹਨੇ ਨਾ ਕਰ ਦਿੱਤੇ, ਉਹਨੇ ਕਿਹਾ ਵੀ ਆਪਣੇ ਕੋਲ ਹੀ ਰੱਖੋ ਤੁਹਾਡੇ ਦਿੱਤੇ BJP ਦੇ ਅਵਾਰਡ। ਪਰ ਮੈਂ ਅੱਜ ਦੇਖਿਆ ਕਿ 2 ਹੋਰ ਜਿਨ੍ਹਾਂ ਬੰਗਾਲੀਆਂ ਨੂੰ ਪਦਮ ਸ਼੍ਰੀ ਦਿੱਤਾ ਗਿਆ ਸੀ, ਉਹਨਾਂ 'ਚੋਂ ਉਹਨਾਂ ਦੀ ਵੱਡੀ ਫਿਲਮੀ ਗਾਇਕਾ ਵੀ ਰਹੀ ਹੈ ਸੰਧਿਆ ਮੁਖਰਜੀ, ਔਰ ਤਬਲਾ ਵਾਦਕ ਪੰਡਤ ਅਨਿੰਦਿਆ ਚੈਟਰਜੀ, ਉਹਨਾਂ ਦੋਨਾਂ ਨੇ ਵੀ ਨਾ ਕੀਤੀ। ਉਹਨਾਂ ਨੇ ਕਿਹਾ ਵੀ ਇਹ ਕੋਲ ਹੀ ਰੱਖੋ, ਇਹ ਸਾਨੂੰ ਤੁਹਾਡੇ ਦੀ ਲੋੜ ਨਹੀਂ ਹੈ, ਅਸੀਂ ਲੋਕਾਂ ਦੇ ਦਿਲਾਂ 'ਚ ਵਸਦੇ। ਸੋ ਮੈਂ ਸਮਝਦਾ ਵੀ ਇਹ ਗੈਰਤ ਔਰ ਅਣਖ ਇਸ ਨੂੰ ਕਹਿੰਦੇ ਨੇ। ਔਰ ਅੱਜ ਜਿਨ੍ਹਾਂ ਦੇ ਹੱਥ 'ਚ ਪਾਵਰ ਆਈ ਹੋਈ ਹੈ, ਕਿਸ ਹੱਦ ਦੇ ਤੱਕ ਜਾ ਕੇ ਕੀ ਘਟਿਆ ਇਹਨਾਂ ਦਾ। ਔਰ ਸ਼ੁਰੂਆਤ ਤਾਂ
ਹੁਣ ਤਾਂ ਤੁਸੀਂ ਇਹ ਦੇਖੋ ਵੀ ਇਹ ਤਾਂ ਹੈ ਹੀ ਕ੍ਰਿਮੀਨਲ ਨੇ ਦੋਨੋਂ ਹੀ, ਜੀ ਹੋਮ ਮਿਨਿਸਟਰ ਅਮਿਤ ਸ਼ਾਹ ਔਰ ਮੋਦੀ, ਜਿਹੜਾ 2002 ਚ ਚੀਫ ਮਿਨਿਸਟਰ ਸੀ ਗੁਜਰਾਤ ਦਾ। ਲੇਕਿਨ ਜਦੋਂ ਗਾਂਧੀ, ਨਹਿਰੂ, ਪਟੇਲ ਔਰ ਮੌਲਾਨਾ ਅਬੁਲ ਕਲਾਮ ਆਜ਼ਾਦ ਜਾਂ ਡਾਕਟਰ ਅੰਬੇਦਕਰ ਇਸ ਲੈਵਲ ਦੇ ਲੀਡਰਸ਼ਿਪ ਮੌਜੂਦ ਸੀ, ਜਦੋਂ ਕਿ ਫਰੀडम ਆਫ ਇੰਡੀਆ ਐਕਟ ਬ੍ਰਿਟਿਸ਼ ਹਾਊਸ ਆਫ ਕਾਮਨਸ ਚ ਪੇਸ਼ ਹੁੰਦਾ ਹੈ ਔਰ ਜਿਹੜੀ ਹੈ ਭਾਰਤ ਨੂੰ, ਸਬ ਕੰਟੀਨੈਂਟ ਨੂੰ 2 ਹਿੱਸਿਆਂ 'ਚ ਵੰਡਣ ਦਾ ਫੈਸਲਾ ਹੁੰਦਾ ਹੈ। ਹੁਣ ਵਿੰਸਟਨ ਚਰਚਲ ਜਿਹੜਾ ਇੱਕ ਬਹੁਤ ਵੱਡਾ ਜਿਹੜਾ ਇਕੱਲਾ ਇਹੀ ਨਹੀਂ ਕਿ ਉਹਦੀ ਲੀਡਰਸ਼ਿਪ ਨੇ ਸੈਕੰਡ ਵਰਲਡ ਵਾਰ ਦੇ ਵਿੱਚ ਕਿਵੇਂ ਜਿੱਤ ਹਾਸਲ ਕਰਵਾਈ, ਲੀਡਰਸ਼ਿਪ ਤਾਂ ਇਹੀ ਹੁੰਦੀ ਹੈ। ਹਾਲਾਂ ਜਰਮਨ ਕਿੱਥੋਂ ਤੱਕ ਪਹੁੰਚ ਗਿਆ ਸੀ, ਪਰ ਉਸ ਜ਼ਮਾਨੇ 'ਚ ਚਰਚਲ ਨੇ ਕਿੰਨਾ ਮਨੋਬਲ ਆਪਣੇ ਲੋਕਾਂ ਦਾ, ਇਤਿਹਾਦੀਆਂ ਦਾ ਕਾਇਮ ਰੱਖਿਆ ਕਿ ਉਸ ਜ਼ਮਾਨੇ 'ਚ ਉਹ ਸਬ ਕੰਟੀਨੈਂਟ ਦੇ ਵਿੱਚ ਜਿੰਨੀ ਪੋਜ਼ਿਟਿਵਨੈਸ ਚਰਚਲ ਕ੍ਰੀਏਟ ਕਰਦਾ ਸੀ, ਉਹਦੇ 'ਚ ਉੱਥੇ ਕਪਰੇਟ ਕਿਹਾ ਜਾਂਦਾ ਸੀ ਕਿ ਕਦਮ ਜਰਮਨ ਕਾ बढ़ता है, जीत अंग्रेज की होती है। ਕਿਉਂਕਿ ਉਹ ਜਰਮਨ ਵੱਧ ਰਿਹਾ ਸੀ ਸਾਰੇ ਪਾਸੇ, ਜਾਪਾਨੀ ਕਿੱਥੇ ਬਰਮਾ ਤੱਕ ਪਹੁੰਚ ਗਏ ਸੀ, ਅੰਡੇਮਾਨ ਨਿਕੋਬਾਰ ਤੱਕ। ਜਰਮਨ ਫੌਜਾਂ ਉਹਨਾਂ ਨੇ ਫਰਾਂਸ, ਪੋਲੈਂਡ ਰੌਂਦ ਕੇ ਮਾਸਕੋ ਤੱਕ ਪਹੁੰਚ ਗਏ ਸੀ। ਲੇਕਿਨ ਇਹ ਉਹੀ ਚਰਚਲ ਸੀ, ਜਦੋਂ ਅਸੀਂ ਅੱਜ ਉੱਥੇ ਉਹ ਘਟੀਆ ਜਿਹੇ ਅਨਪੜ੍ਹ ਭੁੱਖੇ ਲੋਕ, ਜਦੋਂ ਕੋਈ ਕਿਸੇ ਨੂੰ ਸੀਟ ਮਿਲ ਜਾਂਦੀ ਹੈ, ਟਿਕਟ ਮਿਲ ਜਾਂਦਾ, ਉੱਥੋਂ ਬੈਠੇ ਐਂ ਕਰ ਰਹੇ ਹੁੰਦੇ ਐ ਵਿਕਟਰ। ਹੁਣ ਇਹ ਚਰਚਲ ਨੇ ਸਭ ਤੋਂ ਪਹਿਲਾਂ, ਜਿਸ ਜ਼ਮਾਨੇ ਦੇ ਵਿੱਚ ਲੰਡਨ ਦੇ ਉੱਤੇ ਬੰਬ ਪੈ ਰਹੇ ਸੀ ਜਰਮਨੀ ਦੇ ਜਾਂ ਦੂਜਿਆਂ ਦੇ, ਚਰਚਲ ਨੇ ਇਹ ਸਾਈਨ ਵਿਕਟਰੀ ਦਾ ਕਿ ਅਸੀਂ ਅਲਟੀਮੇਟਲੀ ਜਿੱਤਾਂਗੇ। ਲੋਕਾਂ ਦੇ ਪਹਿਰਾਵਿਆਂ ਦੇ ਵਿੱਚ ਵੀ ਸ਼ੇਪ ਸ਼ਰਟਸ, ਉਹਨਾਂ ਦੇ ਦਰਵਾਜ਼ੇ, ਉਹਨਾਂ ਦੇ ਸਿੰਬਲ, ਇਹ ਹੈ ਜਦੋਂ ਅਸੀਂ ਵਾਰ ਆਫ ਨਰਵਸ ਦੀ ਗੱਲ ਕਰਦੇ ਹਾਂ ਕਿ ਅਪਬੀਟ ਸਪਿਰਿਟ। ਸੋ ਉਹ ਚਰਚਲ ਜਿਹਨੇ ਲੀਡ ਕੀਤਾ ਔਰ ਜਰਮਨ ਔਰ ਫਾਸ਼ਿਸਟ ਇਟਲੀ ਨੂੰ ਹਰਾਇਆ। ਇਸ ਦੇ ਨਾਲ ਅਸੀਂ ਦੇਖਦੇ ਹਾਂ ਕਿ ਲਿਟਰੇਚਰ ਦੀ ਦੁਨੀਆ ਦੇ ਵਿੱਚ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਉਹਨੇ ਵਰਲਡ ਹਿਸਟਰੀ ਲਿਖੀ ਚਰਚਲ ਨੇ, ਔਰ ਨੋਬਲ ਪ੍ਰਾਈਜ਼ ਉਹਨੂੰ ਮਿਲਿਆ ਲਿਟਰੇਚਰ ਦੇ ਵਿੱਚ। ਹੁਣ ਜਿਹੜੀ ਗੱਲ ਅਸੀਂ ਕਰ ਰਹੇ ਹਾਂ ਅੱਜ, ਜਿਹੜੇ ਪੁੱਠੀਆਂ ਛਾਲਾਂ ਮਾਰ ਰਹੇ ਨੇ, ਉੱਥੇ ਉਧਾਰ ਲੈ ਪੈਸੇ ਖਰਚ ਕੇ ਕੋਈ ਇਧਰੋਂ ਉਧਰੋਂ ਜਿਹੜੇ 4 ਹਥਿਆਰ ਦਿਖਾ ਕੇ ਜੀ ਭਾਰਤ ਬੜੀ ਸੁਪਰ, ਉੱਥੋਂ ਰਿਪਬਲਿਕ ਡੇ ਤੋਂ ਦੱਸ ਤਾਂ ਦਿੰਦੇ ਕਿ ਵੀ ਅਜੇ ਚੀਨ ਨੇ ਜੁੱਤੀਆਂ ਮਾਰੀਆਂ ਨੇ। ਪਹਿਲਾਂ ਤਾਂ 62 ਦੀ ਗੱਲ ਕਰਦੇ ਸੀ, ਹੁਣ ਤਾਂ 2020 ਚ ਪਹਿਲਾਂ ਉਹ ਜਿਹੜੀ 1000 ਸਕੁਅਰ ਕਿਲੋਮੀਟਰ ਟੈਰੀਟਰੀ ਤੁਸੀਂ ਉਹ ਸਾਰੀ ਉੱਥੇ ਗਵਾਈ ਹੈ, ਉਹ ਤਾਂ ਵਾਪਸ ਲੈ ਲਓ ਆਪਣਾ। ਉਹ ਦਿਖਾ ਕੇ ਨੂੰ ਰਹੇ ਹੋ ਜਿਵੇਂ ਉਹ ਬੱਚੇ ਹੁੰਦੇ ਨੇ ਦੀਵਾਲੀ ਵਾਲੇ ਦਿਨ ਕੋਈ ਫੁੱਲਝੜੀ ਚਲਾ ਰਿਹਾ ਹੁੰਦਾ ਤਾਂ ਦੂਜਾ ਇੱਕ ਗੱਠ ਪਟਾਕਾ ਕੱਢ ਕੇ ਮਾਰ ਕੇ ਦੱਸਦਾ ਵੀ ਮੇਰੇ ਕੋਲ ਵੱਡਾ ਪਟਾਕਾ ਹੈ। ਉਹ ਬੱਚਿਆਂ ਦੀ ਖੇਡ ਹੈ ਵੀ ਤੁਸੀਂ ਕੀ, ਤੁਹਾਡੀ ਔਕਾਤ ਕੀ ਹੈ। ਪਰ ਜਿਹੜੀ ਮੈਂ ਚਰਚਲ ਵੱਲ ਜਦੋਂ, ਕਿਉਂਕਿ ਸੈਕੰਡ ਵਰਲਡ ਵਾਰ ਐਂਡ ਹੋਣ ਤੋਂ ਬਾਅਦ ਜਿਹੜੀਆਂ ਇਲੈਕਸ਼ਨਸ ਯੂਕੇ 'ਚ ਹੋਈਆਂ, ਚਰਚਲ ਬਜ਼ੁਰਗ ਵੀ ਹੋ ਗਿਆ ਸੀ, ਬਿਮਾਰ ਵੀ ਰਹਿਣ ਲੱਗ ਗਿਆ ਸੀ, ਔਰ ਉਹਦੀ ਪਾਰਟੀ ਕੰਜ਼ਰਵੇਟਿਵ ਪਾਰਟੀ ਸੀ, ਉਹਦੀ ਹਾਰ ਹੋਈ ਚੋਣਾਂ 'ਚ ਔਰ ਲੇਬਰ ਪਾਰਟੀ ਦੀ ਸਰਕਾਰ ਬਣੀ। ਮਿਸਟਰ ਐਟਲੀ ਜਿਹੜੇ ਨੇ ਉਹ ਪ੍ਰਾਈਮ ਮਿਨਿਸਟਰ ਬਣੇ। ਔਰ ਜਦੋਂ ਇਹ ਫਰੀडम ਆਫ ਇੰਡੀਆ ਐਕਟ ਪੇਸ਼ ਹੁੰਦਾ ਹੈ, ਔਰ ਜਿਹੜੀ ਚਰਚਲ ਦੀ ਸਟੇਟਮੈਂਟ ਉਹ ਖਿਲਾਫ ਸੀ ਕਿ ਵੀ ਇਹਨਾਂ ਨੂੰ ਬਿਲਕੁਲ ਇਹਨਾਂ ਦੇ, ਔਰ ਜਿਹੜੇ ਮੈਂ ਸਮਾਂ ਵੀ ਦੇਖ ਰਿਹਾ, ਮੈਂ ਸਿਰਫ ਉਹੀ ਕੋਟ ਜਿਹੜੀ ਚਰਚਲ ਦੀ ਉਹਨਾਂ ਦੇ ਆਪਣੇ ਇੰਡੀਅਨ ਰਾਈਟਰ ਵੀ ਕੋਟ ਕਰਦੇ ਨੇ, ਉਹਦੇ 'ਚ ਉਹਨੇ ਕਿਹਾ ਕਿ ਵੀ ਮਤ ਦਿਓ ਇਹਨਾਂ ਨੂੰ, ਇਹ ਆਜ਼ਾਦੀ ਦੇ ਹੱਕਦਾਰ ਨਹੀਂ ਨੇ। ਫਿਰ ਉਹਨੇ ਕੀ ਆਰਗੂਮੈਂਟ ਦਿੱਤਾ, ਪਾਵਰ ਵਿਲ ਗੋ to the hands of rascals, rogues, freebooters. All Indian leaders will be of low caliber and men of straw. They will have sweet tongues and silly hearts. They will fight amongst themselves for power, and India will be lost in political squabbles. A day would come when even air and water would be taxed in India. ਔਰ ਨਾਲ ਜਿਹੜੀ ਇਹਦੇ 'ਚ ਨਹੀਂ ਹੈ ਉਹਦੇ 'ਚ ਕਿਹਾ, ਐਂਡ ਦਾ ਬਲੱਡ ਆਫ ਦੋਜ਼ ਮਿਲੀਅਨਸ ਆਫ ਇੰਡੀਅਨਸ ਵਿਲ ਬੀ ਔਨ ਯੋਰ ਹੈਡ ਮਿਸਟਰ ਐਟਲੀ। ਹੁਣ ਇਹ ਕਹਿ ਰਿਹਾ ਕਿ ਵੀ ਤੁਸੀਂ ਉਹਨਾਂ ਰਾਸਕਲਸ, ਉਹਨਾਂ ਬਦਮਾਸ਼ਾਂ, ਇਹਨਾਂ ਰੌਗਸ ਔਰ ਇਹ ਲਟੇਰੇ ਕਿਸਮ ਦੇ ਲੋਕਾਂ ਦੇ ਹੱਥਾਂ ਦੇ ਵਿੱਚ ਪਾਵਰ ਦੇ ਰਹੇ ਹੋ। ਇਹ ਭਾਰਤ ਦੇ ਲੀਡਰ ਬੜੇ ਲੋ ਕੈਲੀਬਰ ਦੇ ਨੇ। ਮੈਨ ਆਫ ਸਟਰਾਂਗ ਦਾ ਕੱਖੋਂ ਹੌਲੇ ਲੋਕ, ਇਹ ਕੱਖੋਂ ਹੌਲੇ ਨੇ, ਇਹ ਲੁਟੇਰੇ ਔਰ ਇਸ ਕਿਸਮ ਦੇ, ਉਹਨਾਂ ਨੂੰ ਤੂੰ ਪਾਵਰ ਦੇ ਰਿਹਾ। ਇਹਨਾਂ ਦੀਆਂ ਜ਼ਬਾਨਾਂ ਬੜੀਆਂ ਮਿੱਠੀਆਂ ਨੇ, ਦੇ ਹੈਵ ਸਵੀਟ ਟੰਗ ਐਂਡ ਸਿਲੀ ਹਾਰਟ, ਪਰ ਮਹਾ ਮੂਰਖ ਨੇ। ਇਹਨਾਂ ਦੇ ਦਿਲਾਂ 'ਚ ਜਿਹੜਾ ਕਪਟ ਹੈ, ਔਰ ਦੇ ਵਿਲ ਫਾਈਟ ਅਮੰਗਸ ਦੈਮਸੈਲਫ ਫॉर ਪਾਵਰ। ਅੱਜ ਹਾਲ ਦੇਖ ਲਓ ਕੀ ਹੈ। ਇਹਨਾਂ 72-73 ਸਾਲ 'ਚ ਕਿੱਥੋਂ ਇਹ ਕਿੱਥੇ ਲੈ ਆਏ ਨੇ।
ਔਰ ਉਹਨਾਂ ਨੇ ਕਿਹਾ ਵੀ ਇਹ ਸਿਆਸੀ ਭੰਵਰ ਦੇ ਵਿੱਚ ਭਾਰਤ ਗਵਾਚ ਜਾਏਗਾ ਔਰ ਭਾਰਤ ਦੇ ਵਿੱਚ ਜਿਹੜਾ ਈਵਨ ਹਵਾ ਔਰ ਪਾਣੀ ਵੀ ਜਿਹੜਾ ਉਹ ਬਿਨਾਂ ਟੈਕਸ ਤੋਂ ਨਹੀਂ ਹੋਏਗਾ। ਅੱਜ ਤੁਸੀਂ ਉਹੀ ਕੰਪੇਅਰ ਕਰੋ ਚਾਈਨਾ ਦੇ ਨਾਲ, ਹਾਲਾਂਕਿ ਚਾਈਨਾ ਦਾ ਕਮਿਊਨਿਜ਼ਮ ਸਿਸਟਮ ਹੈ, ਭਾਰਤ ਦੇ ਵਿੱਚ ਅੱਜ ਵੀ 40% ਤੋਂ ਜ਼ਿਆਦਾ ਲੋਕ ਬਿਲੋ ਦਾ ਪਾਵਰਟੀ ਲਾਈਨ ਨੇ। ਹਰ ਟਰਾਂਸਪੇਰੈਂਸੀ ਇੰਟਰਨੈਸ਼ਨਲ ਦੇਖੋ ਕਰਪਸ਼ਨ ਦਾ ਲੈਵਲ ਕੀ ਹੈ। ਕੋਵਿਡ ਗੁਜ਼ਰਿਆ 35 ਤੋਂ 40 ਲੱਖ ਲੋਕ ਬਿਨਾਂ ਕਫਨ ਤੋਂ, ਬਿਨਾਂ ਈਵਨ ਆਕਸੀਜਨ ਤੋਂ ਮਰ ਗਏ। ਇਹ ਗਵਰਨਮੈਂਟ ਹੈ, ਇਹ ਸਿਸਟਮ ਹੈ। ਔਰ ਇਸ ਸਾਰੇ ਦੇ ਚੱਲਦੇ ਆ ਅਸੀਂ ਤਾਂ ਜਿਵੇਂ ਕਿਹਾ ਵੀ ਅਸੀਂ ਤਾਂ ਜੂਨ 84 ਤੱਕ, ਜੂਨ ਦੇ ਪਹਿਲੇ ਹਫਤੇ ਤੱਕ ਸਾਡਾ ਇਹਨਾਂ ਦੇ ਨਾਲ ਸੀ ਕਿ ਫੈਡਰਲ ਸਿਸਟਮ ਬਣਾ ਲੈਣ, ਆਨੰਦਪੁਰ ਦਾ ਮਤਾ। ਔਰ ਅਸੀਂ ਉਹਨਾਂ ਸਾਰੇ ਹੀ ਆਪਣੇ ਵੀਰਾਂ ਭੈਣਾਂ ਨੂੰ ਮੁਬਾਰਕਬਾਦ ਦਿੰਦੇ ਆ ਜਿਨ੍ਹਾਂ ਨੇ ਥਾਂ ਥਾਈਂ ਖਾਲਿਸਤਾਨ ਦੇ ਝੰਡੇ ਲਹਿਰਾਏ ਨੇ, ਥਾਂ ਥਾਈਂ ਜਿਹੜਾ ਉਹਨਾਂ ਨੇ ਕੌਮੀ ਆਜ਼ਾਦੀ ਦਾ ਪ੍ਰਤੀਕ ਖਾਲਿਸਤਾਨੀ ਝੰਡਾ। ਔਰ ਅਸੀਂ ਇੱਕ ਵਾਰ ਫੇਰ ਖਾਲਿਸਤਾਨ ਦੇ तमाम ਸ਼ਹੀਦ ਸਿੰਘਾਂ ਸਿੰਘਣੀਆਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ ਜਿਨ੍ਹਾਂ ਨੇ ਆਪਣੇ ਅੱਜ ਦਿੱਤੇ ਨੇ ਤਾਂ ਕਿ ਕੌਮ ਦਾ ਆਉਣ ਵਾਲਾ ਕੱਲ ਮਾਨ ਮਤਾ ਹੋਏ, ਸ਼ਾਨ ਮਤਾ ਹੋਏ। ਖਾਲਿਸਤਾਨ ਜ਼ਿੰਦਾਬਾਦ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਫੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ। ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01-37 ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸਕੇਪ, ਵਰਜੀਨੀਆ 24486। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਗਾਂਧੀ ਦੇ ਹਤਿਆਰੇ ਨਥੂਰਾਮ ਗੋਡਸੇ ਦੇ ਜੱਜ ਸਾਹਮਣੇ ਦਿੱਤੇ ਬਿਆਨ ਤੇ ਆਧਾਰਿਤ ਕਿਤਾਬ ਮੈਂ ਗਾਂਧੀ ਨੂੰ ਕਿਉਂ ਮਾਰਿਆ ਇਸ ਵੇਲੇ ਐਮਾਜ਼ਨ ਦੀ ਰਿਪਬਲਿਕ ਡੇ ਸੇਲ ਮੌਕੇ ਬੈਸਟ ਸੈਲਰ ਕਿਤਾਬ ਬਣ ਗਈ ਹੈ। ਸੋ ਇਸ ਤੋਂ ਹਿੰਦੂਤਵੀ ਵਿਚਾਰਧਾਰਾ ਵਾਲਿਆਂ ਦੀ ਗਿਣਤੀ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਇਹਨਾਂ ਨੇ ਕਿਸ ਹੱਦ ਤੱਕ ਜਿਹੜੀ ਨਫ਼ਰਤ ਹੈ ਉਹ ਫੈਲਾ ਦਿੱਤੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਜਦੋਂ ਹਿੰਦੂਤਵਾਦ ਦੀ ਅੱਜ ਗੱਲ ਕਰਦੇ ਹਾਂ ਕਿ ਜਿਨ੍ਹਾਂ ਦੇ ਕੋਲ ਅੱਜ ਪਾਵਰ ਹੈ ਮੋਦੀ ਦੀ ਕਮਾਂਡ ਥੱਲੇ, 2014 ਚ ਮੋਦੀ ਦੀ ਸਰਕਾਰ ਪਹਿਲੀ ਵਾਰ ਬਣਦੀ ਹੈ, 2019 ਚ ਫਿਰ ਦੁਬਾਰਾ 300 ਤੋਂ ਜ਼ਿਆਦਾ ਸੀਟਾਂ ਦੇ ਨਾਲ ਉਹ ਕਾਬਜ਼ ਹੁੰਦੇ ਨੇ ਕਿ ਕਿਵੇਂ ਇਹਨਾਂ 75 ਸਾਲਾਂ ਦੇ ਵਿੱਚ ਜੇ 47 ਨੂੰ ਅਸੀਂ ਪਾਰਟ ਦੇਖੀਏ ਕਿ ਇੱਕ ਜਨਰੇਸ਼ਨ ਉਹ ਗਾਂਧੀ, ਨਹਿਰੂ, ਪਟੇਲ ਦੀ ਜਿਨ੍ਹਾਂ ਨੇ ਜਿਹੜੀਆਂ ਆਈਡੀਓਲੋਜੀਕਲ ਫਾਊਂਡੇਸ਼ਨਸ ਹਿੰਦੂ ਥਾਟ ਦੀਆਂ ਜਾਂ
ਹਿੰਦੂਤਵਾਦੀਆਂ ਇੱਕ ਸੌਫਟ ਹਿੰਦੂਤਵਾਦੀਆਂ 19th ਸੈਂਚਰੀ ਐਂਡ 'ਚ ਉਹ ਬੰਕਮ ਚੰਦਰ ਚੈਟਰਜੀ ਹੋਏ, ਔਰਵਿੰਦੋ ਘੋਸ਼ ਹੋਏ, ਰਵਿੰਦਰਨਾਥ ਟੈਗੋਰ ਹੋਏ, ਉਹਨਾਂ ਸਾਰਿਆਂ ਨੇ ਲੇਖ ਕੀਤੀਆਂ। ਔਰ ਉਹਦੇ 'ਚ ਜ਼ਾਹਰ ਹੈ ਕਿ ਫਿਰ ਅਸੀਂ ਮਹਾਰਾਸ਼ਟਰ ਵੱਲ ਜੇ ਜਾਈਏ ਤਾਂ ਫਿਰ ਬਾਲ ਗੰਗਾਧਰ ਤਿਲਕ, ਗੋਪਾਲ ਕ੍ਰਿਸ਼ਨ ਗੋਖਲੇ, ਇਹ ਸਾਰੇ ਉਸ ਲਹਿਰ ਵਾਲੇ ਜਿਹੜੇ ਫਰਮਲੀ ਕਾਸਟ ਸਿਸਟਮ 'ਚ ਯਕੀਨ ਕਰਦੇ ਸੀ। ਬਾਲ ਗੰਗਾਧਰ ਤਿਲਕ ਜਾਂ ਤੁਸੀਂ ਗੋਖਲੇ ਦਾ ਜੇ ਦੇਖੋਗੇ, ਜਿਹੜੇ ਸਤੀ ਸਿਸਟਮ ਕਿ ਜੀ ਔਰਤ ਨੂੰ ਜਿਉਂਦੇ ਸਾੜ ਦੇਣਾ ਚਾਹੀਦਾ, ਉਹ ਜਦੋਂ ਕਾਨੂੰਨ ਵੀ ਅੰਗਰੇਜ਼ਾਂ ਨੇ ਇਹਨੂੰ ਪਾਬੰਦੀ ਦੇ ਬਣਾਏ ਤੇ ਇਹ ਇੱਕ ਕਲਾਸ ਪੂਰੀ ਵਿਰੋਧ ਕਰਨ ਵਾਲੀ ਸੀ, ਜਿਹੜੀ ਬਿਲਕੁਲ ਹਰੀਜਨਾਂ ਜਾਂ ਦਲਿਤਾਂ ਨੂੰ ਮੰਦਰਾਂ 'ਚ ਨਾ ਵੜਨ ਦੇਣ, ਬ੍ਰਾਹਮਣ ਦੀ ਸੁਪਰਾਮੇਸੀ ਦੇ ਹੱਕ 'ਚ ਸੀ। ਔਰ ਈਵਨ ਸਣੇ ਗਾਂਧੀ ਦੇ ਜਿਹੜਾ ਬੇਸ਼ੱਕ ਸ਼ੂਦਰ ਜਿਹੜਾ ਦਲਿਤਾਂ ਦੇ ਮਾਮਲੇ ਜਾਂ ਦੂਜੇ, ਉਹ ਇਹ ਤਾਂ ਕਹਿੰਦਾ ਸੀ ਕਿ ਉਹਨਾਂ ਦੇ ਨਾਲ ਠੀਕ ਸਲੂਕ ਹੋਏ, ਲੇਕਿਨ ਜ਼ਾਤ-ਪਾਤੀ ਸਿਸਟਮ ਦੇ ਉਹ ਬਿਲਕੁਲ ਹੱਕ 'ਚ ਸੀ। ਔਰ ਈਵਨ ਜਦੋਂ ਐਡਲਟ ਫਰੈਂਚਾਈਜ਼ ਦਾ ਜ਼ਿਕਰ ਡਾਕਟਰ BR ਅੰਬੇਦਕਰ ਨੇ ਰਾਉਂਡ ਟੇਬਲ ਕਾਨਫਰੰਸ ਵੇਲੇ ਕਿਹਾ ਕਿ ਜਿਹੜੀਆਂ 1936-37 ਦੀਆਂ ਚੋਣਾਂ ਦੇ ਵੇਲੇ ਕਿ ਇਹ ਜਿਹੜਾ ਐਡਲਟ, ਉਹਦਾ ਸਭ ਤੋਂ ਜ਼ਿਆਦਾ ਵਿਰੋਧ ਗਾਂਧੀ ਨੇ ਕੀਤਾ, ਕਿਉਂਕਿ ਇਹ ਸਮਝਦੇ ਸੀ ਕਿ ਵੀ ਇਹ ਸ਼ੂਦਰ ਸਾਡੇ ਬਰਾਬਰ ਆ ਕੇ ਬਹਿ ਕੇ ਸਾਡੇ ਬਰਾਬਰ ਵੋਟ ਕਰਨਗੇ। ਵੀ ਇੱਕ ਬ੍ਰਾਹਮਣ ਔਰ ਇੱਕ ਜਿਹਨੂੰ ਇਹਨਾਂ ਨੇ ਸ਼ੂਦਰ ਬਣਾ ਸੀ ਨਹੀਂ ਕਹਿ ਰਹੇ, ਇਹਨਾਂ ਦੀ ਲੈਂਗੁਏਜ ਅਨਟਚੇਬਲ, ਉਹ ਬਰਾਬਰ ਕਿਵੇਂ ਹੋ ਸਕਦੇ ਨੇ? ਬ੍ਰਾਹਮਣ ਤਾਂ ਬਰਮਾ ਦੇ ਮੂੰਹ ਚੋਂ ਜਿਹੜਾ ਬ੍ਰਹਮਾ ਦੇ ਮੂੰਹ ਚੋਂ ਨਿਕਲਿਆ ਹੋਇਆ ਸੁਪੀਰੀਅਰ। ਲੇਕਿਨ ਔਰ ਕਿਵੇਂ ਜਿਹੜੀਆਂ ਆਈਡੀਓਲੋਜੀਕਲ ਰੂਟਸ ਜਿਵੇਂ ਅਸੀਂ ਕਹਿ ਜਿਨ੍ਹਾਂ ਦੇ ਮੈਂ ਨਾਂ ਲਏ ਨੇ, ਉਹਨਾਂ ਤੋਂ ਇਲਾਵਾ ਰਾਮਕ੍ਰਿਸ਼ਨ ਪਰਮਹੰਸ, ਸਵਾਮੀ ਵਿਵੇਕਾਨੰਦ ਔਰ ਪੰਜਾਬ ਦੇ ਲਹਿੰਦੇ ਪੰਜਾਬ 'ਚ ਪੈਦਾ ਹੋਇਆ ਸਵਾਮੀ ਰਾਮ ਤੀਰਥ, ਇਹਨਾਂ ਸਵਾਮੀਆਂ ਨੇ ਵੀ ਜਿਹੜਾ ਇਹਨਾਂ ਨੇ ਕਲਚਰਲ ਹਿੰਦੂਇਜ਼ਮ ਦੀ ਗੱਲ ਕਰਦੇ ਆ, ਇਹਨਾਂ ਨੇ ਬੇਸ਼ੱਕ ਇਹਨਾਂ ਦਾ ਦਾਇਰਾਕਾਰ ਇਸ ਕਿਸਮ ਦਾ ਨਹੀਂ ਸੀ ਜਿਹੜਾ ਅੱਜ ਹਿੰਦੂਤਵਾਦ ਹੈ, ਪਰ ਵਿਵੇਕਾਨੰਦ, ਰਾਮ ਤੀਰਥ, ਇਹ ਸਾਰੇ ਉਸ ਕੈਟਾਗਰੀ ਦੇ ਨੇ ਜਿਨ੍ਹਾਂ ਨੇ ਇੱਕ ਐਂਸ਼ੀਐਂਟ ਜਾਂ ਪਾਸਟ ਨੂੰ ਗਲੋਰੀਫਾਈ ਕਰਨ ਦੀ ਕੋਸ਼ਿਸ਼ ਕੀਤੀ, ਜਿਹੜਾ ਪਾਸਟ ਐਗਜ਼ਿਸਟ ਹੀ ਨਹੀਂ ਕਰਦਾ। ਹਾਲਾਂਕਿ ਜਿਹੜਾ ਪਾਸਟ ਗਲੋਰੀਫਿਕੇਸ਼ਨ ਦਾ ਐਗਜ਼ਿਸਟ ਕਰਦਾ ਹੈ, ਜਿਵੇਂ ਅਸੀਂ ਜ਼ਿਕਰ ਕੀਤਾ ਸੀ ਕਿ ਜਿਹੜਾ ਬੁੱਧਿਜ਼ਮ ਦੇ ਵਿੱਚ ਆਇਆ ਸਮਰਾਟ ਅਸ਼ੋਕ, ਉਹਨੂੰ ਤਾਂ ਡਿਸਓਨ ਕੀਤਾ। ਉਹਨਾਂ ਨੇ ਜ਼ਰੂਰ ਓਨ ਕੀਤਾ ਕਿਉਂਕਿ ਉਹਨੂੰ ਫਿਰ ਭਾਰਤ ਦੇ ਥੱਲੇ ਤੇ ਪ੍ਰਾਚੀਨ ਸਭਿਅਤਾ ਦੇ ਥੱਲੇ। ਸੋ ਗਾਂਧੀ ਨੇ ਕਿਵੇਂ ਟੈਕਟੀਕਲੀ ਹਿੰਦੂ ਥਾਟ ਨੂੰ ਇੰਟਰੋਡਿਊਸ ਕੀਤਾ। ਜੇ ਉਹਨੇ ਆਪਣੀ ਪ੍ਰਾਰਥਨਾ ਸਭਾ ਬਣਾਈ ਤਾਂ ਉਹਦੇ ਜਿਹੜੀ ਰਾਮ ਧੁਨ, ਉਹਦਾ ਨਾਂ ਹੀ ਰਾਮ ਧੁਨ ਹੈ, ਕਿਉਂਕਿ ਜੇ ਅੱਜ ਮਰਿਆਦਾ ਪੁਰਸ਼ੋਤਮ ਰਾਮ ਦੇ ਨਾਂ ਥੱਲੇ ਜਿਹੜਾ ਅਯੁੱਧਿਆ ਦੇ ਵਿੱਚ ਮੰਦਿਰ ਬਣਾ ਕੇ ਮੋਦੀ ਜਿਹੜਾ ਉਹ ਖੁਦ ਰਾਮ ਦਾ ਅਵਤਾਰ ਵਾਂਗ ਲੱਗਣ ਲੱਗ ਗਿਆ, ਤੇ ਇਸ ਦੀ ਨੀਂਹ ਕਿਹਨੇ ਰੱਖੀ, ਕਿਹਨੇ ਫੋਕਸ ਕਰਵਾਇਆ? ਜੇ ਤੁਸੀਂ ਦੇਖੋਗੇ ਕਿ ਹੁਣ ਜੇ ਉਹਦੀ ਉਹ ਧੁਨ ਹੈ ਪ੍ਰਾਰਥਨਾ ਸਭਾ ਦੇ ਵਿੱਚ, ਤੇ ਰਘੁਬਰ ਰਾਜ ਰਾਜਾ ਰਾਮ ਪਤਿਤ ਪਾਵਨ ਸੀਤਾ ਰਾਮ, ਹੁਣ ਇਹ ਕਿਹਦੇ ਨਾਂ? ਗਾਂਧੀ। ਉਹੀ ਉਹਨੇ ਜੇ ਗੀਤਾ, ਜਿਹਨੂੰ ਹੁਣ ਜਿਹੜਾ ਉਹਨਾਂ ਨੇ ਕਿਸੇ ਵੇਲੇ ਜਿਹੜਾ ਇੰਡੀਆ ਦਾ ਪ੍ਰੈਜ਼ੀਡੈਂਟ ਹੈ ਉਹ ਬਾਹਰ ਆਏ ਡਿਗਨਿਟਰੀਜ਼ ਨੂੰ ਤਾਜ ਮਹਿਲ ਦਾ ਮਾਡਲ ਭੇਟ ਕਰਦਾ ਸੀ, ਮੋਦੀ ਨੇ 2014 ਤੋਂ ਬਦਲ ਕੇ ਉਹਨੂੰ ਇਹ ਕਹਿ ਕੇ ਕਿ ਜੀ ਗੀਤਾ ਸਾਡਾ ਨੈਸ਼ਨਲ ਗ੍ਰੰਥ ਹੈ। ਪ੍ਰੈਜ਼ੀਡੈਂਟ ਜਿਹੜਾ ਉਹ ਹਰ ਡਿਗਨਿਟਰੀ ਨੂੰ ਹੁਣ ਗੀਤਾ ਦਿੰਦਾ ਹੈ। ਕਿਹੜੇ ਕਨਸਟੀਟਿਊਸ਼ਨ 'ਚ ਲਿਖਿਆ ਹੋਇਆ ਵੀ ਗੀਤਾ ਤੁਹਾਡਾ ਨੈਸ਼ਨਲ ਗ੍ਰੰਥ ਹੈ? ਸਾਰੇ ਧਰਮਾਂ ਦੇ ਆਪਣੇ ਗ੍ਰੰਥ, ਤੁਸੀਂ ਇੱਕ ਬਰਾਬਰੀ ਦੀ ਗੱਲ ਤਾਂ ਕਰ ਸਕਦੇ ਹੋ ਕਿ ਜੀ ਅਸੀਂ ਜਿਹੜਾ ਡਿਸਕ੍ਰਿਮੀਨੇਟ ਨਹੀਂ ਕਰਦੇ, ਪਰ ਇਹਦੀ ਨਹੀਂ ਕਿਹਨੇ ਰੱਖੀ? ਗਾਂਧੀ ਨੇ ਰੱਖੀ, ਕਿਉਂਕਿ ਉਹ ਸਾਰਾ ਗੀਤਾ ਦੇ ਉੱਤੇ ਤੇ ਰਾਮਚੰਦਰ ਔਰ ਵਰਣ ਆਸ਼ਰਮ, ਔਰ ਫਰਕ ਇੰਨਾ ਸੀ ਕਿ ਉਹ ਜਿਵੇਂ ਚਰਚਲ ਨੇ ਕਿਹਾ ਕਿ ਵੀ ਇਹ ਜਿਹੜੇ ਨੇ ਇਹਨਾਂ ਦੇ ਸਿਲੀ ਹਾਰਟ ਨੇ, ਜ਼ਬਾਨ ਬੜੀ ਸਿਲਕੀ ਹੈ, ਔਰ ਸਿਲਕੀ ਜ਼ਬਾਨ ਨੂੰ ਕਿਵੇਂ ਰੇਸ਼ਮ ਦੀ ਜ਼ਬਾਨ ਜਿਹੜੀ ਹੈ ਉਸ ਨੂੰ ਇਸਤੇਮਾਲ ਕਰਕੇ ਉਹਨਾਂ ਨੇ ਸਿੱਖ ਕੌਮ ਨੂੰ ਫਾਇਆ। ਇਹ ਵੱਖਰੀ ਗੱਲ ਹੈ ਕਿ ਕਾਇਦ ਆਜ਼ਮ ਮੁਹੰਮਦ ਅਲੀ ਜਿਨਾ ਉਹਨਾਂ ਦੇ ਟ੍ਰੈਪ 'ਚ ਨਹੀਂ ਫਸਿਆ, ਔਰ ਉਹਨਾਂ ਨੇ ਜਦੋਂ ਇਹ ਕਿਹਾ ਕਿ ਵੀ ਵੈਨਐਵਰ ਗਾਂਧੀ ਹੈਜ਼ ਕਮ ਟੂ ਮੀਟ ਮੀ ਹੀ ਹੈਜ਼ ਕਮ ਟੂ ਚੀਟ ਮੀ। ਲੇਕਿਨ ਇਸ ਸਭ ਦੇ ਬਾਵਜੂਦ ਜਦੋਂ ਕਿ ਭਾਰਤ ਦੇ ਜਿਹੜਾ ਕਦੇ ਵੀ ਕੋਈ ਜਿਓਗ੍ਰਾਫੀਕਲ ਐਂਟੀਟੀ ਨਹੀਂ ਰਿਹਾ ਕਿ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਜਾਂ ਦਰਾ ਖੈਬਰ ਤੋਂ ਕੰਨਿਆ ਕੁਮਾਰੀ ਤੱਕ, ਜਿਵੇਂ ਉਦੋਂ ਕਹਿੰਦੇ ਸੀ ਸਣੇ ਸਾਵਰਕਰ ਦੇ ਔਰ ਬਾਅਦ ਦੇ ਵਿੱਚ ਗੋਲਵਲਕਰ ਔਰ ਮਦਨ ਮੋਹਨ ਮਾਲਵੀਆ ਔਰ ਦੂਸਰੇ ਬ੍ਰਾਂਡ, ਲੇਕਿਨ ਇਹਨਾਂ ਨੇ ਉਹ ਮਾਹੌਲ ਕ੍ਰੀਏਟ ਕੀਤਾ ਇੱਕ ਉਸ ਕਿਸਮ ਦਾ ਖੜਾ ਕਰਨ ਦੇ ਲਈ ਲੈਂਗੁਏਜ ਚਾਹੀਦੀ ਸੀ। ਹਿੰਦੀ ਨਾਂ ਦੀ ਕੋਈ ਜ਼ਬਾਨ ਐਗਜ਼ਿਸਟ ਨਹੀਂ ਸੀ ਕਰਦੀ, ਡਾਇਲੈਕਟ ਜ਼ਰੂਰ ਸੀ, ਅਵਧੀ ਸੀ, ਅਵਧ ਲਖਨਊ ਨੂੰ ਕਹਿੰਦੇ ਨੇ ਪ੍ਰੈਜ਼ੈਂਟ ਡੇ, ਮੈਥਲੀ ਸੀ, ਇਸੇ ਤਰ੍ਹਾਂ ਭੋਜਪੁਰੀ ਸੀ ਜਿਹੜੀ ਈਸਟਰਨ ਯੂਪੀ ਔਰ ਬਿਹਾਰ ਦੀ ਜ਼ਬਾਨ ਹੈ, ਔਰ ਇਸੇ ਤਰ੍ਹਾਂ ਦੂਸਰੇ ਡਾਇਲੈਕਟ ਜਿਹੜੇ ਨੇ ਜਿਵੇਂ ਹਰਿਆਣਵੀ ਹੈ ਜਾਂ ਰਾਜਸਥਾਨੀ ਦੇ ਆਪਣੇ ਨੇ।
ਲੇਕਿਨ ਇਹਨਾਂ ਨੇ ਬ੍ਰਾਹਮਣਾਂ ਨੇ ਬੜੀ ਚਾਲ ਦੇ ਨਾਲ ਕਿਵੇਂ ਉਹਨੂੰ ਇੱਕ ਹਿੰਦੀ ਜ਼ਬਾਨ ਦੇ ਤੌਰ ਤੇ ਔਰ ਉਹਦੀ ਜਿਹੜੀ ਐਲਫਾਬੈਟ ਲਿਆ ਕ ਖ ਗ ਇਹ ਸੰਸਕ੍ਰਿਤ ਚੋਂ ਦੇਵਨਾ ਇੱਕ ਜ਼ਬਾਨ ਐਸਟੈਬਲਿਸ਼ ਕਰ ਦਿੱਤੀ ਕਿਉਂਕਿ ਉਹਨਾਂ ਨੂੰ ਇਸ ਹਾਲਾਂਕਿ ਅੱਜ ਤੱਕ ਵੀ ਕਨਸਟੀਟਿਊਸ਼ਨ 'ਚ ਹਿੰਦੀ ਨਾਂ ਦੀ ਕੋਈ ਨੈਸ਼ਨਲ ਲੈਂਗੁਏਜ ਨਹੀਂ ਹੈ 22 ਲੈਂਗੁਏਜਸ ਤੁਸੀਂ ਕਰੰਸੀ ਨੋਟ ਇੰਡੀਆ ਦੇ ਦੇਖੋਗੇ 22 ਜ਼ਬਾਨਾਂ 'ਚ ਉਹਦੇ 'ਚ ਲਿਖਿਆ ਹੋਇਆ ਹੈ ਲੇਕਿਨ ਇਹਨਾਂ ਨੇ ਉਸ ਪਾਸੇ ਵੱਲ ਤੋਰਿਆ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਔਰ ਜਿੱਦਣ ਗਾਂਧੀ ਦੀ ਅਸੈਸੀਨੇਸ਼ਨ ਹੋਈ ਉਹਦੀ ਹੱਤਿਆ ਹੁੰਦੀ ਹੈ 30 ਜਨਵਰੀ 1948 ਨੂੰ ਔਰ ਕਾਇਦੇ ਆਜ਼ਮ ਨੇ ਟੈਲੀਗ੍ਰਾਮ ਕੀਤੀ ਕਿ ਕੰਡੋਲੈਂਸਿਸ ਔਨ ਦਾ ਡੈਥ ਆਫ ਗ੍ਰੇਟ ਹਿੰਦੂ ਲੀਡਰ ਮਹਾਤਮਾ ਗਾਂਧੀ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਸ਼ੰਕਰਾ ਤੋਂ ਬਾਅਦ ਜਿਸ ਸ਼ੰਕਰਾ ਨੇ ਬੁੱਧ ਧਰਮ ਦਾ ਸਫਾਇਆ ਸ਼ਾਸਤਰ ਤੇ ਸ਼ਸਤਰ ਦੇ ਨਾਲ ਕੀਤਾ ਜੇ ਕੋਈ ਵੱਡਾ ਹਿੰਦੂ ਲੀਡਰ ਪੈਦਾ ਹੋਇਆ ਤੇ ਉਹ ਗਾਂਧੀ ਪੈਦਾ ਹੋਇਆ ਲੇਕਿਨ ਅੱਜ ਉਹ ਬ੍ਰਾਹਮਣਵਾਦ ਦਾ ਜਿਹੜਾ ਅਸਲੀ ਚਿਹਰਾ ਹੈ ਕਿਉਂਕਿ ਗਾਂਧੀ ਤਾਂ ਸਿਲਕੀ ਟੰਗ ਹੈ ਉਸ ਸਾਰੇ ਦੇ ਥੱਲੇ ਕੰਪੈਸ਼ਨ ਦੀ ਗੱਲ ਔਰ ਫਲਾਣੇ ਬਾਕੀਆਂ ਨੂੰ ਡੈਥ ਕਿਸ ਨਾਲ ਮਾਰਨ ਦੀ ਗੱਲ ਪਰ ਜਿੱਦਨ ਨਥੂਰਾਮ ਗੋਡਸੇ ਜਿਹਦੀ ਟ੍ਰੇਨਿੰਗ ਸਾਵਰਕਰ ਕਰਦਾ ਹੈ ਜਿਹੜਾ ਸਾਵਰਕਰ ਹਿੰਦੂ ਮਹਾਸਭਾ ਦਾ ਪ੍ਰੈਜ਼ੀਡੈਂਟ ਵੀ ਸੀ ਔਰ ਉਹਦਾ ਹੁਣ ਮੈਂ ਕਹਿਣਾ ਨਹੀਂ ਚਾਹੁੰਦਾ ਉਹਦੇ ਨਾਲ ਉਹਦਾ ਕੀ ਸਬੰਧ ਸੀ ਕਿ ਉਹ ਗਾਂਧੀ ਨੂੰ ਮਾਰਦਾ ਔਰ ਇੱਕਦਮ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਆਰਐਸਐਸ ਦੇ ਉੱਤੇ ਪਾਬੰਦੀ ਲੱਗਦੀ ਹੈ ਔਰ ਇਹ ਸਾਰਾ ਇੱਕ ਨੈਰੇਟਿਵ ਸਿਰਜਿਆ ਜਾਂਦਾ ਹੈ ਨਥੂਰਾਮ ਗੋਡਸੇ ਉਹਦਾ ਭਰਾ ਔਰ ਸਾਵਰਕਰ ਮੇਨ ਕੰਸਪੀਰੇਟਰ ਹੈ ਬਾਅਦ ਚੋਂ ਨਿਕਲ ਜਾਂਦਾ ਸਾਵਰਕਰ ਕਿਉਂਕਿ ਜੀ ਕੋਈ ਕ੍ਰੈਡੀਬਲ ਐਵੀਡੈਂਸ ਨਹੀਂ ਹੈ ਉਹਦੇ ਭਰਾ ਨੂੰ ਉਮਰ ਕੈਦ ਹੁੰਦੀ ਹੈ ਹੁਣ ਗੋਡਸੇ ਨੇ ਜਿਹੜੀ ਸਟੇਟਮੈਂਟ ਜੱਜ ਨੂੰ ਦਿੱਤੀ ਫਾਈਨਲੀ ਕਿ ਵਾਈ ਆਈ ਅਸੈਸੀਨੇਟਡ ਮਹਾਤਮਾ ਗਾਂਧੀ ਉਹ ਉਹਦੇ ਤੇ ਪਾਬੰਦੀ ਲਾ ਦਿੱਤੀ ਸੀ ਕਿ ਜੀ ਇਹਨੂੰ ਜਿਹੜਾ ਉਹ ਪਬਲਿਕ ਨਹੀਂ ਕੀਤਾ ਜਾ ਸਕਦਾ ਰਿਕਾਰਡਸ ਪਰ ਤੁਸੀਂ ਇਹਨਾਂ ਦੀਆਂ ਅਦਾਲਤਾਂ ਦੇਖੋ ਸੁਪਰੀਮ ਕੋਰਟ ਜਾਂ ਦੂਜੇ ਕੋਲ ਜਿਨ੍ਹਾਂ ਕੋਲ ਨਵੰਬਰ 84 ਦੀ ਸਿੱਖ ਨਸਲਕੁਸ਼ੀ ਕਰਨ ਵਾਲਿਆਂ ਨੂੰ ਸਜ਼ਾਵਾਂ ਦੇਣ ਲਈ ਵਕਤ ਨਹੀਂ ਹੈ 2002 ਚ ਮੁਸਲਮਾਨਾਂ ਨਾਲ ਕੀ ਹੁੰਦਾ ਹੈ ਔਰ ਕੱਲ ਅਸੀਂ ਜ਼ਿਕਰ ਕੀਤਾ ਸੀ ਕਿ ਵੀ ਉਹਨਾਂ ਕਿਹਾ ਜੀ ਕਿ ਅਸੀਂ ਉਹ ਕੰਗਣਾ ਰਣੌਤ ਉਹਦੀ ਪਾਬੰਦੀ ਨਹੀਂ ਜਾਂ ਅਸੀਂ ਟੁਗੈਦਰ ਨਹੀਂ ਕਰ ਸਕਦੇ FIR ਉਹਦੇ ਖਿਲਾਫ ਜਿਹੜੀਆਂ ਮੁੰਬਈ 'ਚ ਨੇ ਸੁਪਰੀਮ ਕੋਰਟ ਇਹ ਕਹਿੰਦਾ ਜੀ ਇਹਨੂੰ ਅਲਾਉ ਕਰੋ ਕਿ ਕਿਉਂ ਨਹੀਂ ਛਪ ਸਕਦੀ ਹੁਣ ਉਹ ਕਿਤਾਬ ਛਪੀ ਔਰ ਰਿਪਬਲਿਕ ਡੇ ਚੱਲ ਰਿਹਾ ਉਹਦੀ ਅਸੀਂ ਅੱਜ ਗੱਲ ਕਰ ਰਹੇ ਹਾਂ ਐਮਾਜ਼ੋਨ ਇੰਡੀਆ ਨੇ ਰਿਪਬਲਿਕ ਡੇ ਦੇ ਮੌਕੇ ਜਿਹੜੀ ਹੈ ਉਹ ਸੇਲ ਜਿਹੜੀ ਹੁੰਦੀ ਹੈ ਔਰ ਇਸ ਵੇਲੇ ਜਿਹੜੀ ਉਹਦੀ ਕਿਤਾਬ ਹੈ ਨਥੂਰਾਮ ਗੋਡਸੇ ਦੀ ਵਾਈ ਆਈ ਅਸੈਸੀਨੇਟਡ ਮਹਾਤਮਾ ਗਾਂਧੀ ਉਹ ਬੈਸਟ ਸੈਲਰ ਦੇ ਵਿੱਚ ਹੈ ਉਹਦੀਆਂ ਰੇਟਿੰਗਸ ਵੀ ਜਿਹੜੀਆਂ ਨੇ ਔਰ ਜੇ ਇਹਨਾਂ ਦੇ ਕੋਲ ਵਾਈ ਆਈ ਅਸੈਸੀਨੇਟ ਮਹਾਤਮਾ ਗਾਂਧੀ ਦੇ ਥੱਲੇ ਤੁਸੀਂ ਇਹ ਪੇਪਰ ਬੈਕ ਐਡੀਸ਼ਨ ਦੇ ਵਿੱਚ ਉਹਨੂੰ ਤੁਸੀਂ ਦੇਖੋ ਕਿ ਕਿੰਨੇ ਸਟਾਰ ਉਹਨੂੰ ਮਿਲੇ ਨੇ ਕਿਵੇਂ ਉਹਦੇ ਰਿਵਿਊ ਨੇ ਔਰ ਇਹ ਸਾਰੇ ਦੇ ਉੱਤੇ ਸਾਨੂੰ ਭੈਣ ਜੀ ਅਮਨਜੋਤ ਕੌਰ ਉਹਨਾਂ ਨੇ ਖਾਸ ਤੌਰ ਤੇ ਡੀਟੇਲ ਦੇ ਵਿੱਚ ਲਿਖਿਆ ਮੈਂ ਉਸ ਨੂੰ ਵੀ ਸਾਂਝਾ ਕਰਾਂਗਾ ਪਰ ਮੈਂ ਇਹ ਦੱਸ ਦੇਣਾ ਚਾਹੁੰਦਾ ਹਾਂ ਕਿ ਵੀ ਈਵਨ ਜੇ ਗਾਂਧੀ ਦੀ ਡੈਥ ਕਿਸ ਨੇ ਸਿੱਖ ਕੌਮ ਨੂੰ 75 ਸਾਲਾਂ ਤੋਂ ਇਸ ਬ੍ਰਾਹਮਣਵਾਦੀ ਗੁਲਾਮੀ ਦੇ ਵਿੱਚ ਲਿਆਂਦਾ ਤੇ ਅੱਜ ਜਿਹੜੇ ਵਣਜਾਰੇ ਨੇ ਉਸ ਨਫ਼ਰਤ ਦੇ ਜਿਹੜੇ ਸ਼ਰੇਆਮ ਖੂੰਖਾਰ ਜਿਨ੍ਹਾਂ ਦਾ ਹਿੰਦੂਤਵਾ ਦਾ ਰੂਪ ਜਿਹੜਾ 2002 ਚ ਮੋਦੀ ਔਰ ਅਮਿਤ ਸ਼ਾਹ ਨੇ ਗੁਜਰਾਤ ਚ ਦਿਖਾਇਆ ਟਰੰਪ ਦੇ ਦਿੱਲੀ ਚ ਹੁੰਦਿਆਂ ਜਿਹੜੇ ਕਿਵੇਂ ਮੁਸਲਮਾਨਾਂ ਦੇ ਉੱਤੇ ਹੀ ਜਿਹੜੇ ਹਮਲੇ ਕਰਕੇ ਔਰ ਸੁਪਰੀਮ ਕੋਰਟ ਅਦਾਲਤਾਂ ਉਹਨਾਂ ਨੇ ਉਹ ਮੁਸਲਮਾਨਾਂ ਨੂੰ ਫੜਿਆ ਹੋਇਆ ਕਿ ਜੀ ਇਹਨਾਂ ਨੇ ਇਨਸਟੀਗੇਟ ਕੀਤੇ ਅੱਜ ਹਰਿਦੁਆਰ ਦੀ ਧਰਮ ਸੰਸਦ ਦੇ ਵਿੱਚ ਉਹਨਾਂ ਦੇ ਗੁੰਡੇ ਜਿਹੜੇ ਸਾਧੂ ਨੇ ਉਹ ਕਾਲ ਦੇ ਰਹੇ ਨੇ ਕਿ ਜਿਵੇਂ ਰੋਹਿੰਗਿਆਂ ਦਾ ਸਫਾਇਆ ਮਿਆਂਮਾਰ ਦੀ ਫੌਜ ਨੇ ਕੀਤਾ ਐਵੇਂ ਹਥਿਆਰ ਚੁੱਕੋ ਔਰ ਮੁਸਲਮਾਨਾਂ ਦਾ ਸਫਾਇਆ ਕਰ ਦਿਓ ਸਿੱਖਾਂ ਨੂੰ ਧਮਕੀਆਂ ਦਿੰਦੇ ਨੇ 26 ਜਨਵਰੀ ਅੱਜ ਅਸੀਂ ਗੱਲ ਕਰ ਰਹੇ ਹਾਂ ਸਾਲ ਪਹਿਲਾਂ ਕੀ ਮਾਹੌਲ ਸਿਰਜ ਦਿੱਤਾ ਗਿਆ ਸੀ ਔਰ ਕਿਵੇਂ ਈਵਨ ਉਸ ਤੋਂ ਅਗਲੇ ਦਿਨ ਹੀ ਜਿਹੜਾ ਉਹਨਾਂ ਨੇ ਇੱਕ ਉਹਨਾਂ ਦਾ ਸ਼ਾਇਦ ਟਿਕਰੀ ਵਾਲੇ ਪਾਸਿਓਂ ਅਟੈਕ ਕੀਤਾ ਸੀ ਹਿੰਦੂਤਵੀਆਂ ਦੀ ਭੀੜ ਨੇ ਉਹ ਤਾਂ ਨਿਹੰਗ ਸਿੰਘ ਉੱਥੇ ਮੌਜੂਦ ਸੀ ਔਰ ਕਿਵੇਂ ਉਹਨਾਂ ਨੇ ਜਿਹੜਾ ਉਹ ਆ ਕੇ ਉੱਥੇ ਗੁੰਡਾਗਰਦੀ ਕੀਤੀ ਔਰ ਇਹ ਜੇ ਰਿਪਲਸ ਨਾ ਹੁੰਦਾ ਤੇ ਔਰ ਇਹ ਮਾਹੌਲ ਬਾਹਰ ਡਾਇਸਪੋਰਾ ਦੀ ਸਿੱਖਾਂ ਦੀ ਤਾਕਤ ਨਾ ਹੁੰਦੀ ਔਰ ਹੁਣ ਵੀ ਜਦੋਂ ਵੀ ਕੋਈ 5 ਜਨਵਰੀ ਨੂੰ ਮੋਦੀ ਨੂੰ ਉੱਥੋਂ ਬੈਰੰਗ ਭੇਜਿਆ ਤੇ ਤੁਸੀਂ ਦੇਖੋ ਕਿ ਟ੍ਰੈਂਡ ਇਹ ਕੀ ਕਰਾ ਰਹੇ ਹੁੰਦੇ ਨੇ ਆਪਣੇ ਟਵਿੱਟਰ ਤੇ ਔਰ ਦੂਜੇ ਆਪਣੇ ਸੋਸ਼ਲ ਮੀਡੀਆ ਤੇ ਕਿ ਜੀ ਕਿਆ ਸਿੱਖੋਂ ਕੋ ਨਵੰਬਰ 1984 ਭੁੱਲ ਗਿਆ ਔਰ ਹੁਣ ਜਿਹੜਾ ਉਹ ਗੋਡਸੇ ਜੇ ਇਹਨਾਂ ਦਾ ਗੋਡਸੇ ਦਾ ਮੰਦਿਰ ਵੀ ਬਣਾਉਣ ਤੱਕ ਗਏ ਉਹ ਪ੍ਰਗਿਆ ਸਾਧਵੀ ਔਰ ਦੂਜੇ ਸਾਰੇ ਉਹਦੇ ਨੇ
पर ਇਹ ਕੱਲਾ ਇਹ ਨਹੀਂ ਹੈ ਕਿ ਜੀ ਉਹ ਕੱਲੀ ਕਾਰੀ ਉਹ ਪ੍ਰਗਿਆ ਸਾਧ ਵੀ ਹੈ ਜਾਂ ਕਿਸੇ ਹੋਰ ਨੇ ਕਹਿ ਦਿੱਤਾ ਹੈ। ਜੇ ਇਹ ਕਿਤਾਬ ਹਿੰਦੂਆਂ ਦੀ ਜਿਹੜੀ ਉਹ ਮੈਜੋਰਿਟੀ, ਕਿਉਂਕਿ ਜੇ ਬੈਸਟ ਸੈਲਰ ਹੈ ਤੇ ਉਹਨਾਂ ਦੀ ਇੱਕ ਆਈਡੀਅਲ ਕਿਤਾਬ ਬਣ ਗਈ ਤਾਂ ਅੰਦਾਜ਼ਾ ਲਾਓ ਕਿ ਆਉਣ ਵਾਲੇ ਪੀਰੀਅਡ ਦੇ ਵਿੱਚ ਉੱਥੇ ਮਾਈਨੋਰਿਟੀਜ਼ ਦੇ ਨਾਲ ਕੀ ਹੋਏਗਾ। ਔਰ ਭੈਣ ਜੀ ਅਮਨਜੋਤ ਨੇ ਲਿਖਿਆ ਕਿ Amazon India is having its Republic Day sale. Nathuram Godse's book Why I Assassinated Mahatma Gandhi is one of the highest rated bestseller books offered in this sale. It has over 944 ratings and total rating of 4.5 stars on Amazon. ਇਹ ਬਹੁਤ ਵੱਡੀ ਰਿਕਮੈਂਡੇਸ਼ਨ ਹੁੰਦੀ ਹੈ 4.5 stars ਦੀ। ਜੀ It is hypocritical how a Hindu Brahmin assassin is glorified, never called terrorist, nor was his community targeted for pogrom after killing so-called father of nation, whereas Singhs who killed Indira Gandhi, who was not even as popular as M.K. Gandhi, were called terrorists, and thousands of Sikhs were burnt alive and subjected to genocide, demonizing all Sikhs after death of Indira. ਕਿ ਹੁਣ ਬਾਹਮਣ ਸੀ ਨਾਥੂ, ਅਸੀਂ ਨੱਥੂ ਕਹਿੰਦੇ ਹਾਂ ਪਰ ਉਹਦਾ ਐਗਜ਼ੈਕਟ ਨਾਥੂ ਰਾਮ ਗੋਡਸੇ ਮਰਾਠਾ ਬ੍ਰਾਹਮਣ ਸੀ, ਪਰ ਕਿਸੇ ਨੇ ਬ੍ਰਾਹਮਣਾਂ ਦਾ ਕਤਲੇਆਮ ਤਾਂ ਨਹੀਂ ਕੀਤਾ ਕਿ ਇੱਕ ਬ੍ਰਾਹਮਣ ਨੇ ਇੱਕ ਬਾਣੀਏ ਗਾਂਧੀ ਨੂੰ ਮਾਰ ਦਿੱਤਾ। ਇਸ ਦੇ ਉਲਟ ਜੇ ਬੇਅੰਤ ਸਿੰਘ ਸਤਵੰਤ ਸਿੰਘ ਨੇ ਇੰਦਰਾ ਗਾਂਧੀ ਨੂੰ ਪਨਿਸ਼ ਕੀਤਾ, ਹਾਲਾਂਕਿ ਕੋਈ ਮਹਾਤਮਾ ਗਾਂਧੀ ਨੇ ਤਾਂ ਕਿਸੇ ਦਾ ਕੁਝ ਨਹੀਂ ਸੀ ਵਿਗਾੜਿਆ, ਉਹ ਤਾਂ ਸੌਫਟ ਹਿੰਦੂਤਵਾ ਜੇ ਅੱਜ ਤੱਕ ਆਇਆ ਉਹ ਵਾਕਿਆ ਹੀ ਉਹਨਾਂ ਨੇ ਠੀਕ ਕਿਹਾ ਕਾਇਦੇ ਆਜ਼ਮ ਨੇ, ਗ੍ਰੇਟ ਹਿੰਦੂ ਲੀਡਰ, ਹਿੰਦੂਤਵਾ ਨੂੰ ਜਿਹੜਾ ਲਿਆ ਕੇ ਸਾਹਮਣੇ ਰੱਖਣਾ। ਲੇਕਿਨ ਇਹਨਾਂ ਨੂੰ ਜੇ ਉਹ ਵੀ ਗਵਾਰਾ ਨਹੀਂ ਔਰ ਉਹਨਾਂ ਨੇ ਕਿਹਾ ਕਿ ਭਾਈ ਇਹ ਜਿਹੜਾ ਹੈ ਉਹ ਸਿੱਖਾਂ ਨੂੰ ਤਾਂ ਉਹਨਾਂ ਨੇ ਜਿਉਂਦੇ ਸਾੜਿਆ ਔਰ ਦਹਿਸ਼ਤਗਰਦ ਕਿਹਾ। ਪਲੈਂਟੀ ਆਫ ਬੀਜੇਪੀ ਐਮਪੀਜ਼ ਐਂਡ ਮਿਨਿਸਟਰਸ ਲਾਈਕ ਪ੍ਰਗਿਆ ਠਾਕਰ ਐਂਡ ਅਨੰਤ ਕੁਮਾਰ ਹੇਗੜੇ ਹੈਵ ਪ੍ਰੇਜ਼ਡ ਗੋਡਸੇ ਐਂਡ ਹਿਸ ਸਰਵਿਸ ਟੂ ਨੇਸ਼ਨ। ਇਹ ਸਾਰੇ ਉਹਦੀ ਤਾਰੀਫ ਕਰਦੇ ਨੇ। I was shocked to see so many books by RSS ideologues on sale on Amazon with 5-star ratings and doing propaganda rationalizing actions of Godse. ਹੋਰ ਵੀ ਬਹੁਤ ਸਾਰੀਆਂ ਕਿਤਾਬਾਂ ਕਿ ਜੀ ਗੋਡਸੇ ਨੇ ਤਾਂ ਬਿਲਕੁਲ, ਗੋਡਸੇ ਤਾਂ ਇਹਨਾਂ ਦਾ ਆਈਕਨ ਹੈ ਹਿੰਦੂ ਤਵੀਆਂ ਦਾ। ਫਿਰ whereas Sikhs are still arrested or charged with sedition and labeled terrorist and anti-national. If we have any book on 1984 or read article on Sukha Jindal or any book on Beyant Singh Satwant Singh and movies like Qaum De Heere are banned. ਉੱਥੇ ਤਾਂ ਸੈਂਸਰ ਨਹੀਂ ਅਲਾਉ ਕੀਤਾ। ਔਰ ਅੱਜ ਵੀ ਲਿਟਰੇਚਰ ਰੱਖਣ ਜੇ ਉੱਥੇ ਕਿਸੇ ਕੋਲ ਇਹਨਾਂ ਦੀਆਂ ਜ਼ਿੰਦਗੀਆਂ ਦੇ ਉੱਤੇ ਕੋਈ ਕਿਤਾਬ ਮਿਲ ਜਾਏ, ਆਮ ਸਿੱਖ ਲਿਟਰੇਚਰ ਮਿਲ ਜਾਏ ਤਾਂ UAPA ਲਾਇਆ ਹੁੰਦਾ। Why this double standard? Why is Godse having biopics in pipeline while movies on Sikh Shaheed are banned? Already ਇਹਦੀ ਗੋਡਸੇ ਦੀ ਇੱਕ ਬਾਇਓਪਿਕ ਆ ਰਹੀ ਹੈ market. I am also noticing how books on 1984 are either not available for sale on Amazon India or are highly overpriced with price running into 3,000 rupees for one book, and reviews on those books are not approved by Amazon for rating or publication. ਕਿ ਜਿਹੜੀ ਕੋਈ ਸਿੱਖਾਂ ਨਾਲ ਸੰਬੰਧਿਤ 84 ਜਾਂ ਦੂਜਾ ਹੈ ਉਸ ਦੀ ਜਿਹੜੀ ਹੈ ਨਾ ਉਹਦੀ ਕੀਮਤ ਵੀ ਬਹੁਤ ਜ਼ਿਆਦਾ ਰੱਖੀ ਹੋਈ ਹੈ Amazon ਨੇ, ਔਰ ਉਹ ਜਿਹੜੀਆਂ ਨੇ ਉਹਦੇ ਰਿਵਿਊ ਜਿਹੜੇ ਨੇ ਅਪਰੂਵ ਨਹੀਂ ਕੀਤੇ ਜਾਂਦੇ। ਔਰ ਇਹ ਇਕੱਲਾ ਇਸ ਲੈਵਲ ਤੇ ਤਾਂ ਸਿੱਖਾਂ ਨੂੰ ਤਾਂ ਦਬਾਇਆ ਜਾ ਰਿਹਾ। ਅੱਜ ਰਾਹੁਲ ਗਾਂਧੀ ਦੇ ਉਹਨੇ ਟਵਿੱਟਰ ਨੂੰ ਲਿਖਿਆ, ਜਿਹੜੀ ਸਟੋਰੀ ਵਾਲ ਸਟਰੀਟ ਜਰਨਲ ਨੇ ਕੀਤੀ ਹੈ, ਉਹਨੇ ਕਿਹਾ ਕਿ ਵੀ ਕਿਵੇਂ ਸਾਡੇ ਜਿਹੜੇ ਨੇ ਟਵੀਟ ਉਹ ਵਿੱਚੋਂ ਕੱਢ ਦਿੱਤੇ ਜਾਂਦੇ ਨੇ, ਜਿਹੜੇ ਲੋਕ ਜੁਆਇਨ ਕਰਨਾ ਚਾਹੁੰਦੇ ਨੇ ਉਹ ਨਹੀਂ ਕਰ ਸਕਦੇ, ਔਰ ਕਿਵੇਂ ਜਿਹੜਾ ਟਵਿੱਟਰ ਹੈ ਉਹ ਇੰਡੀਅਨ, ਉਹਨਾਂ ਨੇ ਉਹਨਾਂ ਦੇ CEO ਨੂੰ ਲਿਖਿਆ, ਪਰ ਜਿਹੜਾ CEO ਨੂੰ ਲਿਖਿਆ ਉਹ ਵੀ ਇੱਕ ਹਿੰਦੂ ਹੈ, ਹਿੰਦੂ ਤਾਂ ਵੀ ਹੈ। ਨਿਕਲਣਾ ਕੀ ਹੈ ਇੱਥੇ ਤਾਂ ਅਸੀਂ ਸਿੱਖਾਂ ਦੇ ਹਵਾਲੇ ਨਾਲ ਗੱਲ ਕਰ ਰਹੇ ਹਾਂ। While there are glowing reviews for Godse's justification for why he killed Gandhi and people thanking him for killing Gandhi and praising his act, ਉਹ Amazon ਤੇ ਚੱਲ ਰਿਹਾ ਹੈ, ਪਰ ਉਹਨਾਂ ਦੀ ਹਕੂਮਤ ਔਰ ਪੈਸੇ ਤਾਂ ਸਾਰੇ ਮਨੀ ਹੰਗਰੀ ਲੋਕ ਨੇ। ਔਰ ਅਖੀਰ ਚੁਣਾ ਕਿਹਾ ਹੈ, and so called moderators at Amazon India find nothing to censor in those reviews। ਜਿਹੜੇ ਹੁਣ ਰਿਵਿਊ ਗੋਡਸੇ ਨੂੰ ਪ੍ਰੇਜ਼ ਕਰ ਰਹੇ ਨੇ Amazon ਜਿਹੜਾ ਹੈ ਉਹਨਾਂ ਦੇ ਉੱਤੇ ਕੋਈ ਹੱਥ ਨਹੀਂ ਪਾਉਂਦਾ। ਨੋਰ ਡਜ਼ ਗਵਰਨਮੈਂਟ ਫਾਈਂਡ ਇਟ ਐਂਟੀ ਨੈਸ਼ਨਲ। ਹੁਣ ਗਾਂਧੀ ਤੁਹਾਡਾ ਪਿਓ ਬਣਾਇਆ ਹੋਇਆ ਉਹਨੂੰ ਫਾਦਰ ਆਫ ਦਾ ਨੇਸ਼ਨ, ਜਾ ਕੇ ਰਾਜਘਾਟ ਦੇ ਉੱਤੇ ਤੁਸੀਂ ਰੀਤ ਰੱਖਦੇ ਹੋ, ਪਰ ਉਹਨਾਂ ਲੁੱਕ ਐਟ ਦਿਸ ਟਰਨ ਆਫ ਇੰਡੀਆ ਇਨ ਇਟਸ ਸੋ ਕਾਲਡ 75th ਈਅਰ ਆਫ ਇੰਡੀਪੈਂਡੈਂਸ ਕਿ ਭਾਈ ਇਹ 75ਵੇਂ ਸਾਲ 'ਚ ਕਿੱਥੇ ਪਹੁੰਚ ਗਏ ਨੇ। ਅਸੀਂ ਭੈਣ ਜੀ ਅਮਨਜੋਤ ਕੌਰ ਹੋਰਾਂ ਦਾ ਸ਼ੁਕਰੀਆ ਵੀ ਅਦਾ ਕਰਦੇ ਹਾਂ, ਔਰ ਅਸੀਂ ਸਾਰੇ ਹੀ ਆਸਪੈਕਟ ਜਿਹੜੇ ਇਸ ਰਿਪਬਲਿਕ ਡੇ ਨਾਲ ਸੰਬੰਧਿਤ ਨੇ,
ਕੋਸ਼ਿਸ਼ ਕੀਤੀ ਇਹਨਾਂ ਦੋਨਾਂ ਦਿਨਾਂ 'ਚ ਹਾਈਲਾਈਟ ਕਰਨ ਦੀ। ਜੀ। ਵੈਸੇ ਤਾਂ ਰੋਜ਼ਾਨਾ ਹੀ ਸਾਡਾ ਫੋਕਸ ਇਹ ਹੁੰਦਾ ਹੈ ਕਿ ਭਾਈ ਇਹ ਹਿੰਦੀ ਹਿੰਦੁਸਤਾਨ ਦੇ ਕਿਵੇਂ ਨਾਜ਼ੀ ਤਰਜ਼ ਵਾਲੇ ਕਿੱਥੇ ਪਹੁੰਚ ਗਏ ਨੇ, ਔਰ ਇਹ ਹੁਣ ਘੱਟ ਗਿਣਤੀਆਂ ਨੇ ਦੇਖਣਾ ਹੈ ਕਿ ਉਹਨਾਂ ਨੇ ਉਸ ਭਾਰਤ ਦੇ ਵਿੱਚ ਜਿਹੜਾ ਅੱਜ ਬਿਲਕੁਲ ਹਿੰਦੂਤਵਾ ਦੇ ਉਸ ਜ਼ਹਿਰੀਲੇ ਨਾਗ ਦਾ ਡਸਿਆ ਹੋਇਆ ਇੱਕ ਅਕਲੀਅਤਾਂ ਦੇ ਲਈ ਇੱਕ ਵੱਡਾ ਖਤਰਾ ਹੈ, ਉਹਨਾਂ ਨੇ ਕਿਵੇਂ ਇਸ ਨਾਗ ਨੂੰ ਵਿੰਨਣਾ ਹੈ, ਇਸ ਨਾਗ ਦਾ ਅੰਤ ਕਰਨਾ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਅਥਲੇ ਨੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਹੈ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਭਾਰਤ ਤੇ ਚੀਨ ਦੇ ਹਵਾਲੇ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਕਿ ਚੀਨ ਨੇ ਭਾਰਤ ਨੂੰ ਆਊਟਸਮਾਰਟ ਕਰਦਿਆਂ 5 ਸੈਂਟਰਲ ਏਸ਼ੀਅਨ ਮੁਲਕਾਂ ਨੂੰ $500 ਮਿਲੀਅਨ ਦੀ ਮਦਦ ਅਤੇ ਇਸ ਵਰੇ ਦੀ ਸਾਲਾਨਾ ਵਪਾਰ $70 ਬਿਲੀਅਨ ਤੱਕ ਪਹੁੰਚਾਉਣ ਦਾ ਭਰੋਸਾ ਦਿੱਤਾ ਹੈ। ਸੋ ਭਾਰਤ ਦੀ ਚੀਨ ਸਾਹਮਣੇ ਔਕਾਤ ਜਗ ਜ਼ਾਹਰ ਹੋ ਗਈ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਸਾਡੀ ਪੰਜਾਬੀ ਦੇ ਵਿੱਚ ਇੱਕ ਫਰੇਜ਼ ਹੁੰਦਾ ਹੈ ਜਦੋਂ ਕੋਈ ਬਿਮਾਰੀ ਹੁੰਦੀ ਹੈ ਤੇ ਉਸ ਬਾਰੇ ਉਹ ਕਹਿੰਦੇ ਨੇ ਜੀ ਬਥੇਰੇ ਅਸੀਂ ਔੜ ਪੌੜ ਕੀਤੇ ਪਰ ਆਰਾਮ ਨਹੀਂ ਆਇਆ। ਹੁਣ ਔੜ ਪੌੜ ਦੇ ਵਿੱਚ ਉਹ ਸਾਰਾ ਕੁਝ ਹੀ ਆ ਜਾਂਦਾ ਹੈ ਕਿ ਉਹ ਕਾੜਾ ਉਹ ਪੀਓ ਜਾਂ ਇਹ ਕਰੋ ਜਾਂ ਉਹ ਕਰੋ। ਉਹ ਸਾਰੇ ਜਿਹੜਾ ਆਉਂਦਾ ਸਾਡਾ ਹਰ ਕੋਈ ਐਡਵਾਈਜ਼ਰ, ਹਰ ਕੋਈ ਡਾਕਟਰ ਹੀ ਹੁੰਦਾ। ਜਿਹੜੀ ਮਾਈ ਦੇ ਪਤਾ ਕਰਨ ਆਈ ਉਹ ਦੱਸ ਰਹੀ, ਉਹ ਔੜ ਪੌੜ ਹੁੰਦਾ। ਹੁਣ ਭਾਰਤ ਦੀ ਫੋਰਨ ਪਾਲਿਸੀ ਜਿਹੜੀ ਹੈ ਉਹ ਜ਼ਮੀਨ 'ਚ ਨਹੀਂ ਪਤਾਲ 'ਚ ਧੱਸ ਗਈ। ਗਲੋਬਲੀ ਅਸੀਂ ਦੇਖਦੇ ਹਾਂ ਵੀ ਜਦੋਂ ਤੱਕ ਤਾਂ ਪੋਸਟ 47 ਈਰਾ ਨਹਿਰੂ ਪੀਰੀਅਡ ਰਿਹਾ, ਉਹਨਾਂ ਨੇ ਜਦੋਂ ਦੁਨੀਆ ਦੇ ਵਿੱਚ ਦੋ ਬਲਾਕ ਸੀ, ਜ਼ਾਹਰ ਹੈ ਕਿ ਕੋਲਡ ਵਾਰ ਈਰਾ ਜਿਹਨੂੰ ਕਹਿੰਦੇ ਨੇ, ਉਹਨਾਂ ਨੇ ਦੋਨਾਂ ਦਾ ਇੱਕ ਬੈਲੈਂਸ ਰੱਖਿਆ, ਮਦਦ ਵੀ ਦੋਨਾਂ ਤੋਂ ਲੈਂਦੇ ਰਹੇ ਔਰ ਉਹ ਨੀਤੀ ਜਿਹੜੀ ਆ ਉਹ ਜਾਰੀ ਰਹੀ। ਔਰ ਖਾਸ ਤੌਰ ਤੇ ਲਾਲ ਬਹਾਦਰ ਸ਼ਾਸਤਰੀ ਦੇ ਵੇਲੇ ਵੀ 65 ਦੀ ਉਸ ਕਨਫਲਿਕਟ ਤੋਂ ਬਾਅਦ ਸੋਵੀਅਤ ਯੂਨੀਅਨ ਉਹ ਜਿਹੜਾ ਕਾਫੀ ਇਨਫਲੂਐਂਸ ਰੱਖਦਾ ਸੀ ਇੰਡੀਆ ਤੇ ਵੀ, ਔਰ ਤਾਸ਼ਕੰਦ ਸਮਝੌਤਾ ਵੀ ਉਹਨਾਂ ਵੱਲੋਂ ਹੀ ਕਰਵਾਇਆ ਗਿਆ। ਇੰਦਰਾ ਗਾਂਧੀ ਨੇ ਜਿਹੜਾ ਉਹ ਟਿਲਟ ਲੈਂਦਿਆਂ ਝੁਕਾਅ ਜਿਹੜਾ ਉਹ ਸੋਵੀਅਤ ਯੂਨੀਅਨ ਵੱਲ ਸ਼ੁਰੂ ਕੀਤਾ। ਨਤੀਜੇ ਦੇ ਤੌਰ ਤੇ ਜੇ ਇੰਦਰਾ ਗਾਂਧੀ ਦਾ ਤੁਸੀਂ ਜਿਹੜਾ ਉਹ ਸਟਿੰਟ ਦੇਖੋ, ਉਸ ਦਾ ਕਾਰਜਕਾਲ, ਤੇ ਫਿਰ ਯੂਨਾਈਟਿਡ ਨੇਸ਼ਨਸ ਦੇ ਵਿੱਚ ਤੁਹਾਨੂੰ ਨਜ਼ਰ ਆਏਗਾ ਕਿ ਭਾਈ ਕਿਵੇਂ ਭਾਰਤ ਸੋਵੀਅਤ ਯੂਨੀਅਨ ਦੀ ਸੈਟੇਲਾਈਟ ਕੰਟਰੀ ਬਣਦਾ ਚਲਾ ਗਿਆ। ਔਰ ਕੱਲਾ ਇਹੀ ਨਹੀਂ, ਜਦੋਂ ਸੋਵੀਅਤ ਯੂਨੀਅਨ ਨੇ 1979 ਦੇ ਵਿੱਚ ਅਫਗਾਨਿਸਤਾਨ ਦੇ ਵਿੱਚ ਫੌਜ ਭੇਜ ਕੇ ਕਬਜ਼ਾ ਕੀਤਾ ਤੇ ਭਾਰਤ ਨੇ ਸਭ ਤੋਂ ਅੱਗੇ ਹੋ ਕੇ ਸਪੋਰਟ ਕੀਤਾ। ਅੱਜ ਭਾਵੇਂ ਉਹ ਕਹਿਣਗੇ ਜੀ ਅਸੀਂ ਅਫਗਾਨਾਂ ਦੇ, ਤੁਸੀਂ ਕਿਹੜੇ ਪਾਸੇ ਅਫਗਾਨਿਸਤਾਨ ਦੇ ਹਮਾਇਤੀ, ਤੁਸੀਂ ਮੁਕੰਮਲ ਤੌਰ ਦੇ ਉੱਤੇ ਸੋਵੀਅਤ ਯੂਨੀਅਨ ਦੇ ਨਾਲ ਖੜੇ ਰਹੇ। ਪਾਕਿਸਤਾਨ ਨੇ ਉਸ ਲਹੂ ਵਿਡਵੀਂ ਲੜਾਈ ਦੇ ਵਿੱਚ ਭਾਰੀ ਕੁਰਬਾਨੀ ਕੀਤੀ।
बेशक अमेरिका ने मदद और CIA और ISI जॉइंट ऑपरेशन मुजाहिदीन और इधर उधर वो सारी असी गल करते हैं 1999 तक पहुँचते हैं ਜਿਹੜਾ ਉਹ ਸੋਵੀਅਤ ਯੂਨੀਅਨ ਇੰਨਾ ਨੁਕਸਾਨ ਉਹਨਾਂ ਦਾ ਹੋ ਰਿਹਾ ਸੀ ਉਹਨੂੰ ਸਹਾਰ ਨਹੀਂ ਸੀ ਸਕਿਆ ਔਰ ਇਨਰ ਇਕਨੋਮੀ ਦਾ ਵੀ ਕਲੈਪਸ ਹੋਣਾ ਸ਼ੁਰੂ ਹੋਇਆ ਔਰ ਗੋਰਬਾਚੇਵ ਨੇ ਫਿਰ ਇੱਕ ਅਕਲ ਤੋਂ ਕੰਮ ਲੈਂਦੇ ਆ ਉਸ ਦਾ ਨੂੰ ਜਿਹੜਾ ਉਹ 15 ਉਹ ਟੁਕੜਿਆਂ 'ਚ ਵੰਡ ਲੈਣ ਦਿੱਤਾ ਗਿਆ ਔਰ ਭਾਰਤ ਜਿਹੜਾ ਉਹ ਬਿਲਕੁਲ ਕਿਉਂਕਿ ਸੋਵੀਅਤ ਯੂਨੀਅਨ ਸੁਕੜ ਕੇ ਇੱਕ ਰਸ਼ੀਆ ਬਣ ਗਿਆ 15 ਉਹਨਾਂ 'ਚੋਂ ਮੁਲਕ ਨਿਕਲੇ ਔਰ 6 ਉਹਨਾਂ ਦੇ ਵਿੱਚ ਜਿਹੜੇ ਸੈਂਟਰਲ ਏਸ਼ੀਅਨ ਰਿਪਬਲਿਕਸ ਇਹ ਮੈਂ ਬੈਕਗ੍ਰਾਉਂਡ ਇਸ ਲਈ ਦੇ ਰਿਹਾ ਕਿਉਂਕਿ ਅੱਜ ਕੱਲ ਜਿੱਥੇ ਵੀ ਖਬਰ ਹੋਏਗੀ ਉਹ ਇਹ ਹੈ ਕਿ ਜੀ ਸੈਂਟਰਲ ਏਸ਼ੀਅਨ ਰਿਪਬਲਿਕਸ ਜਿਵੇਂ ਇਹ ਖਬਰ ਹੈ ਕਿ ਜੀ ਪ੍ਰੈਜ਼ੀਡੈਂਟ ਸ਼ੀ ਆਫਰ ਸੈਂਟਰਲ ਏਸ਼ੀਅਨ ਕੰਟਰੀਜ਼ $500 million announces $70 billion trade target ਜਾਂ PM ਮੋਦੀ ਸੈਟ ਟੂ ਹੋਸਟ 5 ਇੰਡੀਆ ਸੈਂਟਰਲ ਏਸ਼ੀਆ ਸਮਿਟ ਸੋ ਇਸ ਗੱਲ ਦਾ ਧਿਆਨ ਰਹੇ ਕਿ ਵੀ ਇਸ ਸਾਰੇ ਚੋਂ ਜਿਹੜੇ 5 ਮੇਜਰ ਸੈਂਟਰਲ ਏਸ਼ੀਅਨ ਰਿਪਬਲਿਕਸ ਜਿਨ੍ਹਾਂ ਦੇ ਰਸ਼ੀਆ ਦੇ ਨਾਲ ਅੱਜ ਵੀ ਕਲੋਜ਼ ਸਬੰਧ ਨੇ ਇਹ 5 ਦੇ 5 ਜਿਹੜੇ ਸੈਂਟਰਲ ਏਸ਼ੀਅਨ ਰਿਪਬਲਿਕਸ ਨੇ ਇਹ ਵਨ ਬੈਲਟ ਵਨ ਰੋਡ ਦੇ ਮੁੱਦੇ ਦੇ ਉੱਤੇ ਚਾਈਨਾ ਦੇ ਜਿਹੜੇ ਨੇ ਉਹ ਹਮਸਫਰ ਨੇ ਜਾਂ ਉਹਨਾਂ ਮੁਲਕਾਂ ਚੋਂ ਹੀ ਲੰਘ ਕੇ ਜਾਣਾ ਔਰ ਇਹ ਮੁਲਕ ਜਿਹੜੇ ਨੇ ਜਿਨ੍ਹਾਂ ਦੇ ਵਿੱਚ ਕਜ਼ਾਕਿਸਤਾਨ ਕਿਰਗਿਸਤਾਨ ਉਜ਼ਬੇਕਿਸਤਾਨ ਤਾਜ਼ਿਕਸਤਾਨ ਤੇ ਤੁਰਕਮਾਨਿਸਤਾਨ ਇਹ 5 ਮੁਲਕ ਨੇ ਔਰ ਭਾਰਤ ਨੇ ਕਿਉਂਕਿ ਭਾਰਤ ਦੀ ਇਹੀ ਗਲੋਬਲੀ ਸੋਵੀਅਤ ਯੂਨੀਅਨ ਦੇ ਕਲੈਪਸ ਤੋਂ ਬਾਅਦ ਫਿਰ ਅਸੀਂ ਦੇਖਦੇ ਹਾਂ ਕਿ ਅਮਰੀਕਾ ਇੱਕ ਸੋਲ ਸੁਪਰ ਪਾਵਰ ਦੇ ਤੌਰ ਤੇ ਉੱਭਰਦੀ ਹੈ ਅਨਫੋਰਚੂਨੇਟਲੀ 10 ਸਾਲ ਬਾਅਦ ਇਸ 90ਵਿਆਂ ਤੋਂ ਜਦੋਂ ਕਿ ਸੋਵੀਅਤ ਯੂਨੀਅਨ ਟੁੱਟਦਾ ਹੈ 9/11 ਹੋ ਜਾਂਦਾ ਹੈ ਔਰ ਦੁਨੀਆ ਦੇ ਵਿੱਚ ਕਮਿਊਨਿਜ਼ਮ ਦੀ ਜਿਹੜੀ ਬਿਮਾਰੀ ਉਹ ਤਾਂ ਮੁੱਕ ਗਈ 1999-90 ਸੋਵੀਅਤ ਯੂਨੀਅਨ ਦੇ ਕਲੈਪਸ ਨਾਲ ਪਰ 9/11 ਤੋਂ ਬਾਅਦ ਇੱਕ ਐਂਟਾਈ ਇਸਲਾਮ ਜਿਹੜਾ ਨੈਰੇਟਿਵ ਸਿਰਜਿਆ ਜਾਂਦਾ ਹੈ ਔਰ ਉਸ ਦੇ ਵਿੱਚ ਉਹ ਭਾਰਤ ਨੂੰ ਵੀ ਸੂਟ ਕਰਦਾ ਹੈ ਅਮਰੀਕਾ ਨੂੰ ਵੀ ਸੂਟ ਕਰਦਾ ਹੈ ਔਰ ਭਾਰਤ ਜਿਹੜਾ ਇਹ ਭੁੱਲ ਕੇ ਕਿ ਭਾਈ ਉਹਨੇ ਨਿਊਟਰੈਲਿਟੀ ਵੀ ਕਾਇਮ ਰੱਖਣੀ ਹੈ ਜਿਹੜੀ ਉਹਦੇ ਹਿੱਤ 'ਚ ਹੈ ਉਹ ਅਮਰੀਕਾ ਦੇ ਬੈਂਡ ਵੈਗਨ ਤੇ ਚੜ੍ਹ ਜਾਂਦਾ ਹੈ ਔਰ ਮਨਮੋਹਨ ਸਿੰਘ ਸਰਕਾਰ ਵੇਲੇ ਜੂਨੀਅਰ ਬੁਸ਼ ਦੀ ਪ੍ਰੈਜ਼ੀਡੈਂਸੀ ਦੇ ਵੇਲੇ ਜਿਹੜਾ ਇੰਡੋ US ਜਿਹੜੀ ਡੀਲ ਹੁੰਦੀ ਹੈ ਨਿਊਕਲੀਅਰ ਜਿਹਦੇ ਥੱਲੇ ਭਾਰਤ ਨੂੰ ਪ੍ਰੈਸਲਰ ਅਮੈਂਡਮੈਂਟ ਦੂਸਰੇ ਤੋਂ ਆਫ ਦਾ ਹੁੱਕ ਕਰਕੇ ਅਮਰੀਕਾ ਆਪਣੇ ਹਥਿਆਰ ਔਰ ਟੈਕਨੋਲੋਜੀ ਵੇਚਣ ਦਾ ਜਿਹੜਾ ਰਾਹ ਉਹ ਪੱਧਰਾ ਕਰ ਲੈਂਦਾ ਔਰ ਉਹਦੇ 'ਚ ਇੱਕ ਪਾਸੇ ਅਮਰੀਕਾ ਦਾ ਐਡਵਾਈਜ਼ਰ ਬਣ ਕੇ ਇੰਡੀਆ ਅਫਗਾਨਿਸਤਾਨ ਦੇ ਵਿੱਚ ਆਪਣੀ ਡਰਟੀ ਗੇਮ ਖੇਡਦਾ ਪਾਕਿਸਤਾਨ ਨੂੰ ਡੀਸਟੈਬਲਾਈਜ਼ ਕਰਨ ਲਈ ਪਾਕਿਸਤਾਨ ਬਾਰਡਰ ਨਾਲ ਲੱਗਦੇ ਜਿਹੜੀ ਉਹਨਾਂ ਦੀ ਸਰਹੱਦ ਹੈ ਅਫਗਾਨਿਸਤਾਨ ਦੀ 18 ਤੋਂ ਜ਼ਿਆਦਾ ਆਪਣੇ ਕੌਂਸੂਲੇਟ ਜਿਹੜੇ ਸਪਾਈ ਸੈਂਟਰ ਨੇ ਔਰ ਕੁਲਭੂਸ਼ਣ ਯਾਦਵ ਵੱਡੀ ਕੈਚ ਪਾਕਿਸਤਾਨ ਦੀ ਦੱਸਦੀ ਹੈ ਕਿ ਕਿਸ ਹੱਦ ਤੱਕ ਇਹਨਾਂ ਦਾ ਪਸਾਰਾ ਸੀ ਪਰ ਹੁੰਦਾ ਇਹ ਹੈ ਕਿ ਇਨ ਦਾ ਐਂਡ ਜਦੋਂ ਫਰਵਰੀ 2020 ਦੇ ਵਿੱਚ ਤਾਲਿਬਾਨ ਦੇ ਨਾਲ ਗੱਲਬਾਤ ਦਾ ਸਿਲਸਿਲਾ ਪ੍ਰੈਜ਼ੀਡੈਂਟ ਟਰੰਪ ਵੱਲੋਂ ਸ਼ੁਰੂ ਕੀਤਾ ਜਾਂਦਾ ਹੈ ਤੇ ਭਾਰਤ ਦੀ ਕਿਤਾਬ ਬੰਦ ਹੋਣੀ ਸ਼ੁਰੂ ਹੋ ਜਾਂਦੀ ਹੈ ਔਰ 15 ਅਗਸਤ 2021 ਨੂੰ ਜਦੋਂ ਕਾਬਲ ਜਿਹੜਾ ਉਹ ਤਾਲਿਬਾਨ ਦੇ ਪੈਰਾਂ 'ਚ ਡਿੱਗਦਾ ਤੇ ਭਾਰਤ ਦੇ ਸਾਰੇ ਐਮਬੈਸੀਆਂ ਤੇ ਉੱਥੋਂ ਜਿਹੜੀ ਆਪਣੀ ਕੌਂਸਲ ਬੰਦ ਕਰਕੇ ਰਾਤੋਂ ਰਾਤ ਉੱਥੋਂ ਗਾਇਬ ਹੋ ਜਾਂਦੇ ਨੇ ਜਿਵੇਂ ਗਧੇ ਦੇ ਸਿਰ ਤੋਂ ਸਿੰਘ ਹੁਣ ਇੰਟਰਨੈਸ਼ਨਲੀ ਚੀਨ ਦੇ ਨਾਲ ਅਮਰੀਕਾ ਨੂੰ ਖੁਸ਼ ਕਰਨ ਦੇ ਲਈ ਪੰਗਾ ਉਹ ਗਲਵਾਨ ਵੈਲੀ ਦੇ ਵਿੱਚ ਇਹਨਾਂ ਨੂੰ ਸਬਕ ਮਿਲਦਾ ਔਰ ਇਸ ਸਾਰੇ ਪੀਰੀਅਡ ਦੇ ਵਿੱਚ ਫਿਰ ਭਾਰਤ ਨੂੰ ਲੱਗਦਾ ਹੈ ਕਿ ਵੀ ਅਸੀਂ ਈਰਾਨ ਰਾਹੀਂ ਆਪਣਾ ਦਰਵਾਜ਼ਾ ਖੋਲਾਂਗੇ ਪਰ ਰਸ਼ੀਆ ਚਾਈਨਾ ਈਰਾਨ ਦਾ ਇੱਕ ਮੁੱਦੇ ਦੇ ਉੱਤੇ ਆਣਾ ਔਰ ਚਾਈਨਾ ਦਾ ਪੂਰਾ ਪੁਸ਼ ਦੇ ਕੇ ਵਨ ਬੈਲਟ ਵਨ ਰੋਡ ਇਨੀਸ਼ੀਏਟਿਵ 'ਚ ਇਹ ਲਿਆਣਾ ਹੁਣ ਇਹਨਾਂ ਨੂੰ ਇਹ ਲੱਗਦਾ ਸੀ ਕਿ ਵੀ ਅਫਗਾਨਿਸਤਾਨ 'ਚ ਤਾਲਿਬਾਨ ਦੇ ਨਾਲ ਸਿਰਫ ਇੱਕ ਸਟੇਟ ਹੈ ਨਾਲ ਲੱਗਦੀ ਤਾਜ਼ਿਕਸਤਾਨ ਕਿਉਂਕਿ ਮਸੂਦ ਜਿਹੜਾ ਤਾਜ਼ਿਕ ਓਰੀਜਨ ਦਾ ਸੀ ਔਰ ਅਫਗਾਨਿਸਤਾਨ ਦੀ ਜੇ ਮੈਂ ਗਲਤ ਨਾ ਹੋਵਾਂ 15% ਦੀ ਆਬਾਦੀ ਤਾਜ਼ਿਕ ਹੈ ਔਰ ਇੰਡੀਆ ਦਾ ਉੱਥੇ ਥੋੜਾ ਜਿਹੜਾ ਉਹ ਹੱਥ ਵੀ ਪੈਂਦਾ ਇੱਕ ਹਸਪੀਟਲ ਇਹਨਾਂ ਨੇ ਬਣਾਇਆ ਹੋਇਆ ਹੈ ਔਰ ਵੈਸੇ ਰਸ਼ੀਆ ਦਾ ਬੇਸ ਵੀ ਹੈ ਔਰ ਰਸ਼ੀਆ ਔਰ ਚਾਈਨਾ ਦੀ ਸਾਂਝ ਹੈ ਬੜੀ ਕਲੋਜ਼ਲੀ ਉਹ ਤਾਂ ਚਾਈਨਾ ਦਾ ਆਪਣੇ ਆਪ ਨੂੰ ਛੋਟਾ ਭਰਾ ਕਹਿੰਦਾ ਹੁਣ ਇਸ ਸਾਰੇ 'ਚ ਇੰਡੀਆ ਨੂੰ ਲੱਗਾ ਕਿ ਵੀ ਸਾਡੇ ਕੋਲ ਜੇ ਅਸੀਂ ਇਹ ਜਿਹੜੇ 5 ਰਿਪਬਲਿਕ ਨੇ ਅਫਗਾਨਿਸਤਾਨ ਤਾਂ ਗਿਆ ਹੱਥੋਂ ਉੱਥੇ ਤਾਂ ਇਹਨਾਂ ਦਾ ਕੁਝ ਵਟਿਆ ਨਹੀਂ ਜਾਂਦਾ ਔਰ ਉਹਨਾਂ ਨੇ ਕਿਹਾ ਵੀ ਇਹ ਜਿਹੜੇ ਨੇ ਸੈਂਟਰਲ ਏਸ਼ੀਅਨ ਰਿਪਬਲਿਕ ਜੇ ਅਸੀਂ ਇਹਨਾਂ ਨੂੰ ਆਪਣੇ ਜਹਾਜ਼ੇ ਚਾੜ ਲਈਏ ਥੋੜਾ ਬਹੁਤ ਕਿਉਂਕਿ ਫਾਈਨੈਂਸ਼ੀਅਲ ਇਨਵੈਸਟਮੈਂਟ ਹੋ ਜਾਏ ਜਾਂ ਦੂਜੇ ਇਹਨਾਂ ਨੂੰ ਅਸੀਂ ਅਫਗਾਨਿਸਤਾਨ ਦੇ ਅਗੇਂਸਟ ਵੀ ਵਰਤ ਸਕਦੇ ਹਾਂ
ਪਾਕਿਸਤਾਨ ਦੇ ਅਗੇਂਸਟ ਫਿਰ ਆਬਵੀਅਸਲੀ ਚਾਈਨਾ ਨੂੰ ਕਾਊਂਟਰ ਕਰਨ ਦੇ ਲਈ ਵੀ। ਔਰ ਇਹੀ ਕਾਰਨ ਸੀ ਕਿ ਇਸ ਰਿਪਬਲਿਕ ਡੇ ਦੇ ਮੌਕੇ ਜਿਹੜਾ ਅੱਜ ਅਸੀਂ ਗੱਲ ਕਰ ਰਹੇ ਹਾਂ, ਮਹੀਨਾ ਪਹਿਲਾਂ ਉਹਨਾਂ ਨੇ ਪਲਾਨ ਕੀਤਾ ਕਿ ਜੀ ਅਸੀਂ ਜਿਹੜਾ ਸਾਡੇ ਰਿਪਬਲਿਕ ਡੇ ਦੇ ਮੌਕੇ ਤੇ ਯੂਜੂਅਲੀ ਇੱਕ ਚੀਫ ਗੈਸਟ ਹੁੰਦਾ ਹੈ, ਉਹਨਾਂ ਨੇ ਕਿਹਾ ਜੀ 5 ਇਹ ਜਿਹੜੇ ਸੈਂਟਰਲ ਏਸ਼ੀਅਨ ਰਿਪਬਲਿਕ ਨੇ ਇਹਨਾਂ ਦੇ ਪ੍ਰੈਜ਼ੀਡੈਂਟ ਸਾਡੇ ਚੀਫ ਗੈਸਟ ਹੋਣਗੇ। ਪਰ ਐਨ ਮੌਕੇ ਤੇ ਹਫ਼ਤਾ ਕੁ ਪਹਿਲਾਂ ਉਹਨਾਂ ਨੇ ਕਿਹਾ ਜੀ ਅਸੀਂ ਤਾਂ ਨਹੀਂ ਆਉਂਦੇ। ਹੁਣ ਇਹਨਾਂ ਨੂੰ ਲੱਗਾ ਕਿ ਵੀ ਇਹ ਤਾਂ ਬਿਲਕੁਲ ਹੀ ਜਿਹਨੂੰ ਕਹਿੰਦੇ ਨੇ ਬੇਇੱਜ਼ਤੀ ਖਰਾਬ ਹੋ ਗਈ। ਔਰ ਇਹਨਾਂ ਨੇ ਕਿਹਾ ਜੀ ਕੋਈ ਗੱਲ ਨਹੀਂ ਹੈ, 26 ਨੂੰ ਜਿਹੜਾ ਹੈ ਉਹ ਨਹੀਂ ਵੀ ਆ ਸਕਦੇ ਤੇ ਅਸੀਂ 27 ਤਰੀਕ ਨੂੰ ਜਿਹੜੀ ਹੈ ਉਹ ਇੱਕ ਵਰਚੁਅਲ ਸਮਿਟ ਇਹਨਾਂ 5 ਮੁਲਕਾਂ ਦੀ ਹੋਏਗੀ ਔਰ ਇੰਡੀਆ ਦੇਖੇਗਾ ਵੀ ਉਹਦੇ 'ਚ ਅਸੀਂ ਕੀ ਇਨਵੈਸਟਮੈਂਟ ਕਰ ਸਕਦੇ ਹਾਂ, ਕੀ ਕਰਨਾ ਹੈ। ਲੇਕਿਨ ਉਹ ਤਾਂ 27 ਤਾਂ ਜੇ ਆਉਂਦਿਆਂ ਆਉਣੀ ਸੀ ਜਿਹੜੀ ਹੁਣ ਹੋਣੀ ਹੈ। ਲੇਕਿਨ ਚੀਨ ਨੇ ਜਿੱਥੇ ਉਹਨਾਂ ਨੇ ਐਨ 24 ਘੰਟੇ ਦੇ ਨੋਟਿਸ ਦੇ ਉੱਤੇ ਇਹਨਾਂ 5 ਹੀ ਰਿਪਬਲਿਕਸ ਦੇ ਨਾਲ ਪ੍ਰੈਜ਼ੀਡੈਂਟ ਸ਼ੀ ਜਿਨਪਿੰਗ ਨੇ ਜਿਹੜੀ ਹੈ ਮੀਟਿੰਗ ਕੀਤੀ। ਔਰ ਉਹਦੀ ਖਬਰ ਜਦੋਂ ਅਸੀਂ ਅੱਜ ਦੇਖਦੇ ਕਿ ਉਸ ਜਿਹੜੀ ਸਮਿਟ ਹੋਈ ਉਸ ਦਾ ਨਤੀਜਾ ਕਿ ਪ੍ਰੈਜ਼ੀਡੈਂਟ ਸ਼ੀ ਆਫਰ ਸੈਂਟਰਲ ਏਸ਼ੀਅਨ ਕੰਟਰੀਜ਼ $500 ਮਿਲੀਅਨ। ਉਹਨਾਂ ਨੇ ਕਿਹਾ ਜੀ ਛੋਟੇ ਛੋਟੇ ਨੇ ਕਿ $500 ਮਿਲੀਅਨ ਦਾ ਅਸੀਂ ਤੁਹਾਨੂੰ ਜਿਹੜੀ ਹੈ ਉਹ ਗ੍ਰਾਂਟ ਦਿੰਨੇ, ਕੋਈ ਲੋਨ ਨਹੀਂ ਹੈ। ਅਨਾਉਂਸਿਸ $70 ਬਿਲੀਅਨ ਟ੍ਰੇਡ ਟਾਰਗੇਟ। ਹੁਣ ਜਿਹੜਾ ਟ੍ਰੇਡ ਹੈ ਇਹਨਾਂ ਦਾ ਆਲਰੇਡੀ ਚਾਈਨਾ ਦਾ ਇਹਨਾਂ 5 ਮੁਲਕਾਂ ਦੇ ਨਾਲ $40 ਬਿਲੀਅਨ ਦਾ 2018 ਦੇ ਵਿੱਚ ਟ੍ਰੇਡ ਹੋਇਆ ਪ੍ਰੀ ਕੋਵਿਡ। ਔਰ ਉਹਨਾਂ ਨੇ ਕਿਹਾ ਜੀ ਅਸੀਂ ਇਸ 2022 ਦੇ ਵਿੱਚ ਇਸ 40 ਬਿਲੀਅਨ ਨੂੰ 70 ਬਿਲੀਅਨ ਤੇ ਲੈ ਜਾਵਾਂਗੇ। 500 ਮਿਲੀਅਨ ਜਿਹੜੀ ਹੈ ਉਹ ਫਾਈਨੈਂਸ਼ੀਅਲ ਹੈਲਪ ਔਰ ਇਸੇ ਤਰ੍ਹਾਂ 50 ਮਿਲੀਅਨ ਡੋਜ਼ਿਸ ਆਫ ਵੈਕਸੀਨ। ਔਰ ਇਹ ਸਾਰਿਆਂ ਦੇ ਨਾਲ ਨਾਲ ਉਹਨਾਂ ਦੀ ਜਿਹੜੀ ਜੁਆਇੰਟ ਸਟੇਟਮੈਂਟ ਵੀ ਸਾਰਿਆਂ ਦੀ ਆਈ ਕਿ ਭਾਈ 30 ਸਾਲ ਇਹਨਾਂ ਦੇ ਡਿਪਲੋਮੈਟਿਕ ਰਿਲੇਸ਼ਨਸ ਨੂੰ ਹੋ ਗਏ ਨੇ, ਕਿਉਂਕਿ 30 ਸਾਲ ਪਹਿਲਾਂ ਇਹ ਮੁਲਕ ਬਣੇ ਔਰ ਚਾਈਨਾ ਨਾਲ ਸਭ ਤੋਂ ਪਹਿਲਾਂ ਇਹਨਾਂ ਦੇ ਉਹ ਐਸਟੈਬਲਿਸ਼ ਹੋਏ। ਔਰ ਇੰਡੀਆ ਦਾ ਤਾਂ ਕੋਈ ਡਾਇਰੈਕਟ ਬਾਰਡਰ ਨਹੀਂ ਲੱਗਦਾ। ਚਾਈਨਾ ਦਾ ਬਾਰਡਰ ਕਿਉਂਕਿ ਅਫਗਾਨਿਸਤਾਨ ਨਾਲ ਲੱਗਦਾ ਹੈ, ਅਫਗਾਨਿਸਤਾਨ ਰਾਹੀਂ ਤਾਜਿਕਸਤਾਨ ਔਰ ਉਹਦੀ ਕੰਟੀਨਿਊਟੀ ਵੀ ਹੈ। ਔਰ ਇਹ ਜਿਹੜਾ ਉਹਨਾਂ ਦੀ $40 ਬਿਲੀਅਨ ਦੀ ਵੀ 2018 ਦੀ ਟ੍ਰੇਡ ਹੈ, ਇਟ ਇਜ਼ 20 ਟਾਈਮਸ ਮੋਰ ਦੈਨ ਇੰਡੀਆਜ਼ ਟ੍ਰੇਡ ਵਿਦ ਦਾ ਰੀਜਨ ਦੈਟ ਈਅਰ, ਕਿ ਭਾਰਤ ਨਾਲੋਂ 20 ਗੁਣਾ ਜ਼ਿਆਦਾ। ਔਰ ਜਿਹੜੀ ਇਹ ਸਾਰੇ ਦੇ ਉੱਤੇ ਉਹਨਾਂ ਨੇ ਕਿਹਾ ਚਾਈਨਾ ਨੇ ਕਿ ਸੈਵਰਲ ਬਿਗ ਪ੍ਰੋਜੈਕਟਸ ਆਫ ਸਟ੍ਰੈਟੇਜਿਕ ਇੰਪੋਰਟੈਂਸ ਉਹ ਅਨਲੀਸ਼ ਨੇ। ਚਾਈਨਾ ਸੈਂਟਰਲ ਏਸ਼ੀਆ ਨੈਚੁਰਲ ਗੈਸ ਪਾਈਪਲਾਈਨ, ਚਾਈਨਾ ਕਜ਼ਾਕਿਸਤਾਨ ਕਰੂਡ ਆਇਲ ਪਾਈਪਲਾਈਨ, ਚਾਈਨਾ ਕਿਰਗਿਸਤਾਨ ਉਜ਼ਬੇਕਿਸਤਾਨ ਹਾਈਵੇ, ਚਾਈਨਾ ਤਾਜਿਕਸਤਾਨ ਐਕਸਪ੍ਰੈਸਵੇ ਔਰ ਇਸੇ ਤਰ੍ਹਾਂ ਚਾਈਨਾ ਯੂਰਪ ਰੇਲਵੇ ਐਕਸਪ੍ਰੈਸ ਜਿਹੜੀ ਇਹ ਸੈਂਟਰਲ ਏਸ਼ੀਆ ਚੋਂ ਨਿਕਲਦਾ ਬੜੀ ਤੇਜ਼ੀ ਦੇ ਨਾਲ ਉਹ ਬਣ ਰਹੀ ਹੈ। ਔਰ ਇਸ ਸਾਰੇ ਦੇ ਨਾਲ ਨਾਲ ਉਹਨਾਂ ਨੇ ਕਿਹਾ ਦੇ ਵਿਲ ਪ੍ਰੋਵਾਈਡ ਏ ਗ੍ਰਾਂਟ ਅਸਿਸਟੈਂਸ ਆਫ $500 ਮਿਲੀਅਨ ਟੂ ਸੈਂਟਰਲ ਏਸ਼ੀਅਨ ਕੰਟਰੀਜ਼ ਇਨ ਸਪੋਰਟ ਆਫ ਲਾਈਵਲੀਹੁੱਡ ਪ੍ਰੋਗਰਾਮਸ। ਸੋ ਇਹ ਇਹਨਾਂ ਦੀ ਬੜੀ ਕਾਮਯਾਬੀ ਹੈ ਮੈਂ ਸਮਝਦਾ। ਔਰ ਉਹਨਾਂ ਨੇ ਇੰਡੀਆ ਨੂੰ ਪ੍ਰੀਐਂਪਟ ਕੀਤਾ ਹੈ ਔਰ ਇੰਡੀਆ ਜਿਹਨੇ ਹੁਣ ਕੱਲ ਮੀਟਿੰਗ ਕਰਨੀ ਹੈ ਉਹਨਾਂ ਨੇ ਵੀ ਆਪਣੀ ਖਬਰ ਲਵਾਈ, ਪਰ ਆਲਰੇਡੀ ਘਰ 'ਚ ਤਾਂ ਸੰਨ ਲੱਗ ਗਈ, ਪੱਲੇ ਤਾਂ ਕੁਝ ਨਹੀਂ ਹੈ। ਫੋਕਸ ਔਨ ਟ੍ਰੇਡ ਐਂਡ ਕਨੈਕਟੀਵਿਟੀ ਐਜ਼ PM ਮੋਦੀ ਸੈਟ ਟੂ ਹੋਸਟ 5 ਇੰਡੀਆ ਸੈਂਟਰਲ ਏਸ਼ੀਆ ਸਮਿਟ ਕਿ ਉਹਨਾਂ ਨੇ ਕਰਨੇ ਪ੍ਰੈਜ਼ੀਡੈਂਟਸ ਇਹਨਾਂ ਦੇ ਕਜ਼ਾਕਿਸਤਾਨ, ਕਿਰਗਿਸਤਾਨ, ਤਾਜਿਕਸਤਾਨ, ਤੁਰਕਮਾਨਿਸਤਾਨ ਔਰ ਉਜ਼ਬੇਕਿਸਤਾਨ ਦੇ। ਇਹ ਮੀਟਿੰਗ ਜਿਹੜੀ ਹੈ ਕੱਲ 4:30 ਵਜੇ ਸ਼ੁਰੂ ਹੋਏਗੀ ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਹੁਣ ਤੱਕ ਸਿਰਫ $2 ਬਿਲੀਅਨ ਦੀ ਟ੍ਰੇਡ ਹੈ ਇੰਡੀਆ ਔਰ ਇਹਨਾਂ 5 ਰਿਪਬਲਿਕਸ ਦੇ ਵਿੱਚ। ਔਰ ਇਹ ਵੀ ਜਿਹੜੀ ਹੈ ਕਜ਼ਾਕਿਸਤਾਨ ਕੋਲ ਬਹੁਤ ਜ਼ਿਆਦਾ ਐਨਰਜੀ ਹੈ, ਉੱਥੋਂ ਹੀ ਉਹ ਜਿਹੜੀ ਐਨਰਜੀ ਐਕਸਪੋਰਟ ਹੀ ਹੈ। ਔਰ ਆਲਰੇਡੀ ਇੰਡੀਆ ਨੇ ਇੱਕ ਵਾਰੀ $1 ਬਿਲੀਅਨ ਦੀ ਕ੍ਰੈਡਿਟ LOC ਡਿਵੈਲਪਮੈਂਟ ਪ੍ਰੋਜੈਕਟਸ ਲਈ ਦਿੱਤੀ ਸੀ, ਲੇਕਿਨ ਇਸ ਤੋਂ ਬਿਯੋਂਡ ਇਹਨਾਂ ਦੀ ਕੋਈ ਰੀਚ ਨਹੀਂ ਹੈ। ਕੋਵਿਡ-19 ਦੀ ਗੱਲ ਕਰ ਰਹੇ ਨੇ ਜੀ ਅਸੀਂ ਵੈਕਸੀਨ ਦੇ ਦੇਵਾਂਗੇ ਔਰ ਦੂਜਾ, ਲੇਕਿਨ ਅਲਟੀਮੇਟ ਫੋਕਸ ਇਹਨਾਂ ਦਾ ਜਿਵੇਂ ਇਹਨਾਂ 5 ਰਿਪਬਲਿਕਸ ਨੂੰ ਕਾਬੂ ਕਰਨ ਦਾ ਸੀ ਉਹ ਫੇਲ ਹੋਏ, ਕਿਉਂਕਿ ਇਹਨਾਂ ਦਾ ਆਪਣਾ ਵੀ ਮੰਨਣਾ ਹੈ ਕਿ ਅਫਗਾਨਿਸਤਾਨ ਨੂੰ ਘੇਰਨਾ, ਕਿਉਂਕਿ ਤਾਜਿਕਸਤਾਨ ਦਾ ਬਾਰਡਰ ਲੱਗਦਾ ਹੈ, ਉਜ਼ਬੇਕਿਸਤਾਨ ਦਾ ਵੀ ਲੱਗਦਾ ਹੈ। ਉਹਨਾਂ ਨੇ ਕਿਹਾ ਕਿ ਵੀ ਇਸ ਸਾਰੇ ਦੇ ਉੱਤੇ ਹੁਣ ਇਹ ਤਾਂ ਇਹਨਾਂ ਦਾ ਜ਼ੋਰ ਲੱਗਾ ਹੋਇਆ ਸੀ ਕਿ ਤਾਲਿਬਾਨ ਦੀ ਰੈਕਗਨੀਸ਼ਨ ਨਾ ਹੋਏ ਕਿਸੇ ਪਾਸਿਓਂ ਵੀ, ਲੇਕਿਨ ਇਹਨਾਂ ਦੇ ਲਈ ਇੱਕ ਸਰਪ੍ਰਾਈਜ਼ ਐਲੀਮੈਂਟ ਵੀ ਸੀ ਕਿ ਇਸ ਵੇਲੇ ਤਾਲਿਬਾਨ ਸਰਕਾਰ ਦਾ ਇੱਕ ਵੱਡਾ ਡੈਲੀਗੇਸ਼ਨ ਔਸਲੋ ਨਾਰਵੇ ਦੇ ਵਿੱਚ ਜਿਹੜਾ ਹੈ ਉਹ ਗੱਲਬਾਤ ਕਰ ਰਿਹਾ ਫੋਰਨ ਹਕੂਮਤਾਂ ਦੇ ਨਾਲ ਔਰ ਆਲਮੋਸਟ ਗੱਲਬਾਤ ਮੁਕੰਮਲ ਹੋਈ, ਜਿਹਨੂੰ ਉਹਨਾਂ ਨੇ ਬੜਾ ਆਪਟੀਮਿਸਟਿਕਲੀ ਕਿਹਾ ਕਿ ਕਾਮਯਾਬ ਰਹੀ। ਔਰ ਇਸ ਗੱਲਬਾਤ ਦੇ ਵਿੱਚ ਅਨਸ ਹਕਾਨੀ ਜਿਹੜਾ ਤਾਲਿਬਾਨ ਮਿਨਿਸਟਰ ਹੈ ਉਹ ਵੀ ਸ਼ਾਮਲ ਹੈ।
ਹੁਣ ਅਨਸ ਹਕਾਨੀ ਉਹ ਹੈ ਜਿਸ ਹਕਾਨੀ ਨੈਟਵਰਕ ਨੂੰ ਅਮਰੀਕਾ ਵੀ ਜਿਹੜਾ ਉਹ ਦਹਿਸ਼ਤਗਰਦ ਕਹਿੰਦਾ, ਔਰ UN ਨੇ ਵੀ ਉਸ ਨੂੰ ਜਿਹੜਾ ਉਹ ਕੀਤਾ, ਔਰ ਇੰਡੀਆ ਤੇ ਕਹਿੰਦਾ ਜੀ ਦੇਖੋ ਹਕਾਨੀ ਨੈਟਵਰਕ ਨੇ ਸਾਡੇ ਕਾਬਲ ਜਿਹੜਾ ਐਮਬੈਸੀ ਤੇ ਅਟੈਕ ਹੋਇਆ ਸੀ ਉਹਦੇ 'ਚ ਉਹਨਾਂ ਨੇ ਕੀਤਾ ਸੀ, ਪਰ ਉਹ ਇਸ ਵੇਲੇ ਉੱਥੇ ਔਸਲੋ ਨਾਰਵੇ 'ਚ ਬਹਿ ਕੇ ਜਿਹੜਾ ਔਰ ਬਹੁਤ ਜਲਦੀ ਤਾਲਿਬਾਨ ਦੀ ਜਿਹੜੀ ਹੈ ਇਸ ਸਾਰੇ 'ਚ ਰੈਕਗਨੀਸ਼ਨ ਵੀ ਨਿਕਲ ਸਕਦੀ ਹੈ। ਔਰ ਇਸ ਸਾਰੇ ਦੇ ਵਿੱਚ ਵੀ ਆਲਰੇਡੀ ਇਹਨਾਂ 5 ਰਿਪਬਲਿਕਸ ਚੋਂ 4 ਜਿਹੜੇ ਨੇ ਸਿਰਫ ਅਜੇ ਤਾਜ਼ਿਕਸਤਾਨ ਨੇ ਆਪਣੀ ਐਮਬੈਸੀ ਨਹੀਂ ਖੋਲੀ, 4 ਨੇ ਤਾਂ ਜਿਹੜੀ ਹੈ ਉਹ ਕਾਬਲ ਦੇ ਵਿੱਚ ਆਪਣੀਆਂ ਐਮਬੈਸੀਆਂ ਖੋਲੀਆਂ ਹੋਈਆਂ, ਔਰ ਇਹ ਪੰਜੋ ਦੇ ਪੰਜੋ ਮੁਲਕ ਜਿਹੜੇ ਨੇ ਬੈਲਟ ਐਂਡ ਰੋਡ ਇਨੀਸ਼ੀਏਟਿਵ ਦਾ ਹਿੱਸਾ ਨੇ। ਸੋ ਹੁਣ ਇਸ ਸਾਰੇ ਦੇ ਦੇਖਦੇ ਹਾਂ ਇੰਡੀਆ ਦੀ ਇਹ ਜਿਹੜੀ ਵਰਚੁਅਲ ਮੀਟਿੰਗ ਹੈ ਇਹਨੂੰ ਕਹਿੰਦੇ ਨੇ ਐਕਸਰਸਾਈਜ਼ ਇਨ ਫਿਊਟਿਲਿਟੀ। ਆਲਰੇਡੀ ਚਾਈਨਾ ਨੇ ਮੱਖਣ ਲੈ ਲਿਆ, ਔਰ ਬਾਕੀ ਜਿਹੜੀ ਹੈ ਹੁਣ ਇਹਨਾਂ ਦੇ ਕੋਲ ਛਾਛ ਹੈ ਬਚੀ ਹੋਈ, ਉਹ ਪੀ ਲੈ। ਮੋਦੀ ਵੀ ਵੈਸੇ ਵੀ ਗਊ ਮੂਤਰ ਵੀ ਪੀਂਦੇ ਹੀ ਨੇ, ਤੇ ਛਾਛ ਪੀਣ 'ਚ ਇਹਨਾਂ ਨੂੰ ਕੀ ਨੁਕਸਾਨ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨੇ ਬ੍ਰੇਕ ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084 ਅਗੇਨ 410 204 2084। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 713 686 12 ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਪੰਜਾਬ ਦੇ ਹਵਾਲੇ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਕਿ ਪੰਜਾਬ ਚੋਣਾਂ ਵਿੱਚ ਜਿਹੜਾ ਮਾਹੌਲ ਹੈ ਬਹੁਤ ਹੀ ਗੰਦਲਾ ਤੇ ਘਟੀਆ ਹੁੰਦਾ ਜਾ ਰਿਹਾ ਹੈ। ਹਰ ਸਿਆਸੀ ਧਿਰ ਪੰਜਾਬੀਆਂ ਨੂੰ ਮੰਗਤੇ ਸਮਝਦਿਆਂ ਮੁਫਤ ਚੀਜ਼ਾਂ ਦੇਣ ਦਾ ਐਲਾਨ ਕਰ ਰਹੀ ਹੈ। ਇਸ ਦਾ ਭਾਰਤੀ ਸੁਪਰੀਮ ਕੋਰਟ ਨੇ ਵੀ ਨੋਟਿਸ ਲਿਆ ਹੈ। ਸੋ ਕੀ ਗੈਰਤਮੰਦ ਅਤੇ ਅਣਖੀ ਪੰਜਾਬੀ ਕੌਮ ਹੁਣ ਮੁਫਤ ਖੋਰਾਂ ਅਤੇ ਮੰਗਤਿਆਂ ਦੀ ਕੌਮ ਬਣ ਗਈ ਹੈ? ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਵੈਸੇ ਤਾਂ ਜਦੋਂ ਤੁਸੀਂ ਚਿੱਕੜ ਦੇ ਵਿੱਚ ਜਾ ਕੇ ਅੰਦਾਜ਼ਾ ਲਾਉਣ ਦੀ ਕੋਸ਼ਿਸ਼ ਕਰਦੇ ਹੋ ਕਿ ਚਿੱਕੜ ਕਿੰਨਾ ਕੁ ਖਤਰਨਾਕ ਹੈ ਤੇ ਤੁਸੀਂ ਵੀ ਉਸ 'ਚ ਲਿਬੜਦੇ ਹੋ, ਨਹੀਂ ਤਾਂ ਛਿੱਟੇ ਤਾਂ ਪੈਂਦਾ ਹੀ ਨੇ ਭਾਵੇਂ ਕਿਸੇ ਲਿਹਾਜ਼ ਨਾਲ ਵੀ। ਸਾਡੀ ਮਜਬੂਰੀ ਵੀ ਹੈ, ਅਸੀਂ ਪੰਜਾਬ ਦੀ ਇਸ ਜਿਹੜੀ ਇਹ ਸਰਕਸ ਚੱਲ ਰਹੀ ਹੈ, ਚੋਣ ਸਰਕਸ, ਇਸ ਦਾ ਜ਼ਿਕਰ ਕਰੀਏ, ਪਰ ਅਸੀਂ ਅਫਸੋਸ ਨਾਲ ਕਰਦੇ ਹਾਂ। ਹਰ ਵਾਰ ਜਦੋਂ ਮੈਂ ਗੱਲ ਕਰਦਾ ਹਾਂ ਤਾਂ ਮੇਰਾ ਦਿਲ ਪੱਛਿਆ ਜਾਂਦਾ ਹੈ, ਕਿਉਂਕਿ ਇੱਕ ਪਾਸੇ ਅਸੀਂ ਅਣਖੀ ਗੈਰਤਮੰਦ ਪੰਜਾਬ, ਉਸ ਦੀ ਉਹ ਕੌਮ ਜਿਸ ਬਾਰੇ ਪ੍ਰੋਫੈਸਰ ਪੂਰਨ ਸਿੰਘ ਹੋਰਾਂ ਨੇ ਕਿਹਾ ਕਿ ਇਹ ਬੇਪਰਵਾਹ ਪੰਜਾਬ ਦੇ ਮੌਤ ਨੂੰ ਮਖੌਲਾਂ ਕਰਨ, ਮਰਨ ਥੀ ਨਹੀਂ ਡਰਦੇ, ਪਿਆਰ ਨਾਲ ਇਹ ਕਰਨ ਗੁਲਾਮੀ, ਜਾਨ ਕੋ ਆਪਣੀ ਵਾਰ ਦਿੰਦੇ, ਪਰ ਟੈ ਨਾ ਮੰਨਣ ਕਿਸੇ ਦੀ, ਖਲੋ ਜਾਣ ਡਾਂਗਾ ਮੋਢੇ ਤੇ ਉਲਾਰ ਕੇ। ਹੁਣ ਕਿੱਥੇ ਉਹ ਗੈਰਤ ਔਰ ਅਣਖ? ਔਰ ਹੁਣੇ ਹੀ ਉਸ ਗੈਰਤ ਔਰ ਅਣਖ ਦਾ ਨਤੀਜਾ ਕਿਸਾਨ ਲਹਿਰ ਉਸ ਵਿਕਟਰੀ ਦੇ ਰੂਪ 'ਚ ਅਸੀਂ ਦੇਖਿਆ। ਲੇਕਿਨ ਇਸੇ ਹੀ ਗੈਰਤ ਔਰ ਅਣਖ ਨੂੰ ਦੁਸ਼ਮਣ ਜਿਹਨੇ ਅੱਡ-ਅੱਡ ਰੂਪ ਧਾਰੇ ਹੋਏ ਨੇ, RSS ਦੀਆਂ ਹੀ ਇਹ ਸਾਰੀਆਂ ਜਿਹੜੀਆਂ ਨੇ ਉਹ ਕਲਾਕ੍ਰਿਤੀਆਂ ਨੇ, ਉਹ BJP ਤਾਂ ਹੈ ਹੀ ਉਹਨਾਂ ਦੀ ਮਾਂ ਧੀ ਹੈ, RSS ਸੰਘ ਪਰਿਵਾਰ ਦਾ ਹਿੱਸਾ ਹੈ। ਲਾਲਾ ਕੇਜਰੀਵਾਲ ਲਿਆ ਕੇ ਪੰਜਾਬ ਦੇ ਵਿੱਚ ਇਹਨਾਂ ਨੇ B ਟੀਮ ਖੜਾ ਕੀਤਾ। ਕਾਂਗਰਸ ਦੇ ਉੱਤੇ ਇਸ ਕਿਸਮ ਦਾ ਦਬਾਅ ਬਣਾ ਦਿੱਤਾ ਗਿਆ, ਹਾਲਾਂ ਉਹ ਪਹਿਲਾਂ ਹੀ ਐਂਟੀ ਸਿੱਖ ਉਹਨਾਂ ਦੀ ਲਾਈਨ ਰਹੀ ਹੈ। ਔਰ ਲੇਕਿਨ ਇਸ ਵੇਲੇ
ਜੋ ਚੱਲ ਰਿਹਾ ਹੈ ਉਸ ਦੇ ਵਿੱਚ, ਔਰ ਇਹ ਵਿੱਚ ਉਹਨਾਂ ਨੇ ਜਿਹੜੇ ਟਰੋਜਨ ਹਾਰਸ ਖੜੇ ਕੀਤੇ, ਕੈਪਟਨ ਅਮਰਿੰਦਰ ਢੀਂਡਸਾ ਔਰ ਇਹਨਾਂ ਸਾਰਿਆਂ 'ਚ, ਔਰ ਫਿਰ ਇਸ ਜਿਹੜੀ ਇੱਕ ਰੂਰਲ ਸਾਈਕੀ ਹੈ ਜਿਹਦੇ 'ਚ ਇੱਕ ਦੂਜੇ ਨੂੰ ਵੰਗਾਰਨ, ਲਲਕਾਰਨ, ਤੂੰ ਨਿਕਲ ਓਏ, ਤੂੰ ਨਿਕਲ, ਲਲਕਾਰੇ ਮਾਰਨਾ, ਬੱਕਰੇ ਬੁਲਾਣਾ। ਹੁਣ ਸਾਰਾ ਸਿਆਸਤ ਦਾ ਲੈਵਲ ਇੱਕ ਪਾਸੇ ਉਸ ਲੈਵਲ ਤੇ ਲਿਜਾ ਕੇ ਖੜਾ ਕਰਤਾ। ਖਬਰਾਂ ਹੋਣਗੀਆਂ ਜੀ ਬਿਕਰਮ ਮਜੀਠੀਆ ਨੇ ਕੀਤਾ ਐਲਾਨ ਨਵਜੋਤ ਸਿੱਧੂ ਦੇ ਬਰਾਬਰ ਲੜੇਗਾ, 94 ਸਾਲਾ ਪ੍ਰਕਾਸ਼ ਸਿੰਘ ਬਾਦਲ ਉਤਰਿਆ ਲੰਬੀ ਤੋਂ ਉਮੀਦਵਾਰ ਹੋਏਗਾ। ਬੁੜਿਆ ਤੇ ਕੀ ਉਹਨੂੰ ਕਹਿੰਦੇ ਨੇ, ਅੱਜ ਕਹਿ ਰਿਹਾ ਸੀ ਕਿ ਭਾਈ ਕਬਰਾਂ 'ਚ ਲੱਤਾਂ ਨੇ, ਲੇਕਿਨ ਮਤਲਬ ਪਰ ਇਸ ਸਾਰੇ 'ਚ ਜਿਹੜਾ ਸਭ ਤੋਂ ਤਰਸਯੋਗ ਜਾਂ ਇਹ ਹਾਲਤ ਬਣੀ ਹੋਈ ਹੈ ਜਿਹਨੂੰ ਫ੍ਰੀ ਬੀਜ਼ ਕਹਿੰਦੇ ਨੇ ਅਮਰੀਕਾ 'ਚ, ਕਿ ਵੀ ਕੋਈ ਆ ਰਿਹਾ, ਕੋਈ ਕਹਿੰਦਾ ਜੀ ਮੈਂ ਜਿਹੜਾ ਉਹ 1000 ਰੁਪਈਆ ਕੇਜਰੀਵਾਲ ਕਹਿੰਦਾ ਘਰ ਬੈਠੀ ਔਰਤਾਂ ਨੂੰ ਦਿਆਂਗਾ, ਉਹ ਨਵਜੋਤ ਸਿੱਧੂ ਮੈਂ 2 ਦਊਂ, ਮੈਂ ਤਾਂ ਸਕੂਟਰੀ ਦਊਂ ਜਿਹੜਾ ਕਾਲਜ, ਮਤਲਬ ਔਰ ਇਹੀ ਹਾਲ ਉਹੀ ਫ੍ਰੀ ਕਣਕ ਦਾਲ ਫਲਾਣੀ ਸਕੀਮ, ਉਹ ਜਿਹੜਾ ਸੂਬਾ ਸਾਰੇ ਭਾਰਤ ਨੂੰ ਖਵਾਉਂਦਾ ਹੈ ਔਰ ਜਿਨ੍ਹਾਂ ਦੀ ਗੈਰਤ ਔਰ ਅਣਖ ਜ਼ਮਾਨੇ ਨੇ ਦੇਖੀ ਹੈ ਕਿਸ ਹੱਦ ਤੱਕ ਜਾ ਕੇ ਇਹ ਸਾਰਾ ਫ੍ਰੀ ਵੀ, ਔਰ ਇਹ ਵੀ ਅਲਟੀਮੇਟਲੀ ਜੇ ਤੁਸੀਂ ਕਿਸੇ ਨੂੰ ਕਰਮਹੀਣ ਕਰਨਾ ਹੋਏ, ਬੇਸ਼ੱਕ ਅਮਰੀਕਾ ਨੇ ਨੇਟਿਵਸ ਦੇ ਨਾਲ ਇੱਥੇ ਕੀ ਕੀਤਾ, ਨੇਟਿਵ ਅਮਰੀਕਨਸ ਜਾਂ ਦੂਜੇ, ਪਰ ਇੱਕ ਗੱਲ ਬਿਲਕੁਲ ਪੱਕੀ ਹੈ ਕਿ ਜਦੋਂ ਇਹਨਾਂ ਨੇ ਰਿਜ਼ਰਵੇਸ਼ਨਸ ਕ੍ਰੀਏਟ ਕਰ ਦਿੱਤੀਆਂ, ਉਹਨਾਂ ਨੇ ਕਿਹਾ ਜੀ ਆ ਇੰਨੇ ਬਿਲੀਅਨ ਅਸੀਂ ਰੱਖਿਆ ਆ ਫਲਾਣੇ ਟ੍ਰਾਈਬ ਲਈ, ਫਲਾਣੇ ਕਬੀਲੇ ਲਈ, ਤੁਹਾਡੀ ਇਹ ਥਾਂ ਹੈ, ਉਹਨਾਂ ਨੇ ਉਹਨਾਂ ਨੂੰ ਨਿਕੰਮੇ ਬਣਾ ਦਿੱਤਾ। ਕਿੱਥੇ ਉਹੀ ਨੇਟਿਵ ਅਮਰੀਕਨਸ ਜਿਹੜੇ ਨੇ ਉਹ ਇਹਨਾਂ ਦੀਆਂ ਬੰਦੂਕਾਂ ਦਾ ਤੀਰ ਕਮਾਨਾਂ ਨਾਲ ਮੁਕਾਬਲਾ ਕਰਦੇ ਸੀ। ਫਿਰ ਰਿਜ਼ਰਵੇਸ਼ਨ 'ਚ ਉਹਨਾਂ ਨੇ ਕਿਹਾ ਜੀ ਕੋਈ ਨਹੀਂ, ਇੱਥੇ ਤੁਸੀਂ ਸ਼ਰਾਬ ਔਰ ਦੂਜੀ ਮੁਫਤ, ਤੁਹਾਡੇ ਤੇ ਕੋਈ ਟੈਕਸ ਨਹੀਂ ਕਿਉਂਕਿ ਤੁਹਾਡੀ ਟੈਰੀਟਰੀ ਹੈ। ਤੁਸੀਂ ਅਮਰੀਕਾ 'ਚ ਅੱਜ ਵੀ ਦੇਖੋਗੇ ਕਿੰਨੀਆਂ ਰਿਜ਼ਰਵੇਸ਼ਨ ਨੇ ਉੱਥੇ ਲਿਟੇ ਹੁੰਦੇ ਨੇ ਸ਼ਰਾਬ ਪੀ ਕੇ ਜਾਂ ਦੂਜੇ। ਔਰ ਇਹੀ ਨਹੀਂ, ਜਦੋਂ ਤੁਸੀਂ ਅੱਜ ਅਮਰੀਕਾ 'ਚ ਬਿਜ਼ਨਸਮੈਨਾਂ ਨਾਲ ਗੱਲ ਕਰੋਗੇ ਕਿ ਭਾਈ ਲੇਬਰ ਦੀ ਕਿੰਨੀ ਦਿੱਕਤ ਹੈ, ਜਾਂ ਵੱਡਾ ਕਾਰਨ ਕੋਵਿਡ ਦਾ ਪਹਿਲਾ ਚੱਲਿਆ $3 ਟ੍ਰਿਲੀਅਨ ਟਰੰਪ ਨੇ ਦਿੱਤਾ ਮੁਫਤ ਘਰਾਂ 'ਚ ਬੈਠਿਆ। ਬਾਈਡਨ ਆਇਆ ਕਿਉਂਕਿ ਕੰਪੀਟੀਸ਼ਨ ਉਹਨੇ ਵੀ ਦਿੱਤਾ, ਉਹ ਨਿਕੰਮੇ ਹੋ ਗਏ, ਇੱਥੇ ਕੋਈ ਕੰਮ ਕਰਕੇ ਰਾਜੀ ਨਹੀਂ, ਉਹਨਾਂ ਨੂੰ ਲੱਗਦਾ ਵੀ ਇਹਦੇ ਕੋਲੋਂ ਤਾਂ ਅਸੀਂ ਜਿਹੜਾ ਉਹ ਮौज ਕਰ ਰਹੇ। ਹੁਣ ਇਹ ਹੁੰਦਾ ਵੀ ਇੱਕ ਪਾਸੇ ਤੇ ਪੰਜਾਬ ਦੇ ਹੱਕਾਂ ਦੀ ਗੱਲ, ਪਾਣੀਆਂ ਦਾ ਮੁੱਦਾ, ਪੰਜਾਬ ਦੇ ਨੌਜਵਾਨਾਂ ਦੀ ਐਜੂਕੇਸ਼ਨ ਦਾ ਸਟੈਂਡਰਡ, ਦੂਸਰੇ ਉਹਦੀ ਥਾਂ ਤੇ ਹੋ ਕੀ ਰਿਹਾ ਉਹੀ ਪਾਰਟ। ਹੁਣ ਕਿਉਂਕਿ ਇਹ ਸਾਰੇ ਇਸ ਮੈਚ 'ਚ ਲੱਗੇ ਹੋਏ ਨੇ ਤੇ ਬੀਜੇਪੀ ਨੂੰ ਲੱਗਾ ਕਿ ਵੀ ਅਸੀਂ ਤਾਂ ਜਿਹੜਾ ਸਾਡੇ ਮੋਦੀ ਨੇ ਆ ਕੇ ਵੀ ਉਹਨਾਂ ਵੀ ਉੱਥੇ ਫਿਰੋਜ਼ਪੁਰ 'ਚ ਇਦਾਂ ਦਾ ਹੀ ਕੁਝ ਵੰਡਣਾ ਸੀ ਜੋ ਕੁਝ ਉਹ ਯੂਪੀ ਔਰ ਬਿਹਾਰ 'ਚ ਇੱਕ ਤੋਂ ਬਾਅਦ ਇੱਕ ਉਦਘਾਟਨ ਕਰਨ ਤੇ ਲੱਗੇ ਹੋਏ ਨੇ। ਯੂਪੀ 'ਚ ਖਾਸ ਤੌਰ ਤੇ ਜਿੱਥੇ ਚੋਣਾਂ ਨੇ, ਆਹ ਪ੍ਰੋਜੈਕਟ ਇੰਨੇ 100 ਕਰੋੜ, ਇੰਨੇ 100 ਲੱਖ, ਉਹ ਸਾਰਾ ਫ੍ਰੀ ਬੀਜ਼ ਦੇ ਉੱਤੇ ਸਾਰੇ ਨੇਸ਼ਨ ਨੂੰ ਲਾਇਆ ਹੋਇਆ, ਪਰ ਉਹ ਤਾਂ ਗੱਲ ਬਣੀ ਨਹੀਂ। ਹੁਣ ਉਹਨਾਂ ਨੂੰ ਹੋਰ ਕੁਝ ਨਹੀਂ ਸੁਝਿਆ। ਬੀਜੇਪੀ ਦਾ ਇੱਕ ਨੇ ਸੁਪਰੀਮ ਕੋਰਟ ਦੇ ਵਿੱਚ ਜਿਹੜੀ ਆ ਉਹ ਪਟੀਸ਼ਨ ਪਾਈ, ਬੀਜੇਪੀ ਦਾ ਨੇਤਾ ਅਸ਼ਵਨੀ ਕੁਮਾਰ ਉਪਾਧਿਆਏ, ਔਰ ਉਹਦੇ 'ਚ ਉਹਨੇ ਕਿਹਾ ਵੀ ਦੇਖੋ ਕਿ ਵੀ ਇਹਨਾਂ ਨੇ ਬਾਕੀ ਪਾਰਟੀਆਂ ਨੂੰ ਉਹਨਾਂ ਨੇ ਟਾਰਗੇਟ ਕੀਤਾ ਕਿ ਆਮ ਆਦਮੀ ਪਾਰਟੀ ਨੇ ਇਹ ਕਿਹਾ ਕਿ ਜੀ ਅਸੀਂ ਆਹ ਕਰਾਂਗੇ, ਜਿੰਨੇ ਉਹਨਾਂ ਨੇ ਵਾਅਦੇ ਕੀਤੇ ਨੇ ਉਹਨੂੰ ਪੂਰਾ ਕਰਨ ਲਈ 12,000 ਕਰੋੜ ਰੁਪਏ ਦੀ ਲੋੜ ਹੋਏਗੀ। ਜਿਹੜੇ ਅਕਾਲੀ ਦਲ ਬਾਦਲ ਨੇ ਇਕਰਾਰ ਕੀਤੇ ਨੇ ਉਹਦੇ ਲਈ 25,000 ਕਰੋੜ ਦੀ ਲੋੜ ਹੋਏਗੀ। ਕਾਂਗਰਸ ਜੋ ਕਹਿ ਰਹੀ ਹੈ ਦੇਗੀ ਉਹ 30,000 ਕਰੋੜ ਦੀ ਲੋੜ ਹੋਏਗੀ, ਪਰ ਰਾਜ ਦਾ ਜਿਹੜਾ GST ਕਲੈਕਸ਼ਨ ਉਹ ਤਾਂ ਸਿਰਫ 1400 ਕਰੋੜ ਹੈ। ਔਰ ਪੰਜਾਬ ਦੇ ਕਰਜ਼ੇ ਨੂੰ ਲੈ ਕੇ ਇਸ ਪਟੀਸ਼ਨ 'ਚ ਕਿਹਾ ਗਿਆ ਕਿ ਵੀ ਇਹ ਇੰਨਾ ਕਰਜ਼ਾ ਪੰਜਾਬ ਨੇ ਚੁੱਕਿਆ ਹੋਇਆ ਔਰ ਇਹਦੇ ਬਾਵਜੂਦ ਉਹ ਤਨਖਾਹਾਂ ਤੇ ਪੈਨਸ਼ਨਾਂ ਨਹੀਂ ਦੇ ਰਹੀ, ਉਹ ਤੋਹਫੇ ਕਿਵੇਂ ਦੇਗੀ? ਕੋਈ ਸਕੂਟਰੀਆਂ ਦੇ ਰਿਹਾ, ਕੋਈ ਕੰਪਿਊਟਰ ਦੇ ਰਿਹਾ, ਕੋਈ ਹੋਰ ਦੇ ਰਿਹਾ। ਉਹਨਾਂ ਨੇ ਕਿਹਾ ਕਿ ਜੀ ਇਹ ਜਿਹੜਾ ਹੈ ਜੇ ਇਵੇਂ ਜਿਵੇਂ ਪੰਜਾਬ ਦਾ ਕਰਜ਼ਾ ਵੱਧ ਰਿਹਾ, ਰਾਜ ਦਾ ਬਕਾਇਆ ਕਰਜ਼ਾ 1.82 ਹਜ਼ਾਰ ਕਰੋੜ ਰੁਪਏ ਹੋ ਗਿਆ। ਔਰ ਉਹਨਾਂ ਨੇ ਕਿਹਾ ਕਿ ਜੀ ਇਹ ਦੇਖੋ, ਹਾਲਾਂਕਿ ਇਹ ਵੀ ਡਰਾਮੇਬਾਜ਼ੀ ਹੈ, ਇਹੀ ਕੁਝ ਮੋਦੀ ਨੇ ਕਰਨਾ ਸੀ, ਪਰ ਮੈਨੂੰ ਕੁੱਲ ਮਿਲਾ ਕੇ ਇਹ ਨਜ਼ਰ ਆ ਰਿਹਾ ਕਿ ਭਾਈ ਜੋ ਚੱਲ ਰਿਹਾ, ਇੱਕ ਪਾਸੇ ਇਹ ਪਾਰਟ ਧਾਰਮਿਕ ਤੌਰ ਤੇ ਅਸੀਂ ਦੇਖਦੇ ਹਾਂ ਵੀ ਜੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਸੀ, ਹੁਣ ਜਿਹਨੂੰ ਉਹ ਕਾਲੀ ਮੰਦਰ ਜਿਹੜਾ ਪਟਿਆਲੇ 'ਚ ਘਟਨਾ ਹੋਈ ਉਹ ਸਾਹਮਣੇ ਆਇਆ ਕਿ ਭਾਈ ਉਹ ਉਸ ਘਰ ਨੂੰ ਬਿਲੋਂਗ ਕਰਦਾ ਹੈ, ਉਹਦੀ ਮਾਂ ਜਿਹੜੀ ਆ ਉਹ ਕਾਲੀ ਮਾਂ ਦੀ ਭਗਤ ਆ, ਉਹਨਾਂ ਦੇ ਘਰ 'ਚ ਮੰਦਰ ਬਣਾਇਆ ਹੋਇਆ ਉਹਨਾਂ ਨੇ, ਔਰ ਉਹਦੇ ਮਾਪਿਓ ਵੀ ਕਹਿ ਰਹੇ ਨੇ ਜੀ ਸਾਨੂੰ ਤਾਂ ਸਮਝ ਨਹੀਂ ਆਈ ਕਿ ਮੁੰਡਾ ਸਾਡਾ ਕਿਵੇਂ ਉੱਥੇ। ਸੋ ਮਤਲਬ ਉਹਨਾਂ ਨੇ ਇੱਕ ਪਾਸੇ ਨਫ਼ਰਤੀ ਪੋਲਰਾਈਜੇਸ਼ਨ ਦੀ ਲਾਈਨ ਸ਼ੁਰੂ ਕੀਤੀ ਹੋਈ ਹੈ, ਦੂਸਰੇ ਪਾਸੇ ਹੁਣ ਅਸੀਂ ਦੇਖਦੇ ਹਾਂ ਜੀ 4 ਪੰਜਾਬ ਪੋਲੀਟੀਸ਼ੀਅਨਸ ਵਿਜ਼ਿਟ ਡੇਰਾ ਸੱਚਾ ਸੌਦਾ ਹੈੱਡਕੁਆਰਟਰ ਇਨ ਸਰਸਾ। ਹੁਣ ਬੀਜੇਪੀ ਦਾ MLA ਪੰਜਾਬ ਦਾ ਅਰੁਣ ਨਾਰੰਗ,
ਸਰਦੂਲਗੜ੍ਹ ਤੋਂ ਬੀਜੇਪੀ ਦਾ ਕੈਂਡੀਡੇਟ ਜਗਜੀਤ ਸਿੰਘ ਮਿਲਖਾ, ਪੰਜਾਬ ਲੋਕ ਕਾਂਗਰਸ ਪਟਿਆਲਾ ਜਿਹੜਾ ਅਮਰਿੰਦਰ ਦੀ ਪਾਰਟੀ ਉਹਦਾ ਸੰਜੀਵ ਬਿੱਟੂ, ਤੇ ਕਾਂਗਰਸ ਦਾ ਮੌੜ ਤੋਂ ਕੈਂਡੀਡੇਟ ਮੰਗਤ ਰਾਮ ਬਾਂਸਲ ਔਰ ਨਾਲ ਦੇ ਨਾਲ ਹਰਿਆਣਾ ਅਸੈਂਬਲੀ ਦਾ ਡਿਪਟੀ ਸਪੀਕਰ ਰਣਬੀਰ ਸਿੰਘ ਗੰਗਵਾ, ਇਹ ਸੌਦਾ ਸਾਹਿਬ ਦੇ ਡੇਰੇ ਸਿਰਸੇ ਪਹੁੰਚੇ ਹੋਏ ਨੇ। ਹੁਣ ਇੱਕ ਕ੍ਰਿਮੀਨਲ, ਇੱਕ ਰੇਪਿਸਟ ਕਨਵਿਕਟਡ, ਇਹੀ ਨਹੀਂ ਕਿ ਵੀ ਉਹਦੇ ਤੇ ਸਿਰਫ ਦੋਸ਼ ਨੇ, ਔਰ ਇਹਦੇ ਬਾਵਜੂਦ ਕਿਵੇਂ ਇਹਨਾਂ ਐਂਟੀ ਸਿੱਖ ਫੋਰਸਿਸ ਨੂੰ ਔਰ ਇਸ ਕਿਸਮ ਦੇ ਡੇਰਾਵਾਦ ਨੂੰ ਜਿਹੜਾ ਉਹ ਪ੍ਰਮੋਟ ਕੀਤਾ ਜਾ ਰਿਹਾ। ਸੋ ਇਸ ਸਾਰੇ ਦੇ ਚਲਦੇ ਆ ਜੇ ਅਸੀਂ ਅਫਸੋਸ ਨਾ ਕਰੀਏ ਤੇ ਹੋਰ ਕੀ ਕਰੀਏ। ਹਾਲਾਂ ਸਾਨੂੰ ਸਾਡੇ ਕੁਝ ਵੀਰਾਂ ਵੱਲੋਂ ਪੁੱਛਿਆ ਜਾਂਦਾ ਹੈ, ਕਿਹਾ ਜਾਂਦਾ ਹੈ ਕਿ ਜੀ ਤੁਸੀਂ ਕਿਹਨੂੰ ਇੰਡੋਰਸ ਕਰਦੇ ਹੋ ਜਾਂ ਉੱਥੇ ਲੋਕਾਂ ਦੇ ਕੋਲ ਕੀ ਚੁਆਇਸ ਜਾਂ ਕੀ ਬਚੀ ਹੈ। ਬੇਸ਼ੱਕ ਇਸ ਮਾਮਲੇ ਦੇ ਵਿੱਚ ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ ਔਰ ਦੂਸਰੀਆਂ ਦੀ ਆਪਸ ਦੇ ਵਿੱਚ ਵਿਚਾਰ ਚੱਲ ਰਹੀ ਹੈ, ਅਸੀਂ ਇੰਡੋਰਸ ਉਹਨਾਂ ਵੱਲੋਂ ਉਹ ਜਿਹੜੇ ਨੇ ਕਰਨਾ ਚਾਹਣਗੇ। ਪਰ ਮੇਰੇ ਲਈ ਇਹ ਹੁੰਦਾ ਇੰਡੀਵਿਜੂਅਲੀ, ਮੈਂ ਸਮਝਦਾ ਹਾਲਾਂ ਸਾਡੀਆਂ ਹਮਦਰਦੀਆਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨਾਲ ਨੇ ਕਿਉਂਕਿ ਸਿੱਖੀ ਵੈਲਿਊਜ਼ ਲਈ, ਖਾਲਿਸਤਾਨ ਲਈ ਖਲੋਤੀ ਧਿਰ ਹੈ। ਪਰ ਇਹਦੀ ਫਲਿੱਪ ਸਾਈਡ ਇਹ ਹੈ ਕਿ ਇਹਨਾਂ ਸਾਰਿਆਂ ਨੇ ਮਾਹੌਲ ਇੰਨਾ ਕੁ ਗੰਦਲਾ ਕੀਤਾ ਹੋਇਆ ਹੈ ਕਿ ਇਹ ਇੱਕ ਡਬਲ ਐਜਡ ਸੌਰਡ ਬਣ ਜਾਂਦੀ ਹੈ, ਕਿਉਂਕਿ ਉਹ ਬਹੁਤ ਟਫ ਜਿਹੜੀ ਪੈਸੇ ਦੀ ਲੜਾਈ ਹੈ, ਇਧਰ ਤਾਂ ਸ਼ਰਾਬ ਵੰਡਣੀ ਹੈ, ਦੂਸਰਾ ਪਾਰਟ ਜਿਹੜਾ ਚੱਲ ਰਿਹਾ। ਤੇ ਕੱਲ ਨੂੰ ਜੇ ਤੁਹਾਡੀਆਂ ਬਾਹਰਲੀਆਂ ਧਿਰਾਂ ਜਿਹੜੀਆਂ ਨੇ ਉਹ ਐਂਡੋਰਸ ਖੁੱਲ੍ਹ ਕੇ ਕਰਦੀਆਂ ਨੇ ਖਾਲਿਸਤਾਨ ਦੇ ਮੁੱਦੇ ਦੇ ਉੱਤੇ, ਤੇ ਫਿਰ ਇਹ ਹੋਏਗਾ, ਦੇਖ ਲਓ ਜੀ ਇੰਨੇ % ਵੋਟਾਂ ਲੋਕ ਤਾਂ ਚਾਹੁੰਦੇ ਹੀ ਨਹੀਂ ਜੀ ਖਾਲਿਸਤਾਨ। ਤੇ ਅਦਰਵਾਈਜ਼ ਅਸੀਂ ਇਹ ਸਮਝਦੇ ਹਾਂ ਵੀ ਇਸ ਪਾਰਟ ਨੂੰ ਜ਼ਰੂਰ ਅਸੀਂ ਸਮਝਦੇ ਹਾਂ ਵੀ ਜਿਹੜੇ ਯੋਗ ਉਮੀਦਵਾਰ ਨੇ ਜਿੱਥੇ ਜਿੱਥੇ ਖੜੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਹਨਾਂ ਦੀ ਹਮਾਇਤ ਹੋਣੀ ਚਾਹੀਦੀ। ਪਰ ਇਸ ਸਿਸਟਮ ਚੋਂ ਨਿਕਲਣਾ ਕੁਝ ਨਹੀਂ ਹੈ। ਸਾਡੀ ਪੋਜੀਸ਼ਨ ਇੱਕ ਖਾਲਿਸਤਾਨੀ ਐਕਟਿਵਿਸਟ ਹੋਣ ਦੇ ਨਾਤੇ ਅਸੀਂ ਇਹ ਸਮਝਦੇ ਹਾਂ ਵੀ ਉੱਥੇ ਲੋਕਾਂ ਨੇ ਰਹਿਣਾ, ਉਹਨਾਂ ਨੇ ਵੋਟਾਂ ਵੀ ਪਾਉਣੀਆਂ ਨੇ, ਉਹਨਾਂ ਨੇ ਸਰਵਾਈਵ ਵੀ ਕਰਨਾ ਹੈ। ਅਸੀਂ ਇਹ ਵੀ ਚਾਹੁੰਦੇ ਹਾਂ ਵੀ ਖਾਲਿਸਤਾਨ ਦੀ ਗੱਲ ਸਵਾਏ ਸਰ ਸਿਮਰਨਜੀਤ ਸਿੰਘ ਮਾਨ ਬੇਸ਼ੱਕ ਉਹ ਸਿਸਟਮ ਦੇ ਵਿੱਚ ਰਹਿ ਕੇ ਗੱਲ ਕਰਦੇ ਨੇ, ਲੇਕਿਨ ਉਹਨਾਂ ਨੇ ਝੰਡਾ ਬੁਲੰਦ ਵੀ ਰੱਖਿਆ ਹੋਇਆ। ਬਾਹਰ ਵੀ ਉਹਨਾਂ ਦੀ ਪਾਰਟੀ ਦੇ ਨਾਂ ਦੇ ਉੱਤੇ ਪੋਲੀਟੀਕਲ ਅਸਾਈਲਮ ਕਿੰਨਿਆਂ ਨੂੰ ਲੱਖਾਂ ਲੋਕਾਂ ਨੇ ਲਈ ਹੈ। ਲੇਕਿਨ ਜੋ ਮਾਹੌਲ ਉੱਥੇ ਗੰਦਲਾ ਬਣਾ ਦਿੱਤਾ ਗਿਆ ਹੈ, ਇਹਦੇ ਚੋਂ ਉਹੀ ਕੁਛ ਅਲਟੀਮੇਟਲੀ ਉਹਦਾ ਰਿਜ਼ਲਟ ਨਿਕਲੇ, ਕਿਉਂਕਿ ਏਜੰਸੀਆਂ ਰਨ ਕਰ ਰਹੀਆਂ, ਨਤੀਜਾ ਉਹੀ ਹੋਏਗਾ ਜੋ RSS ਔਰ ਏਜੰਸੀਆਂ ਚਾਹੁਣਗੀਆਂ। ਉਹਦੇ ਲਈ ਉਹਨਾਂ ਨੂੰ EVM ਮਸ਼ੀਨਾਂ ਦਾ ਇਸਤੇਮਾਲ ਕਰਨਾ ਪਏ, ਮੌਕੇ ਦੇ ਉੱਤੇ ਕਿਹਦੀ ਲੱਤ ਖਿੱਚਣੀ ਹੈ, ਕਿਹਦੀਆਂ ਵੋਟਾਂ ਕਿਹਨੂੰ ਪਵਾਉਣੀਆਂ, ਕਿਉਂਕਿ ਸਾਰੇ ਹੀ ਸਣੇ ਬੀਜੇਪੀ ਤਾਂ ਉਹਨਾਂ ਦੀ ਧਿਰ ਹੈ ਹੀ ਹੈ, ਲੇਕਿਨ ਅਕਾਲੀ ਦਲ ਬਾਦਲ ਵੀ, ਆਮ ਆਦਮੀ ਪਾਰਟੀ ਵੀ ਉਹਨਾਂ ਦੇ ਧਿਰ, ਅਮਰਿੰਦਰ ਢੀਂਡਸਾ ਦਾ ਹੈ ਹੀ ਹੈ, ਤੇ ਕਿਤੇ ਨਾ ਕਿਤੇ ਉਹਨਾਂ ਨੇ ਕਾਂਗਰਸ ਨੂੰ ਵੀ ਕਾਬੂ ਕਰ ਲਿਆ ਹੋਇਆ। ਸੋ ਲੈ ਦੇ ਕੇ ਜਿੱਧਰ ਤੁਸੀਂ ਦੇਖੋਗੇ ਬਿਟਵੀਨ ਰੌਕ ਐਂਡ ਦਾ ਸੀ ਵਾਲੀ ਸਿਚੁਏਸ਼ਨ ਬਣੀ ਹੋਈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥੀਆਂ ਨੇ ਬ੍ਰੇਕ ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕਦੋਂ ਤੱਕ, ਹਾਂ ਕਦੋਂ ਤੱਕ ਅਸੀਂ ਭਾਰਤ ਅਤੇ ਦੁਨੀਆ ਭਰ ਦੇ ਵਿੱਚ ਵਸਦੇ ਸਿੱਖਾਂ ਦੇ ਮਸਲਿਆਂ ਤੇ ਭਾਰਤੀ ਚੈਨਲਾਂ ਦਾ ਝੂਠਾ ਪ੍ਰੋਪੇਗੈਂਡਾ ਬਰਦਾਸ਼ਤ ਕਰਦੇ ਰਹਾਂਗੇ। ਆਓ ਮੇਰੇ ਨਾਲ ਜੁੜੋ ਪ੍ਰੋਗਰਾਮ ਗੁਫ਼ਤਗੂ ਵਿੱਚ। ਸਿੱਖ ਨਜ਼ਰੀਏ ਤੋਂ ਰੋਜ਼ਾਨਾ ਵਾਪਰ ਰਹੀਆਂ ਘਟਨਾਵਾਂ ਦਾ ਵਿਸ਼ਲੇਸ਼ਣ ਕਰੀਏ। ਲਾਈਵ ਕਾਲਸ ਅਤੇ ਈਮੇਲਸ ਰਾਹੀਂ ਇਸ ਪ੍ਰੋਗਰਾਮ ਦਾ ਹਿੱਸਾ ਬਣੋ। ਮੰਡੇ ਟੂ ਫਰਾਈਡੇ ਰਾਤ 9:30 ਵਜੇ ਸਿਰਫ TV 84 ਤੇ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਐਂਡ ਵੈਲ ਸੈਕਸ਼ਨ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਤੇ ਪਾਕਿਸਤਾਨ ਦੇ ਹਵਾਲੇ ਨਾਲ ਕਿ ਭਾਰਤ ਨੇ ਇੱਕ ਵਾਰ ਫਿਰ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਉਂਸਲ ਦੀ ਓਪਨ ਡਿਬੇਟ ਵਿੱਚ ਪਾਕਿਸਤਾਨ ਨੂੰ ਘੇਰਨ ਦੀ ਕੋਸ਼ਿਸ਼ ਕੀਤੀ। ਸੋ ਭਾਰਤ ਵੱਲੋਂ ਪਾਕਿਸਤਾਨ ਤੇ ਬਹੁਤ ਘਟੀਆ ਲੈਵਲ ਦੀ ਇਲਜ਼ਾਮ ਤਰਾਸ਼ੀ ਕੀਤੀ ਗਈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਹੀ ਗੁਰਬਾਣੀ ਚਰਨ ਸਾਂਝੀ ਤੁਹਾਡੇ ਨਾਲ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਜਿਹੜਾ ਬੰਦਾ ਸਿਕਿਉਰ ਹੁੰਦਾ ਹੈ, ਕੌਨਫੀਡੈਂਟ ਹੁੰਦਾ ਹੈ, ਆਪਣੇ ਆਪ ਤੇ ਭਰੋਸਾ ਹੁੰਦਾ ਹੈ, ਉਹ ਖੁੱਲ੍ਹ ਕੇ ਹੱਸ ਸਕਦਾ ਹੈ, ਖੁੱਲ੍ਹ ਕੇ ਠਾਕਾ ਲਾ ਸਕਦਾ ਹੈ, ਉਹ ਆਪਣਾ ਕ੍ਰਿਟਿਸਿਜ਼ਮ ਵੀ ਸੁਣ ਸਕਦਾ ਹੈ। ਤੇ ਜਿਹੜਾ ਇਨਸਿਕਿਉਰ ਹੁੰਦਾ ਹੈ, ਘਬਰਾਇਆ ਹੋਇਆ ਔਰ ਕੱਚਾ, ਉਹ ਹਰ ਨਿੱਕੀ ਗੱਲ ਦੇ ਉੱਤੇ ਭੜਕਦਾ ਹੈ। ਔਰ ਇਹੀ ਆਪਣੇ ਇਹ ਡੇ ਟੂ ਡੇ ਬਿਹੇਵੀਅਰ 'ਚ ਵੀ ਅਸੀਂ ਦੇਖਦੇ ਹਾਂ। ਜਦੋਂ ਸਿੱਖ ਕੌਮ ਬਾਰੇ ਇਹ ਕਿਹਾ ਜਾਂਦਾ ਹੈ ਕਿ ਭਾਈ ਇਹ ਖੁੱਲ੍ਹ ਕੇ ਹੱਸਦੇ ਨੇ, ਜੋਕ ਕਰੈਕ ਵੀ ਕਰਦੇ ਨੇ, ਆਪਣੇ ਤੇ ਵੀ ਜੋਕ ਲੈ ਸਕਦੇ ਨੇ, ਇਹ
ਕੌਨਫੀਡੈਂਸ ਰੱਖਣ ਵਾਲੇ ਲੋਕ ਹੀ ਕਰ ਸਕਦੇ ਨੇ। ਇਸੇ ਤਰ੍ਹਾਂ ਮੁਲਕਾਂ ਦਾ ਹਾਲ ਹੈ। ਹੁਣ ਅਮਰੀਕਾ ਦੇ ਵਿੱਚ ਜੇ ਕੋਈ ਉੱਠ ਕੇ ਪ੍ਰੈਜ਼ੀਡੈਂਟ ਨੂੰ ਵੰਗਾਰਦਾ ਹੈ ਤਾਂ ਕਦੇ ਕਿਸੇ ਨੇ ਰੌਲਾ ਨਹੀਂ ਪਾਇਆ ਕਿ ਜੀ ਇਹ ਤਾਂ ਦੇਸ਼ ਦੇ ਖਿਲਾਫ ਐਂਟੀ ਨੈਸ਼ਨਲ ਜਾਂ ਦੂਜਾ ਹੈ, ਕਿਉਂਕਿ ਇਹਨਾਂ ਦੇ ਸਿਸਟਮ ਨੇ ਕਨਕਲੂਡ ਕੀਤਾ। ਪਿਛਲੇ ਦਿਨਾਂ 'ਚ ਪ੍ਰੈਜ਼ੀਡੈਂਟ ਬਾਈਡਨ ਨੇ ਇੱਕ ਉਹ ਜਰਨਲਿਸਟ ਜਿਹੜਾ ਫੌਕਸ ਦਾ, ਉਹਨੇ ਕੋਈ ਪੁੱਠੇ ਸਿੱਧੇ ਸਵਾਲ ਉਹ ਪੁੱਛ ਰਿਹਾ ਸੀ, ਫੌਕਸ ਰਾਈਟ ਵਿੰਗਰ ਹੈ, ਉਹ ਉਹਨੂੰ ਅੰਗਰੇਜ਼ੀ 'ਚ ਗਾਲ ਕੱਢਦਾ, ਮਾਈਕ ਖੁੱਲ੍ਹਾ ਸੀ ਸਾਹਮਣੇ ਆ ਗਿਆ, ਤਾਂ ਉਹਨੇ ਪੱਤਰਕਾਰ ਨੇ ਵੀ ਹੱਸਦਿਆਂ ਕਿਹਾ, ਉਹਨੇ ਕਿਹਾ ਜੀ ਹਾਂ ਇਹ ਫਿਰ ਜਦੋਂ ਸਵਾਲ ਪੁੱਛੇ ਜਾਣਗੇ ਤਾਂ ਹੋਏਗਾ। ਸੋ ਮਤਲਬ ਇਹ ਹਾਲਾਂਕਿ ਇਹ ਕੋਈ ਸਿਵਲਾਈਜ਼ਡ ਨਹੀਂ ਹੈ ਅਮਰੀਕਾ 'ਚ, ਦਿਸ ਇਜ਼ ਨਾਟ ਡਨ, ਲੇਕਿਨ ਇਹਦੇ ਬਾਵਜੂਦ ਇੱਥੇ ਜਦੋਂ ਡਿਬੇਟਸ ਹੁੰਦੀਆਂ ਨੇ ਕਿਸ ਲੈਵਲ ਦੇ ਉੱਤੇ ਜਾ ਕੇ ਦੂਸਰਾ ਹੁੰਦਾ, ਔਰ ਇਹੀ ਹਾਲ ਬਾਕੀ ਫੋਰਮਸ ਦੇ ਉੱਤੇ ਵੀ ਹੁੰਦਾ ਹੈ, ਕਿਉਂਕਿ ਅਮਰੀਕਨ ਸੁਸਾਇਟੀ ਸਿਸਟਮ ਨੇ ਉਹ ਕੌਨਫੀਡੈਂਸ ਭਰਿਆ ਹੋਇਆ ਹੈ ਕਿ ਜਿੱਥੇ ਤੁਸੀਂ ਟੀਚਰ ਨੂੰ ਚੈਲੰਜ ਕਰਦੇ ਹੋ, ਤੁਹਾਡੇ ਆਪਣੇ ਘਰਾਂ 'ਚ ਕਈ ਵਾਰ ਬੱਚਿਆਂ ਨੂੰ ਡੀਲ ਕਰਨਾ ਇਸ ਲਈ ਔਖਾ ਹੋ ਜਾਂਦਾ ਹੈ ਵੀ ਅਸੀਂ ਉਸ ਸਿਸਟਮ 'ਚੋਂ ਆਏ ਹਾਂ ਜਿੱਥੇ ਅੱਖਾਂ ਬੰਦ ਕਰਕੇ ਮੰਨੋ, ਪਰ ਇੱਥੇ ਬੱਚੇ ਜਿਹੜੇ ਨੇ ਤੁਹਾਡੇ ਨਾਲ ਆਰਗੂ ਕਰਦੇ ਨੇ, ਉਹ ਤੁਸੀਂ ਉਹਨਾਂ ਨੂੰ ਡਿਬੇਟ ਦੇ ਨਾਲ, ਡਿਸਕਸ਼ਨ ਦੇ ਨਾਲ ਆਪਣਾ ਆਰਗੂਮੈਂਟ ਬਣਾ ਸਕਦੇ ਹੋ, ਜ਼ੋਰ ਦੇ ਨਾਲ ਨਹੀਂ ਬਣਾ ਸਕਦੇ। ਹੁਣ ਯੂਨਾਈਟਿਡ ਨੇਸ਼ਨਸ ਇੱਕ ਐਸਾ ਫੋਰਮ ਹੈ ਜਿਹਦੇ 'ਚ 194 ਮੁਲਕ ਦੇ ਮੈਂਬਰ ਨੇ, ਉਹਨਾਂ ਦੀ ਸਿਕਿਉਰਿਟੀ ਕੌਂਸਲ, ਜਦੋਂ ਇਸ਼ੂਜ਼ ਆਉਂਦੇ ਨੇ ਤੇ ਜ਼ਾਹਰ ਹੈ ਉਹਨਾਂ ਦੇ ਉੱਤੇ ਡਿਬੇਟ ਹੁੰਦੀ ਹੈ। ਹੁਣ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕੌਂਸਲ ਦੇ ਵਿੱਚ ਕੱਲ ਜਿਹੜੇ ਇਸ਼ੂ ਦੇ ਉੱਤੇ ਓਪਨ ਡਿਬੇਟ ਸੀ, ਉਹ ਇਸ਼ੂ ਸੀ ਪ੍ਰੋਟੈਕਸ਼ਨ ਆਫ ਸਿਵਿਲੀਅਨਸ ਇਨ ਆਰਮਡ ਕਨਫਲਿਕਟ, ਵਾਰਸ ਇਨ ਸਿਟੀਜ਼, ਪ੍ਰੋਟੈਕਸ਼ਨ ਆਫ ਸਿਵਿਲੀਅਨਸ ਇਨ ਅਰਬਨ ਸੈਟਿੰਗਸ। ਬਹੁਤ ਅੱਛਾ ਹੈ ਕਿ ਵੀ ਦੋ ਧਿਰਾਂ ਵਿੱਚ ਕਨਫਲਿਕਟ ਹੈ ਦੋ ਮੁਲਕਾਂ ਦੇ ਵਿੱਚ, ਉਹਦੇ 'ਚ ਉਧਰਲੇ ਫੌਜੀ ਟਿਕਾਣੇ ਜਾਂ ਨੇਵਲ ਜਾਂ ਜੋ ਵੀ ਹੈ ਉਹ ਹੁੰਦਾ, ਪਰ ਜਦੋਂ ਸਿਵਿਲੀਅਨਸ ਜਿਹੜੇ ਨੇ ਉਹ ਆਰਮਡ ਕਨਫਲਿਕਟ ਦੇ ਵਿੱਚ ਫਸ ਜਾਂਦੇ ਨੇ ਔਰ ਉਹਨਾਂ ਦੀ ਖਾਸ ਤੌਰ ਤੇ ਅਰਬਨ ਸੈਟਿੰਗਸ ਦੇ ਵਿੱਚ, ਸ਼ਹਿਰੀ ਜਿੱਥੇ ਕਿ ਥਿਕ ਆਬਾਦੀਆਂ ਨੇ, ਵੀ ਉਹਨਾਂ ਦੀ ਪ੍ਰੋਟੈਕਸ਼ਨ ਕਿਵੇਂ ਕੀਤੀ ਜਾਏ। ਸੋ ਪਾਕਿਸਤਾਨ ਦੇ UN ਦੇ ਵਿੱਚ ਐਂਬੈਸਡਰ ਮੁਨੀਰ ਅਕਰਮ ਨੇ, ਉਹਨਾਂ ਨੇ ਜ਼ਾਹਰ ਹੈ ਜੰਮੂ ਕਸ਼ਮੀਰ ਜਿੱਥੇ ਸਿਵਿਲੀਅਨਸ ਤੁਸੀਂ ਜਿਹੜਾ ਅਗਸਤ 2019 ਤੋਂ ਉਹਨੂੰ ਇੱਕ ਖੁੱਲੀ ਜੇਲ੍ਹ ਬਣਾਇਆ ਹੋਇਆ, ਉਹਦੇ 'ਚ ਕੈਪਚਰ ਰਿਹਾ, ਔਰ ਜਦੋਂ ਵੀ ਉੱਥੇ ਕੁਝ ਹੁੰਦਾ ਹੈ ਸਿਵਿਲੀਅਨ ਨੇ ਉਹਨਾਂ ਨੇ ਇਸ਼ੂ ਚੁੱਕਿਆ ਕਿ ਵੀ ਘੱਟੋ ਘੱਟ ਜੰਮੂ ਕਸ਼ਮੀਰ ਦੇ ਮੁੱਦੇ ਜਿੱਥੇ ਸਿਵਿਲੀਅਨਸ ਜਿਹੜੇ ਨੇ ਉਹ ਹਰ ਪਾਸਿਓਂ ਟਾਰਗੇਟ ਹੋ ਰਹੇ ਨੇ ਕੀਤਾ। ਇਹ ਲਿਆਣਾ ਹੀ ਸੀ ਮੁਨੀਰ ਅਕਰਮ ਦਾ। ਹਾਲਾਂਕਿ ਇੰਡੀਆ ਦਾ ਜਿਹੜਾ ਪਰਮਾਨੈਂਟ ਰਿਪਰੈਜ਼ੈਂਟੇਟਿਵ ਹੈ ਮਿਸਟਰ ਤ੍ਰਿਮੂਰਤੀ, ਉਹ ਬੋਲ ਚੁੱਕਾ ਸੀ, ਉਹ ਪਹਿਲਾਂ ਬੋਲਿਆ, ਫਿਰ ਪਾਕਿਸਤਾਨ ਨੇ ਜਦੋਂ ਉਹਦੀ ਵਾਰੀ ਆਈ ਮੁਨੀਰ ਅਕਰਮ ਨੇ ਆਪਣਾ ਕੀਤਾ, ਔਰ ਫਿਰ ਤੁਹਾਡੇ ਕੋਲ ਰਾਈਟ ਟੂ ਰਿਪਲਾਈ, ਫਿਰ ਉਹਨਾਂ ਨੇ ਆਪਣਾ ਆਰ ਮਧੂਸੂਦਨ, ਇਹ ਵੀ ਇੰਡੀਆ ਦਾ ਉਸ ਤੋਂ ਥੱਲੜੇ ਲੈਵਲ ਦਾ ਐਨਵੋਏ ਹੈ, ਉਹਨੇ ਆ ਕੇ ਫਿਰ ਜਿਸ ਕਿਸਮ ਦੀ ਘਟੀਆ ਦੂਸ਼ਣਬਾਜ਼ੀ ਪਾਕਿਸਤਾਨ ਦੇ ਉੱਤੇ ਕੀਤੀ ਕਿ ਦਹਿਸ਼ਤਗਰਦ ਔਰ ਮੁੰਬਈ ਅਟੈਕ ਜਿਹੜੇ ਸਿਵਿਲੀਅਨਸ ਦੇ ਉੱਤੇ ਹੋਏ ਸੀ, ਉਹਨਾਂ ਦੇ ਜਿਹੜੇ ਕਾਤਲ ਕਰਨ ਵਾਲੇ ਨੇ ਉਹ ਪੈਟਰਨੇਜ ਇੰਜੋਏ ਕਰ ਰਹੇ ਨੇ, ਔਰ ਇਸ ਸਾਰੇ ਦੇ ਉੱਤੇ ਔਰ ਲੰਬੀ ਚੌੜੀ ਉਹਨਾਂ ਦੇ ਕਿਹਾ ਕਿ ਜੀ ਇਹ ਦੁਨੀਆ ਭਰ ਦੇ ਟੈਰਰਿਸਟ ਜਿਹੜੇ ਨੇ ਉਹਨਾਂ ਦਾ ਓਰੀਜਨ ਕਿਤੇ ਨਾ ਕਿਤੇ ਜਾ ਕੇ ਪਾਕਿਸਤਾਨ ਨਾਲ ਜੁੜਦਾ ਹੈ, ਔਰ ਨਾਲ ਦੀ ਨਾਲ ਉਹਨੇ ਇਹ ਕਿਹਾ ਕਿ ਜੀ ਇਹ ਜਿਹੜਾ ਇਸ UN ਸਿਕਿਉਰਿਟੀ ਕੌਂਸਲ ਦੇ ਫੋਰਮ ਨੂੰ ਵਰਤ ਕੇ ਬਾਰ-ਬਾਰ ਕਸ਼ਮੀਰ ਦਾ ਇਸ਼ੂ ਜਿਹੜਾ ਪਾਕਿਸਤਾਨ ਕਿਉਂ ਹਾਈਲਾਈਟ ਕਰਦਾ ਹੈ, ਔਰ ਇਹ ਜਿਹੜਾ ਇਸ ਸਾਰੇ ਦੇ ਉੱਤੇ ਜਿਹੜਾ ਉਹਨਾਂ ਦਾ ਜਿਹੜਾ ਜ਼ਹਿਰ ਹੈ, ਵੈਨਮਸ ਤੋਂ ਬਿਨਾਂ ਔਰ ਕੋਈ ਲਫ਼ਜ਼ ਨਹੀਂ ਕਿਹਾ ਜਾ ਸਕਦਾ ਇਹਨਾਂ ਦੇ ਲਈ। ਔਰ ਉਹਨਾਂ ਨੇ ਕਿਹਾ ਕਿ ਜੀ ਇਹ ਜਿਹੜੇ ਹੀਨਸ ਟੈਰਰ ਅਟੈਕ ਮੁੰਬਈ 'ਚ 2008 'ਚ ਹੋਏ, ਉਹਦੇ ਜਿਹੜੇ ਪਰਪੀਟੇਟਰ ਨੇ ਉਹ ਪਾਕਿਸਤਾਨ 'ਚ ਉਹਨਾਂ ਨੇ ਪਨਾਹ ਲਈ ਹੋਈ ਹੈ, ਫਿਰ ਲਸ਼ਕਰੇ ਤੋਇਬਾ ਨੂੰ ਵਿੱਚ ਲੈ ਆਂਦਾ, ਫਿਰ ਦੂਸਰਿਆਂ ਨੂੰ ਕਰ ਲਿਆ। ਤਾਂ ਮੈਂ ਇਹ ਸਮਝਦਾ ਕਿ ਵੀ ਇਹ ਸਾਰੀ ਇਨਸਿਕਿਉਰਿਟੀ 'ਚੋਂ ਨਿਕਲਦਾ। ਇੱਕ ਪਾਸੇ ਇਹ ਸਾਬਤ ਕਰਨਾ ਚਾਹੁੰਦੇ ਨੇ ਕਿ ਜੀ ਅਸੀਂ ਦੁਨੀਆ ਦੇ ਵਿੱਚ ਇੱਕ ਆਪਣਾ ਮੁਕਾਮ, ਭਾਰਤ ਵਿਸ਼ਵ ਗੁਰੂ ਔਰ ਫਲਾਣਾ, ਉਹ ਇੱਕ ਸਿੰਪਲ ਆਰਗੂਮੈਂਟ ਕਿ ਭਾਈ ਤੁਸੀਂ ਜੋ ਕਸ਼ਮੀਰ ਕਨਫਲਿਕਟ ਹੈ, ਡਿਸਪਿਊਟਡ ਟੈਰੀਟਰੀ ਹੈ UN ਸਿਕਿਉਰਿਟੀ ਕੌਂਸਲ ਦੇ ਥੱਲੇ, ਤੁਸੀਂ ਯੂਨੀਲੈਟਰਲੀ ਉਹਦਾ ਵਜੂਦ ਖਤਮ ਕੀਤਾ ਹੈ, ਪਾਕਿਸਤਾਨ ਉਹਦੇ 'ਚ ਪਾਰਟੀ ਹੈ, ਮੰਨਿਆ ਹੋਇਆ UN ਸਿਕਿਉਰਿਟੀ ਕੌਂਸਲ ਦੇ ਰੈਜ਼ੋਲੂਸ਼ਨਸ ਨੇ, ਸੋ ਐਸੀ ਕਿਹੜੀ ਅਲੋਕਾਰ ਗੱਲ ਪਾਕਿਸਤਾਨ ਨੇ ਕੀਤੀ, ਪਰ ਇਹ ਇਹਨਾਂ ਦਾ ਨੀਵਾਂਪਨ ਔਰ ਇਹਨਾਂ ਦੀ ਇਨਸਿਕਿਉਰਿਟੀ ਦਿਖਾਉਂਦਾ ਹੈ। ਔਰ ਜਿਵੇਂ ਕਲੋਜ਼ਿੰਗ 'ਚ ਅਸੀਂ ਰੋਜ਼ਾਨਾ ਰੂਹਾਨੀਅਤ ਦੇ ਵਿਚਾਰ ਕਰਦੇ ਹਾਂ, ਗੁਰੂ ਨਾਨਕ ਸਾਹਿਬ ਦਾ ਕਲਾਮ, ਉਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਸ੍ਰੀ ਰਾਗ ਦੇ ਵਿੱਚ, ਔਰ ਅੱਜ ਬਹੁਤ ਪਿਆਰਾ ਸ਼ਬਦ ਜਦੋਂ ਮੈਂ ਇਹਨੂੰ ਪੜ੍ਹ ਵੀ ਰਿਹਾ ਸੀ ਤੇ ਇਹਦੇ 'ਚ, ਕਿਉਂਕਿ ਇਹ ਇੱਕ ਐਸਾ ਸ਼ਬਦ ਹੈ ਕਿ ਜਦੋਂ ਬਹੁਤ ਵਾਰ ਜਿਹੜਾ ਦੁਨੀਆ ਤੋਂ ਚਲਾ ਜਾਂਦਾ ਹੈ ਉਸ ਦੀ ਅੰਤਮ ਅਰਦਾਸ ਦੇ ਵੇਲੇ ਜਿਹੜੇ ਰਾਗੀ ਸਿੰਘ
ਸ਼ਬਦ ਗਾਇਨ ਕਰਦੇ ਨੇ ਉਹਨਾਂ ਦੇ ਵਿੱਚ ਇਹ ਸ਼ਬਦ ਵੀ ਹੁੰਦਾ ਹੈ, ਬਹੁਤ ਸਾਰੇ ਹੋਰ ਸ਼ਬਦ ਵੀ ਹੁੰਦੇ ਨੇ। ਜੀ। ਔਰ ਇਹ ਸ਼ਬਦ ਹੈ ਧਨ ਜੋਬਨ ਅਰ ਫੁੱਲੜਾ ਨਾਠੀੜੇ ਦਿਨ ਚਾਰ ਪੱਬਣ ਕੇਰੇ ਪਤ ਸਿਉ ਢਲ ਢੁਲ ਜੁਮਣ ਹਾਰ ਰੰਗ ਮਾਣ ਲੈ ਪਿਆਰਿਆ ਜਾਂ ਜੋਬਨ ਨੌ ਹੁੱਲਾ ਦਿਨ ਥੋਰੜੇ ਥੱਕੇ ਭਇਆ ਦਿਨ ਥੋਰੜੇ ਥੱਕੇ ਭਇਆ ਪੁਰਾਣਾ ਚੋਲਾ ਰਹਾਓ। ਹੁਣ ਇਹ ਇਨਸਾਨ ਨੂੰ ਯਾਦ ਦਹਾਨੀ ਕਰਵਾਣਾ ਹੈ ਕਿ ਉਮਰ ਥੋੜ ਚਿਰੀ ਹੈ, ਜੀ। ਜਿਹਨੂੰ ਕਹਿੰਦੇ ਨੇ ਕਿ ਭਾਈ 4 ਦਿਨਾਂ ਦੀ ਜ਼ਿੰਦਗੀ ਹੈ। ਹੁਣ 4 ਦਿਨ ਦਾ ਮਤਲਬ ਸ਼ਾਰਟ ਲਿਵਡ ਹੈ। ਔਰ ਰਹਾਓ ਦੀ ਤੋਂ ਕਿ ਯਾਦ ਦਹਾਨੀ ਕਰਵਾਉਂਦੀ ਹੈ ਕਿ ਭਾਈ ਰੰਗ ਮਾਣ ਲੈ ਪਿਆਰਿਆ, ਕਿ ਹੇ ਰੱਬ ਦੇ ਪਿਆਰੇ ਇਨਸਾਨ, ਇਸ ਜ਼ਿੰਦਗੀ ਦੇ ਵਿੱਚ ਆਪਣੇ ਆਪ ਨੂੰ ਰੂਹਾਨੀਅਤ ਦੇ ਰੰਗ 'ਚ ਰੰਗ ਲੈ, ਉਹਦੀ ਇਬਾਦਤ ਉਹਦੀ ਯਾਦ ਦੇ ਰੰਗ 'ਚ ਰੰਗ ਲੈ। ਜਾਂ ਜੌਬਨ ਨੌ ਹੁੱਲਾ, ਜਦੋਂ ਤੇਰੇ ਅੰਦਰ ਅਜੇ ਜਵਾਨੀ ਹੈ। ਨੌ ਲਫ਼ਜ਼ ਫਾਰਸੀ ਦਾ ਹੈ ਜਿਹਦਾ ਮਤਲਬ ਹੁੰਦਾ ਨਵਾਂ ਨਵਾਂ, ਜਿਵੇਂ ਜਲੰਧਰ ਦੇ ਵਿੱਚ ਹੁੰਦੀ ਸੀ ਬਸਤੀ ਨੌ, ਜਿਹੜੀ ਨਵੀਂ ਵਸੀ ਹੋਏ, ਉਹਨੂੰ ਇਸੇ ਤੋਂ ਹੀ ਲਫ਼ਜ਼ ਨੌਜਵਾਨ ਵੀ ਹੈ। ਜਦੋਂ ਅਸੀਂ ਜਵਾਨ ਆਪਣੇ ਆਪ ਵੀ ਕੰਪਲੀਟ ਲਫ਼ਜ਼ ਹੈ, ਪਰ ਨੌਜਵਾਨ ਅਸੀਂ ਕਹਿੰਦੇ ਨੌ ਨਵਾਂ। ਔਰ ਨੌ ਹੁੱਲਾ ਤੇਰੇ 'ਚ ਇੱਕ ਨਵੀਂ ਉਮੰਗ ਹੈ, ਇੱਕ ਨੌਜਵਾਨੀ ਦਾ ਜੋਸ਼ ਜਿਹੜਾ ਇਸ ਉਮਰ ਦੇ ਵਿੱਚ ਹੀ ਰੰਗ ਮਾਣ ਲੈ ਪਿਆਰਿਆ, ਕਿ ਹੇ ਰੱਬ ਦੇ ਬੰਦੇ, ਇਸ ਜਦੋਂ ਤੇਰੀ ਤੂੰ ਤੰਦਰੁਸਤ ਹੈ, ਨੌਜਵਾਨ ਹੈ, ਉਸ ਆਪਣੇ ਆਪ ਨੂੰ ਰੱਬ ਦੀ ਯਾਦ ਦੇ ਵਿੱਚ ਜੋੜ ਲੈ। ਦਿਨ ਥੋੜੜੇ ਥੱਕੇ ਭਇਆ ਪੁਰਾਣਾ ਚੋਲਾ, ਕਿ ਇਹ ਤੂੰ ਦੇਖ ਤੇਰੇ ਦਿਨ ਬਹੁਤੇ ਨਹੀਂ ਨੇ, ਜਵਾਨੀ ਦੇ ਗੁਜ਼ਰਦਿਆਂ ਵਕਤ ਨਹੀਂ ਲੱਗਣਾ। ਔਰ ਇਹ ਬਹੁਤ ਜਲਦੀ ਇਹ ਜਿਹੜਾ ਤੇਰਾ ਸਰੀਰ ਹੈ, ਜਿਹਨੂੰ ਚੋਲਾ ਕਿਹਾ, ਜਿਵੇਂ ਇੱਕ ਚੋਲਾ ਜਿਹੜਾ ਅਸੀਂ ਪਾਉਂਦੇ ਆ ਕੁਝ ਦੇਰ ਬਾਅਦ ਉਹ ਪੁਰਾਣਾ ਹੋ ਕੇ ਫਟ ਜਾਂਦਾ ਥਾਂ ਥਾਈ, ਫਿਰ ਉਹਨੂੰ ਅਸੀਂ ਡਿਸਕਾਰਡ ਕਰ ਦਿੰਦੇ। ਇਵੇਂ ਹੀ ਇਹ ਜਦੋਂ ਤੇ ਜਵਾਨੀ ਦਾ ਵੇਲਾ ਹੈ, ਉਦੋਂ ਹੀ ਰੱਬ ਵੱਲ ਆਪਣੇ ਆਪ ਨੂੰ ਮੋੜ ਲੈ। ਔਰ ਇਹਦੀ ਉਦਾਹਰਣ ਦਿੱਤੀ, ਧਨ ਜੋਬਨ ਅਰ ਫੁੱਲੜਾ ਨਾਠੀ ਅੜੇ ਦਿਨ ਚਾਰ, ਕਿ ਪੈਸਾ ਅੱਜ ਕੋਈ ਅਮੀਰ ਹੈ, ਕਿਹੜਾ ਰਾਜਾ ਕਦੋਂ ਰੰਕ ਬਣ ਜਾਂਦਾ ਹੈ, ਇਸ ਦਾ ਕੋਈ ਪਤਾ ਨਹੀਂ ਲੱਗਦਾ। ਕਿ ਵੀ ਗੁਰੂ ਸਾਹਿਬ ਨੇ ਇਹ ਵੀ ਕਿਹਾ ਕਿ ਮਾਸ ਖਾਏ ਤਿੰਨ ਘਾਹ ਖਵਾਲੇ, ਕਿ ਉਹ ਹਾਲਤ ਵੀ ਹੁੰਦੀ ਹੈ ਜਿਹੜੇ ਲੋਕ ਕਹਿੰਦੇ ਨੇ ਜੀ ਗੋਸ਼ਤ ਤੋਂ ਬਿਨਾਂ ਤੇ ਰੋਟੀ ਸਾਡੇ ਅੰਦਰ ਲੰਘਦੀ ਨਹੀਂ। ਕਈ ਵਾਰ ਕਿਸਮਤ ਐਸਾ ਪਲਟਾ ਲਿਆਂਦੀ ਹੈ ਕਿ ਉਹ ਘਾਹ ਖਾਣ ਤੇ ਮਜਬੂਰ ਹੋ ਜਾਂਦੇ ਨੇ। ਔਰ ਇਸ ਲਈ ਕਿਹਾ ਵੀ ਧਨ ਅੱਜ ਹੈ, ਕੱਲ ਨੂੰ ਜੋਬਨ ਜਵਾਨੀ। ਜੇ ਅਸੀਂ ਆਪਣੀ ਜਵਾਨੀ ਦਾ ਗਰੂਰ ਕਰੀਏ, ਇਹ ਜਵਾਨੀ ਕਦੋਂ ਕਿੰਨੀ ਕੁ ਦੇਰ ਰਹੇਗੀ। ਔਰ ਫੁੱਲੜਾ ਉਦਾਹਰਣ ਦਿੱਤੀ ਫੁੱਲ ਦੀ, ਕਿ ਫੁੱਲ ਜਿਹੜਾ ਹੈ ਨਾਠੀ ਅੜੇ ਦਿਨ ਚਾਰ, ਕਿ 4 ਦਿਨ ਇਹ ਰਹਿੰਦੇ ਨੇ। ਫਿਰ ਫੁੱਲ ਕਿਵੇਂ ਜਦੋਂ ਬਲੂਮ ਕਰਦਾ ਹੈ, ਉਹਦੀ ਫ੍ਰੈਗਰੈਂਸ, ਉਹਦੀ ਖੂਬਸੂਰਤੀ, ਫਿਰ ਉਹ ਵਿਦਰ ਅਵੇ ਹੋ ਜਾਂਦਾ ਹੈ, ਉਹ ਡਿੱਗ ਪੈ ਕੁਮਲਾ ਜਾਂਦਾ ਹੈ। ਪੱਬਣ ਕੇਰੇ ਪੱਤ ਜਿਉਂ, ਪਾਣੀ ਦੇ ਵਿੱਚ ਸਾਡੇ ਪੰਜਾਬ ਦੇ ਲੈਂਡਸਕੇਪ 'ਚ ਅਸੀਂ ਦੇਖੀਏ ਤੇ ਇੱਕ 4 ਪੱਤੀਆਂ ਵਾਲਾ ਜਿਹੜਾ ਉਹ ਹੁੰਦਾ ਫੁੱਲ, ਉਹਦੀਆਂ 4 ਪੱਤੀਆਂ ਨਿਕਲਦੀਆਂ ਨੇ। ਪੱਬਣ ਕੇਰੇ ਪੱਤ ਜਿਉਂ ਢਲ ਢੁਲ ਜੁਮਣ ਹਾਰ। ਹੁਣ ਜੁਮਣ ਹਾਰ ਲਫ਼ਜ਼ ਸਿੰਧੀ ਜ਼ਬਾਨ ਦਾ, ਸਿੰਧੀ ਡਾਇਲੈਕਟ ਦਾ, ਨਾਸ ਹੋ ਜਾਣਾ, ਖਤਮ ਹੋ ਜਾਣਾ। ਕਿ ਜਿਵੇਂ ਜਿਹੜਾ 4 ਪੱਤੀਆਂ ਵਾਲਾ ਪੱਬਣ ਹੈ, ਜਿਹੜਾ ਉਸ ਪਾਣੀ ਦੇ ਕੰਢੇ ਜਿਹੜਾ 4 ਪੱਤੀਆਂ ਵਾਲਾ ਫੁੱਲ ਹੈ, ਉਹ ਜਿਉਂ ਹੀ ਪਾਣੀ ਸੁੱਕਦਾ ਉਹ ਜੁਮਣ ਹਾਰ ਹੋ ਜਾਂਦਾ, ਉਹ ਨਾਸ ਹੋ ਜਾਂਦਾ। ਰੰਗ ਮਾਣ ਲੈ ਪਿਆਰਿਆ ਜਾ ਜੌਬਨ ਨੌ ਹੁੱਲਾ ਦਿਨ ਥੋੜੜੇ ਥੱਕੇ ਭਇਆ ਦਿਨ ਥੋੜੜੇ ਥੱਕੇ ਭਇਆ ਪੁਰਾਣਾ ਚੋਲਾ ਸੱਜਣ ਮੇਰੇ ਰੰਗਲੇ ਜਾਏ ਸੁੱਤੇ ਜੀਰਾਨ ਹੂੰ ਵੀ ਵੰਜਾਂ ਡੂਮਣੀ ਰੋਵਾਂ ਝੀਣੀ ਬਾਣ। ਕਿ ਮੇਰੇ ਪਿਆਰੇ ਸੱਜਣ, ਜਿਰਾਨ ਹੈ ਕਬਰਸਤਾਨ, ਸ਼ਮਸ਼ਾਨ ਘਾਟ, ਕਿ ਪਿਆਰੇ ਜਿਹੜੇ ਕੱਲ ਤੱਕ ਸਾਡੇ ਨਾਲ ਸੀ, ਜਿਹਨੂੰ ਬਾਬਾ ਕਬੀਰ ਨੇ ਕਿਹਾ ਬਾਬਾ ਬੋਲਤੇ ਤੇ ਕਹਾਂਗੇ, ਜਿਹੜੇ ਸਾਡੇ ਨਾਲ ਗੱਲਾਂ ਕਰਦੇ ਸੀ, ਬੋਲਦੇ ਸੀ, ਕਿੱਥੇ ਗਏ? ਸੱਜਣ ਮੇਰੇ ਰੰਗਲੇ, ਜਿਹੜੇ ਮੇਰੇ ਪਿਆਰੇ ਸੱਜਣ, ਇਹ ਦੇਖ ਜਾਏ ਸੁੱਤੇ ਜਿਰਾਨ। ਹਰ ਕੋਈ ਤੁਰਿਆ ਜਾਂਦਾ ਹੈ, ਜਿਰਾਨ ਕਬਰਸਤਾਨ ਸ਼ਮਸ਼ਾਨ ਘਾਟ ਉਹਦੀ ਅਲਟੀਮੇਟ ਮੰਜ਼ਲ ਹੈ। ਹੋਂ ਵੀ ਵੰਜਾਂ ਡੂਮਣੀ ਰੋਵਾਂ ਝੀਣੀ ਬਾਣ। ਡੂਮਣੀ ਹੈ ਡਾਈਕੋਟਮੀ, ਪਰ ਮੈਂ ਪਤਾ ਮੈਨੂੰ ਵੀ ਹੈ, ਮੈਂ ਉਸ ਆਪਣੇ ਪਿਆਰੇ ਸੱਜਣ ਦੇ ਵਿਛੋੜੇ ਦੇ ਵਿੱਚ ਰੋ ਰਿਹਾ,
ਧੀਮੀ ਬਾਣ ਕਿ ਹੌਲੀ ਹੌਲੀ ਆਵਾਜ਼ ਦੇ ਵਿੱਚ ਮੈਂ ਜਿਹੜਾ ਝੀਣੀ ਬਾਣ ਰੋ ਰਿਹਾ, ਪਰ ਅਜੇ ਵੀ ਮੈਂ ਦੁਬਿਧਾ ਦਾ ਸ਼ਿਕਾਰ ਹਾਂ। ਡੁੰਮਣੀ ਹੈ ਅਜੇ ਵੀ ਡਾਈਕੋਟਮੀ ਕਿ ਮੈਂ ਇੱਧਰ ਜਾਵਾਂ ਕਿ ਉੱਧਰ ਜਾ, ਰੱਬ ਵੱਲ ਲੱਗਾ ਕਿ ਦੁਨੀਆਦਾਰੀ ਵੱਲ ਲੱਗਾ। ਜੀ ਕੀ ਨਾ ਸੁਣੇ ਹੀ ਗੋਰੀਏ ਆਪਣ ਕੰਨੀ ਸੋਏ। ਹੁਣ ਇਹ ਰੂਹ ਨੂੰ ਮੁਖਾਤਬ ਹੈ। ਲੱਗੀ ਆਵੇਂ ਸੋਹਰੇ ਨਿਤ ਨਾ ਪਈਆ ਹੋਏ ਕਿ ਗੋਰੀਏ ਐ ਮੇਰੀ ਰੂਹ ਕੀ ਨਾ ਸੁਣੇ ਹੀ, ਤੈਨੂੰ ਇਹ ਝੀਣੀ ਬਾਣ ਇਸ ਸੱਜਣ ਦਾ ਜਾਣਾ ਤੈਨੂੰ ਸੁਣ ਨਹੀਂ ਰਿਹਾ। ਆਪਨ ਕੰਨੀ ਆਪਣੇ ਕੰਨਾਂ ਨਾਲ ਸੁਣ, ਇਸ ਆਵਾਜ਼ ਨੂੰ ਸੁਣ ਕਿ ਲੱਗੀ ਆਵੇ ਸੋਹਰੇ ਨਿਤ ਨਾ ਪਈਆ ਹੋਏ, ਕਿ ਤੂੰ ਇਸ ਦੁਨੀਆ ਨੂੰ ਜਿਵੇਂ ਪੇਕੇ ਘਰ ਦੇ ਵਿੱਚ ਕੋਈ ਬੇਫਿਕਰ ਹੋ ਕੇ ਇੰਜੋਏ ਕਰਦਾ, ਤੂੰ ਇਹ ਸਮਝਦੀ ਹੈ ਹੇ ਰੂਹ ਕਿ ਤੂੰ ਇੱਥੇ ਹਮੇਸ਼ਾ ਰਹਿਣਾ, ਪਰ ਤੂੰ ਅਲਟੀਮੇਟਲੀ ਸਹੁਰੇ ਵੰਝਣਾ, ਤੂੰ ਸਹੁਰੇ ਘਰ ਜਾਣਾ ਤੇ ਸਹੁਰਾ ਪਰਲੋਕ ਹੈ ਇਸ ਦੁਨੀਆ ਤੋਂ। ਇਸ ਲਈ ਬਿਨਾਂ ਰੱਬ ਦੀ ਯਾਦ ਤੋਂ ਸਿਰਫ ਗੂੜੀ ਗਫਲਤ ਦੇ ਵਿੱਚ ਸੌਣਾ ਇਹ ਠੀਕ ਨਹੀਂ ਹੈ। ਲੱਗੀ ਆਵੇ ਸਹੁਰੇ ਕਿ ਵੀ ਅਲਟੀਮੇਟਲੀ ਤੂੰ ਸਹੁਰੇ ਜਾਣਾ, ਨਿਤ ਨਾ ਪਈਆ ਹੋਏ, ਤੂੰ ਹਮੇਸ਼ਾ ਆਪਣੇ ਮਾਪਿਓ ਕੋਲ ਨਹੀਂ ਰਹਿਣਾ, ਇਸ ਦੁਨੀਆ 'ਚ ਹਮੇਸ਼ਾ ਨਹੀਂ ਰਹਿਣਾ। ਨਾਨਕ ਸੁੱਤੀ ਪਈ ਹੈ ਜਾਣ ਵਿਰਤੀ ਸਨ, ਗੁਣਾ ਗਵਾਈ ਗੰਠੜੀ ਅਵਗਣ ਚੱਲੀ ਬਨ। ਗੁਰੂ ਨਾਨਕ ਸਾਹਿਬ ਫਰਮਾਉਂਦੇ ਨੇ ਕਿ ਜਿਹੜੀ ਰੂਹ ਗਾਫਲ ਹੋ ਕੇ ਸੁੱਤੀ ਪਈ ਹੈ, ਆਪਣੀ ਜ਼ਿੰਦਗੀ ਬਿਤਾ ਰਹੀ ਹੈ, ਇਵੇਂ ਹੀ ਹੈ ਕਿ ਉਹਦੇ ਸੁੱਤੇ ਪਿਆਂ, ਕਿਉਂਕਿ ਰੱਬ ਦੀ ਯਾਦ ਤੋਂ ਦੂਰ ਹੈ। ਸਨ ਜਿਵੇਂ ਚੋਰ ਕੰਧ ਪਾੜ ਕੇ ਸੰਨ ਲਾਉਂਦੇ ਨੇ, ਤੇ ਜੇ ਨਹੀਂ ਹੈ ਉਹਦੀ ਯਾਦ, ਮਾਨੋ ਔਗਣਾ ਨੇ ਸੰਨ ਲਾਈ ਹੋਈ ਹੈ ਗੁਣਾ ਗਵਾਈ ਗੰਠੜੀ, ਕਿ ਜਿਹੜੇ ਰੱਬ ਦੀ ਦਰਗਾਹ 'ਚ ਰੱਬ ਦੀ ਯਾਦ ਇਬਾਦਤ ਦੀ ਗੁਣਾ ਦੀ ਗਠੜੀ ਲੈ ਕੇ ਜਾਣਾ ਸੀ, ਉਹ ਤੂੰ ਗਵਾ ਲਈ ਹੈ। ਅਵਗਣ ਚੱਲੀ ਵੰਨ, ਤੇਰੇ ਪੱਲੇ ਔਗਣਾ ਤੋਂ ਬਿਨਾ ਹੋਰ ਕੁਛ ਨਹੀਂ ਹੈ, ਤੇ ਤੂੰ ਕੀ ਜਵਾਬ ਦੇਂਗੀ ਹੈ ਰੂਹ। ਇਸ ਲਈ ਇਸ ਗੱਲ ਨੂੰ ਦੇਖ ਕਿ ਸੱਜਣ ਮੇਰੇ ਰੰਗਲੇ ਜਾਏ ਸੁੱਤੇ ਜੀ ਰਾਣ, ਹੌਂਬੀ ਵੰਜਾਂ ਡੂਮਣੀ ਰੋਵਾਂ ਝੀਣੀ ਬਾਣ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅਧਿਆਇਮੀ ਸ਼ੁਰੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਲੈਣੇ ਆ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV4। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।